हाँ हाँ ठीक है। ਇਹ ਮੁਹਾਵਰਾ ਬੋਲੇ पूरा मैं ये मैं अगा दसन लगा ना 8वीं जिल्द 163 सफा खोले सारी अपना कल लगा कोई मसला अमन नजीर साहब ਜਿਹੜੇ ਨੇ मैं थोड़े जिना मैं गल कर सकना करो नालो नाल खोलो ना अज मिर्जा साहब ਦੇ ਜ਼ਮਾਨੇ 'ਚ ਜਾਂ ਉਸ ਕੁਝ ਜ਼ਮਾਨੇ ਦੀ ਪਹਿਲੇ ਇਲਜ਼ਾਮੀ ਜਵਾਬ ਦੇਣੇ ਦੇ ਕੋਈ ਤਰੀਕਾਕਾਰ ਹੋਰ ਸੀ। ਠੀਕ ਹੈ, ਅਗਲੇ ਵੀ ਔਰ ਸਮਝਦੇ ਸੀ ਕਿ ਇਲਜ਼ਾਮੀ ਜਵਾਬ ਜਿਹੜਾ ਕਿਸੇ ਹੱਦ ਤੱਕ ਇਸ ਤਰ੍ਹਾਂ ਦਿੱਤਾ ਜਾ ਰਿਹਾ ਹੈ ਔਰ ਤਬਕੇ ਦੇ ਉਲਮਾ ਦਿੰਦੇ ਸੀ। ਇਸ ਦੌਰ ਜਿਸ ਦੌਰ 'ਚ ਅਸੀਂ ਹੁਣ ਸ਼ਾਮਲ ਹੈ ਇਸ ਵਕਤ ਜਿਹੜਾ ਲੇਟੈਸਟ ਦੌਰ ਹੈ 2-3 ਸਾਲ ਦਾ, ਇਹਦੇ 'ਚ ਇਲਜ਼ਾਮੀ ਜਵਾਬ ਨੂੰ ਅਜੀਬ ਤਰੀਕੇ ਨਾਲ ਸਮਝਿਆ ਜਾਂਦਾ ਹੈ। ਠੀਕ ਹੈ ਠੀਕ ਹੈ, ਥੋੜ੍ਹਾ ਜਿਹਾ ਦੌਰ ਤਬਦੀਲ ਹੋ ਗਿਆ ਨਾ। ਚਲੋ ਖੈਰ ਉਹ ਸਾਡਾ ਮੌਜੂ ਨਹੀਂ ਹੈ। ਨਹੀਂ ਵੈਸੇ ਮੈਂ ਗੱਲ ਕਰ ਰਿਹਾ ਠੀਕ ਹੈ, ਲੇਕਿਨ ਇਹਦਾ ਆਮ ਜਿਹੜਾ ਇੱਕ ਸਹੀ ਅਸੀਂ ਮੈਂ ਆਮ ਬਾਤ ਕਹਿ ਦਿੰਦੇ ਹਾਂ ਨਾ, ਸਾਡਾ ਕੋਈ ਧੀ ਪੁੱਤਰ ਜਿਹੜਾ ਹੈ ਨਾ, ਧੀ ਪੁੱਤਰ ਕੋਈ ਸਹੀ ਨਾ ਹੋਵੇ ਅਸੀਂ ਉਹਨੂੰ ਕਹਿ ਦਿੰਦੇ ਹਾਂ ਇਹ ਬਾਗੀ ਹੈ, ਇਹ ਮਤਲਬ ਕਿ ਰਾਮਜ਼ਾਦਾ ਹੈ, ਇਹ ਰਾਮਦਾ ਹੈ, ਇਹ ਮਤਲਬ ਅਸੀਂ ਆਮ ਲਫ਼ਜ਼ ਇਸਤੇਮਾਲ ਕਰ ਦਿੰਦੇ ਹਾਂ, ਜਾਂ ਇਹਨੂੰ ਜਦਾਦ ਖਾਰਜ ਕਰ ਦਿੰਦੇ ਹਾਂ, ਜਾਂ ਇਹਨੂੰ ਕਹਿੰਦੇ ਹਾਂ ਬਾਤ ਕਹਿੰਦੇ ਹਾਂ ਕੁੱਤੇ ਦਾ ਪੁੱਤਰ ਹੈ, ਮਤਲਬ ਆਮ ਲਫ਼ਜ਼ 'ਚ ਆਮ ਅਸੀਂ ਜ਼ੁਬਾਨ 'ਚ ਵੀ ਲਫ਼ਜ਼ ਬੋਲ ਦਿੰਦੇ ਹਾਂ। ਲੇਕਿਨ ਉਹਨਾਂ ਵਾਸਤੇ ਜਿਹੜੇ ਉਹਦੇ ਮੁਸਤਕ ਹੁੰਦੇ ਨੇ, ਅਗਰ ਮੇਰਾ ਸਾਹਮਣੇ ਕੋਈ ਲਫ਼ਜ਼ ਸਖਤ ਬੋਲੇ ਨੇ ਤੇ ਯਕੀਨਨ ਉਹ ਅਸ਼ਖਾਸ ਇਸ ਮਤਲਬ ਕੈਟਾਗਰੀ 'ਚ ਆਉਂਦੇ ਹੋਣਗੇ। ਇਹ ਹੋ ਨਹੀਂ ਸਕਦਾ, ਉਹ ਗਾਲਾਂ ਦੇ ਲੇਕਿਨ ਇੱਕ ਆਮ ਬੰਦਾ ਸ਼ਖਸ ਜਿਹੜਾ ਨਾਰਮਲ ਸ਼ਰੀਫ ਆਦਮੀ ਹੈ ਮਤਲਬ ਉਹਦੇ ਮੁਤਲਕ ਤਾਂ ਨਹੀਂ ਹੋ ਸਕਦਾ। ਨਹੀਂ ਉਹ ਗਾਲਾਂ ਦੇ ਹੱਕਦਾਰ ਸਨ ਜਿਨ੍ਹਾਂ ਨੂੰ ਮਿਰਜ਼ਾ ਸਾਹਿਬ ਗਾਲਾਂ। ਮੈਂ ਕਿਹਾ 8ਵੀਂ ਜਿਲਦ 163 ਸਫਾ ਖੋਲੋ। ਮੈਂ ਇੱਕ ਮਿੰਟ ਜਿਲਦ ਨੰਬਰ 8 ਕਹਿ ਰਹੇ ਹੋ? ਹਾਂਜੀ। ਉਹ ਗਾਲਾਂ ਦੇ ਹੱਕਦਾਰ ਸਹੀ ਗੱਲ ਕੀਤੀ ਇਹਨਾਂ ਨੇ। ਐਵੇਂ ਕੁਰਾਨ ਜੀ 'ਚ ਲਿਖਿਆ ਉਹ ਜ਼ਨੀਮ ਦਾ ਲਫ਼ਜ਼ ਗਾਲਾਂ ਦੇ। ਸ਼ੇਖ ਸਾਹਿਬ ਇੱਕ ਮਿੰਟ ਤੁਸੀਂ ਛੁਰੀ ਥੱਲੇ ਸਾਹ ਲਓ। ਇੱਕ ਅਮਰ ਰੀਜ਼ਾ ਤੁਹਾਡੀ ਬਾਹਰ ਤੁਹਾਡੀ ਕੰਪਨੀ ਕੀ 7 ਨੰਬਰ 8 ਜਲਦੀ ਰਹਿੰਦੀ ਹੈ, ਇਹਦਾ ਸਬਰ ਮੈਂ ਕੀ ਦੱਸ ਰਹੇ ਹੋ? 163 163 जी फेर लो इंसाना ते। अस्सलाम वालेकुम रहमतुल्लाहि व बरकातहू। वालेकुम सलाम। जी आप हाँ जी बिस्मिल्लाह जी। ਇਹ ਜਿਹੜਾ ਪਹਿਰਾ ਸ਼ੁਰੂ ਹੁੰਦਾ ਹੈ ਨਾ, ਵਆਲਮ ਅੰਨ ਕੁੱਲ ਮਿਨ ਹੋਵਾ ਮਿਨ ਵਲਦੁਲ ਹਲਾਲ ਵਲੈਸ ਜ਼ੁਰਰਿਯਤੁਲ ਬਗਾਇਆ व नस्ल दज्जाल। ਇਹਦਾ ਕੀ ਤਰਜਮਾ ਥੱਲੇ ਮਿਰਜ਼ਾ ਸਾਹਿਬ ਲਿਖਿਆ? खराब औरतें हाँ जी, खराब औरतें जो वल्दुल हलाल है, आगे है और खराब औरतें खराब औरतें किदा तर्जमा कीता किहड़े लफ्ज़ दा? बगाया, ज़ुर्रियतुल बगाया दा। जी ठीक है गल, मतलब ज़ुर्रियत समझ आती है ना, ਦਿਖਾਣਾ ਇਹਨਾਂ ਨੂੰ ਕੁਛ बिल्कुल दिखाओ ज़ुर्रियत समझ आती है, मतलब बगाया उन्होंने खराब औरतें ही उन्होंने तर्जमा किया। जी ठीक हो गया। तो 16वीं जिल्द खोलो हाँ 429 सफ़ा। 16 जिल्द गल मेरे को मौजूद नहीं, मेरे ख्याल की जिल्द मेरे को मिस। ਸਾਡੀ ਸਾਹਿਬ ਇਹ ਵੀ ਵੱਡਾ ਲਾਇਓ ਸਫਾ ਜ਼ੁਰਤੁਲ ਬਗਾਇਆ ਦੇ ਹਵਾਲੇ ਆ ਗਏ ਸਾਰੇ। ਜੋ ਕਿਹਾ ਜ਼ੁਰਤੁਲ ਬਗਾਇਆ ਦੇ ਹਵਾਲੇ 16 ही आ गई। ਇਹ हजरत मैं पढ़ के सुनना सुनो। अबू हनीफा ने कहा जो शख्स हज़रत आयशा पर इल्जाम लगाए वो वल्दुज़ना है। इमाम जाफर सादिक ने कहा जो हम पर इल्जाम लगाते हैं हमारे कीदा के खिलाफ हैं, ज़ुर्रियतुल बगाया हैं। हजरत ज़ैनब किताबां जो भाव ना अपनी पर्ची शेख साहब करबला में है। शेख साहब ये सारे हवाले सुन लो। आहो ठीक है, सारे हवाले ਤੁਹਾਡੀ ਕਿਤਾਬ ਚ ਨੇ ਨਾ। नहीं हजरत ਸਾਡੀ ਗੱਲ ਤਾਂ ਸੁਣੋ ਨਾ ਸ਼ੇਖ ਸਾਹਿਬ, ਗੱਲ ਅਗਲੇ ਸਾਡੀ ਕਿਤਾਬ ਗੱਲ ਤੇ ਅਗਲੇ ਦੀ ਵੀ ਸੁਣ ਲਓ ਨਾ। ਇਮਾਮ ਅਬੂ ਹਨੀਫਾ ਦੀ ਕਿਤਾਬ ਖੋਲ ਕੇ, ਜਿਸ ਤਰ੍ਹਾਂ ਮੈਂ ਤੁਹਾਡੇ ਇਮਾਮ ਸਾਹਿਬ ਦੀ ਕਿਤਾਬ ਖੋਲ ਕੇ ਬਹਾਨਾ ਨਾ ਪਿਆ। ਆ ਦੇਖੋ ਮੰਮੀ ਲਾਈ ਆ, ਪੜੋ। ਨਹੀਂ ਤੁਸੀਂ ਆਪਣੀ ਪਾਕਟ ਬੁੱਕ ਖੋਲੀ ਏ, ਇਹ ਇਮਾਮ ਸਾਹਿਬ ਦੀ ਕਿਤਾਬ ਨਹੀਂ ਹੈ। ਪਾਕਟ ਬੁੱਕ ਨਹੀਂ ਆ ਹਜ਼ਰਤ, ਜੇ ਨਾ ਗੱਲ ਹੋਵੇ ਤੇ ਓਹੋ ਹੈਲੋ ਸ਼ੇਖ ਸਾਹਿਬ, ਤੁਸੀਂ ਇਹ ਕਿਤਾਬ ਕਿਹੜੀ ਖੋਲੀ? ਇਹਦਾ ਕਿਹੜੀ ਕਿਤਾਬ ਵਿੱਚੋਂ ਪੜ੍ਹ ਰਹੇ ਹੋ? ਇਹ ਮੇਰੇ ਅੱਬਾ ਜੀ ਨੇ ਲਿਖੀ ਆ। ਆ ਕਿਤਾਬ ਆ ਸਾਡੀ ਆਪਣੀ ਆ। ਉਹਨਾਂ ਨੇ ਵੀ ਇੱਕ ਕਿਤਾਬ ਲਿਖੀ ਸੀ, ਇਹਨਾਂ ਦੇ ਅੱਬਾ ਜੀ ਦੀ ਲਿਖੀ ਕਿਤਾਬ। ਹਵਾਲੇ ਉਹਨਾਂ ਦੇ ਆ ਹਦੀਸਾਂ ਦੇ। ਸ਼ੇਖ ਸਾਹਿਬ ਤੁਸੀਂ ਆਪਣੇ ਅੱਬਾ ਜੀ ਤੇ ਤਬਾਰ ਕਰੋ, ਤੁਸੀਂ ਉਹਨਾਂ ਦੇ ਪੁੱਤਰ ਹੋ। ਨਹੀਂ ਸੁਣ ਲਓ ਨਾ। ਇੱਕ ਮਿੰਟ ਅਮਰਜੀਤ ਸਾਹਿਬ, ਠੀਕ ਹੈ ਹੁਣ ਅਬੂ ਹਨੀਫਾ ਦਾ ਤੁਹਾਨੂੰ ਹਵਾਲਾ ਦੇ ਦੇਣੇ। ਸ਼ੇਖ ਸਾਹਿਬ ਇਮਾਮ ਅਬੂ ਹਨੀਫਾ ਦੀ ਕਿਤਾਬ ਲੈ ਆਵੋ ਤੇ ਫਿਰ ਵਾਲਾ
जो शख्स हताशा पर इल्जाम ਫਿਰ ਮੈਂ लगाए ਉਹ ਗੱਲ ਕਰਨਾ ਨਾ, ਐਵੇਂ ਝੂਠ ਨਾ ਉਹਨਾਂ ਦੇ ਮੱਥੇ नहीं ਮਰੀ नहीं ਜਾਵੋ। ये 100% ਉਹ 100% ਤੁਹਾਡੀ ਗੱਲ ਤੇ ਕੌਣ ਪਿਆ ਇਤਬਾਰ ਕਰਦਾ 100% ਤੇ? ਮੈਂ ਤੁਹਾਡੀ जीपीटी से पूछ लो ਮੈਂ ਤੁਹਾਡੀ ਕਿਤਾਬ हवाला ला लो ਸ਼ੇਖ ਸਾਹਿਬ, ਮੈਂ ਤੁਹਾਡੀ ਕਿਤਾਬ ਤੁਹਾਡੇ ਅੱਗੇ ਧਰੀ ਹੈ ਨਾ, ਤੁਸੀਂ ਆਖੋ ਮੈਂ ਝੂਠ ਮਾਰਨਾ ਪਿਆ। सेकंड दियो शेख जी इमाम 30 अबू सेकंड दियो हनीफा, आमर इमाम जाफर नज़ीर साहब सादिक। गल सुनो ਚਲੋ ਜੀ, ਹਾਂ ਰਾਸ਼ਦ ਸਾਹਿਬ ਆ ਗਏ ਨੇ। 30 ਸੈਕਿੰਡ ਦੇ ਦਿਓ। हाँ जी हुन गल करन दियोगे तो 30 सेकंड शुरू तो खत्म होंगे ना। अच्छा मैंने भी मिनट देना है हजरत आयशा रजी अल्लाह ताला अन्हा पर तोहमत लगाता है, ਤੁਸੀਂ ਉਹਨੂੰ ਕੀ ਸਮਝਦੇ ਜੇ? ਇਹ ਫਿਲਹਾਲ ਸਾਡਾ ਟੌਪਿਕ बिल्कुल सही है वो सही ਸਾਡਾ है ਟੌਪਿਕ ਇਹ ਵੇ ਇਹ ਜਿਹੜਾ कुरान जी च भी यही लिखिया ਉਹ ਬਾਈ ਕੁਰਾਨ ਮਜੀਦ ਚ ਕਿਰੇ ਦੀ ਲਿਖਿਆ, ਉਹ ਗੱਲ ਸੁਣੋ ਸ਼ੇਖ ਸਾਹਿਬ, ਜੇ ਕੁਰਾਨ ਮਜੀਦ ਚ ਲਿਖਿਆ ਤੇ ਤੁਸੀਂ ਕੁਰਾਨ ਮਜੀਦ ਖੋਲੋ, ਐਤ ਖੋਲੋ, ਮੈਂ ਮੰਨਾਂਗਾ ਲਿਖਿਆ। ਇਹ ਜ਼ਮੀਨ ਜੋ ਤੁਸੀਂ ਖੋਲਿਆ ਤੁਹਾਡੇ ਆਪਣੇ ਅੱਬਾ ਜੀ ਦੀ ਕਿਤਾਬ, ਤੁਹਾਡੇ ਵੱਧ ਹੁਜਤ ਤੇ ਮੇਰੇ ਵੱਧ ਹੁਜਤ। हवाले ਨਹੀਂ, ਉਹ दिते ਜਿਹੜਾ आ ਤੁਹਾਨੂੰ हवाले ਹਵਾਲੇ दिते ਦੇ आ ਰਹੇ ਨੇ ਤੇ ਹਵਾਲਾ ਤੁਹਾਡੇ ਵਾਸਤੇ ਯਾਰ ਹਵਾਲੇ ਗਲਤ ਨੇ ਨਾ, ਮੈਂ ਨਹੀਂ ਮੰਨਦਾ ਇਹਨਾਂ ਵਾਲਿਆਂ ਨੂੰ। ਜੇ ਗਲਤ ਹੋਣਾ ਤੁਸੀਂ ਉਹ ਕਿਤਾਬਾਂ ਸੁਣਦੇ ਮੈਂ ਤੁਹਾਡੀਆਂ ਕਿਤਾਬਾਂ ਤੁਹਾਡੇ ਅੱਗੇ ਧਰੀਆਂ ਨੇ, ਤੁਸੀਂ ਕਿਹੜੀ ਤੁਸੀਂ ਆਪਣੀ ਲਿਖੀ ਕਿਤਾਬ ਤੇ ਮੇਰੇ ਅੱਗੇ ਧਰਦੇ ਹੋ। ਆ ਦੇਖੋ ਕੱਢ ਲੋ ਇਮਾਮ ਅਬੂ ਹਨੀਫਾ ਤੂੰ ਕੱਢ ਲਾ, ਮੈਂ ਇਮਾਮ ਅਬੂ ਹਨੀਫਾ ਨੇ ਕਿਤਾਬ ਲਿਖੀ ਕੋਈ ਨਹੀਂ, ਝੂਠ ਮਾਰਨ ਲੱਗੇ ਹੋ। ਉਹ ਆਈ ਤੋਂ ਕਹੋ ਜੀਪੀਟੀ ਨੂੰ ਇਮਾਮ ਅਬੂ ਹਨੀਫਾ ਦੇ ਹੱਥ ਦੀ ਲਿਖੀ ਕੋਈ ਜੀਪੀਟੀ ਨੂੰ ਕਿਤਾਬ ਆਈ ਨੂੰ ਪੁੱਛ ਲੋ ਸ਼ੇਖ ਸਾਹਿਬ, ਇਮਾਮ ਅਬੂ ਹਨੀਫਾ ਰਹਿਮਤੁल्लाह ਅਲੈਹ ਦੇ ਹੱਥ ਦੀ ਲਿਖੀ ਕੋਈ ਕਿਤਾਬ ਦੁਨੀਆ ਦੇ ਉੱਤੇ ਨਹੀਂ ਹੈ। ਨਹੀਂ ਹਵਾਲਾ ਉਹਨਾਂ ਦੇ ਹਵਾਲਾ ਕਿੱਥੋਂ ਦਾ ਰਾਮਣਾ, ਜਦੋਂ ਉਹਨਾਂ ਲਿਖੀ ਕੋਈ ਜਦੋਂ ਉਹਨਾਂ ਕਿਤਾਬ। ਲਿਖੀ ਨਹੀਂ ਤੇ ਵਾਲਾ ਨਹੀਂ ਕਿੱਥੋਂ ਆਉਣਾ? ਉਹਨਾਂ ਨੇ ਇਹ ਕਿੱਥੋਂ ਆ ਗਿਆ ਆਈ ਨੂੰ ਪੁੱਛੋ ਹਾਂ ਇਮਾਮ ਜਾਫਰ ਸਾਦਿਕ ਨੇ ਕਹਾ ਉਹ ਫੇਰ ਉਹੀ ਗੱਲ ਹੈ। ਉਹ ਹੈਲੋ ਸ਼ੇਖ ਸਾਹਿਬ, जो हम पर ਉਹ ਸ਼ੇਖ ਸਾਹਿਬ ਪਹਿਲਾਂ हमारे ਸ਼ੇਖ ਸਾਹਿਬ ਔਰ ਸ਼ੇਖ ਸਾਹਿਬ ਜ਼ਬਾਨੀ ਹਲੇ ਇਹਨੂੰ ਭੁੱਲ ਜਾਓ, ਇਹ ਹਵਾਲਾ ਕਿਸ ਤਰ੍ਹਾਂ ਪੇਸ਼ ਕਰੀਦਾ ਇਹ ਗੱਲ ਸਿੱਖ ਲਓ ਤੱਕ। ਇਹ ਮੈਂ ਦੱਸ ਦਿਆਂ ਆਈ ਨੂੰ ਪੁੱਛ ਲਓ ਜੀਪੀਟੀ ਨਹੀਂ ਉਹ ਠੀਕ ਹੈ, ਇਹ ਠੀਕ ਨੇ, ਸਾਰੇ ਹਵਾਲੇ ਸਹੀ ਨੇ। ਆਈ ਨੂੰ ਪੁੱਛ ਇੱਕ ਗੱਲ ਹੁਣ ਸੁਣ ਲਓ ਜ਼ਰਾ, ਗੱਲ ਇਹ ਹੁੰਦੀ ਹੈ, ਇਹ ਤੁਹਾਡੇ ਅੱਬਾ ਜੀ ਨੇ ਜਿਹੜੀ ਕਿਤਾਬ ਲਿਖੀ ਇਹਦਾ ਨਾਂ ਕੀ ਹੈ? ਇਹ ਉਹਨਾਂ ਨੇ ਲਿਖਿਆ ਉਹਦਾ ਨਾਂ ਰੱਖਿਆ ਜੀ ਉਹਨਾਂ ਨੇ ਆ ਦੇਖੋ ਨਾਂ ਰੱਖਿਆ इल्मी ਹਾਂਜੀ यादाश्त इल्मी याददाश्तें आम तबलीगी हवाला जात और मुतरफ शेख अब्दुल लतीफ साहब मरहूम हाँ जी ਇਹ ਮੌਲਵੀ थले के लिखे है मोहम्मद अहमद ਅਸਲ ਕੀਤੀ ਸੀ ਮੌਲਵੀ ਦੀ शिराज। ਹਾਂਜੀ ओ अच्छा अच्छा अच्छा, ये रबी साहब आमिर शिराज ਉਹਨਾਂ ਨੇ ਤਾਹਿਰ ਸ਼ਿਰਾਜ਼। ਉਹਨਾਂ ਨੇ ਇਹਦੀ ਜਿਹੜੇ ਅੱਬੇ ਦੇ ਹਵਾਲੇ ਸੀ ਨਾ ਇਹ ਤੁਹਾਡੇ ਰਿਸ਼ਤੇਦਾਰ ਨੇ ਜਿਹੜੇ ਤਾਹਿਰ ਸ਼ਿਰਾਜ਼ ਨੇ? ਤਾਹਿਰ ਸ਼ਿਰਾਜ਼ ਸਾਹਿਬ ਨੇ ਉਹ ਹਵਾਲੇ ਸਿੱਧੇ ਕੀਤੇ ਸੀ ਨਹੀਂ ਨਹੀਂ, ਤਾਹਿਰ ਸ਼ਿਰਾਜ਼ ਨੂੰ ਆਮਰ ਸ਼ਿਰਾਜ਼ ਲਿਖ ਦਿੱਤਾ ਹੈ। ਤਾਹਿਰ ਸ਼ਿਰਾਜ਼ ਤੁਹਾਡੇ ਰਿਸ਼ਤੇਦਾਰ ਨੇ? ਜੀ ਜੀ ਇਹ ਕਿੱਥੇ ਨੇ ਅੱਜ ਕੱਲ? ਇਹ ਅੱਜ ਕੱਲ ਬਹੁਤ ਦੂਰ ਨੇ ਤੁਸੀਂ ਅਗਲੀ ਗੱਲ ਕਰੋ ਨਹੀਂ ਮਤਲਬ ਬਤੌਰ ਮਰਬੀ ਕੰਮ ਕਰ ਰਹੇ ਨੇ? ਨਹੀਂ ਉਹ ਛੱਡੋ ਤੁਸੀਂ ਇਹ ਗੱਲਾਂ ਛੱਡੋ ਤੁਸੀਂ ਅਸਲ ਗੱਲ ਜਿਹੜੀ ਆ ਉਹ ਦੇਖੋ ਨਹੀਂ ਇਹ ਤੁਹਾਡੇ ਭਾਈ ਨੇ? ਨਹੀਂ ਨਹੀਂ ਸਾਡੇ ਅਜ਼ੀਜ਼ ਹੀ ਨੇ ਅੱਛਾ ਜੀ ਜੀ, ਤੁਸੀਂ ਮੁਰੀਦ ਕਿੱਥੋਂ? ਜੀ 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 ਠੀਕ ਹੈ। ਤੁਸੀਂ ਵੀ ਉੱਥੇ ਦੇ ਸ਼ੇਖ ਸ਼ਾਹਿਦ ਸਾਹਿਬ ਨੂੰ ਵੀ ਜਾਣਦੇ ਹੋ? ਅਸੀਂ ਸਾਰਿਆਂ ਨੂੰ ਜਾਣਦੇ ਹਾਂ ठीक हो गया, ठीक, अच्छी बात है। ਇਹ ਹਵਾਲੇ ਬਿਲਕੁਲ 100% ਮੈਂ ਜਿਹੜੀ ਨਾ ਤੁਹਾਡੀ ਗੱਲ ਤੇ ਇਤਬਾਰ ਤੇ ਕੋਈ ਨਾ ਸ਼ੇਖ ਸਾਹਿਬ, ਮੁਖਾਲਫ ਨੂੰ ਤੁਹਾਡੀ ਗੱਲ ਤੇ ਇਤਬਾਰ ਕਰਨਾ ਕੋਈ ਜ਼ਰੂਰੀ ਹੈ। ਮੈਂ ਤੇ ਕਿਹਾ ਅਸੀਂ ਹਵਾਲਾ ਦੇਾਂਗੇ ਸ਼ੇਖ ਹਵਾਲਾ ਸਾਹਿਬ ਹਵਾਲਾ ਦਿਓ, ਇਮਾਮ ਅਬੂ ਹਨੀਫਾ ਦੀ ਕਿਤਾਬ ਲਿਓ। ਅਸੀਂ ਹਵਾਲਾ ਦੇਣਾ ਨਾ ਕਿੱਥੇ ਲਿਖਿਆ ਉਹ ਤੁਹਾਡੀ ਲਿਖੀ ਕਿਤਾਬ ਹੈ ਸ਼ੇਖ ਸਾਹਿਬ। ਨਹੀਂ ਉਹਨਾਂ ਨੇ ਹਵਾਲੇ ਜਿਹੜੇ ਦੇਖੋ ਕੁਰਾਨ ਹਦੀਸ ਦੇ ਹਵਾਲੇ ਹੁੰਦੇ ਆ ਨਹੀਂ 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 ਨਹੀਂ, ਹਵਾਲਾ ਕਿਤਾਬ ਚ ਦੇਈਦਾ ਅਸਲ ਚ, ਇੰਜ ਨਹੀਂ ਹਵਾਲਾ ਦੇਈਦਾ। ਅਸਲ ਵੀ ਦੇ ਦਿਆਂਗੇ। ਅੱਛਾ ਮੇਰੀ ਗੱਲ ਸੁਣੋ, ਮੈਂ ਜ਼ਬਾਨੀ ਕਹਿ ਦਵਾਂ ਕਿ ਮਿਰਜ਼ਾ ਸਾਹਿਬ ਨੇ ਰੂਹਾਨੀ ਖਜ਼ਾਨੇ ਦੀ ਪਹਿਲੀ ਜਿਲਦ ਹੈ ਲਿਖਿਆ, ਦੂਜੀ ਚਾਹ ਲਿਖਿਆ, ਤੀਜੀ ਚਾਹ ਲਿਖਿਆ, ਤੇ ਕਿਤਾਬ ਮੈਂ ਪੇਸ਼ ਹੀ ਨਾ ਕਰਾਂ ਤੇ ਤੁਸੀਂ ਮੰਨ ਲਓ ਤੇ ਇਤਬਾਰ ਕਰ ਲਓ ਤੇ ਦੇਖੋ ਜੇ ਸੱਚੀ ਗੱਲ ਆ ਤੇ ਅਸੀਂ ਮੰਨ ਲਾਂਗੇ। ਕਿਸ ਤਰ੍ਹਾਂ ਪਤਾ ਲੱਗੇਗਾ? ਤੁਹਾਡਾ ਫੇਰ ਨਹੀਂ ਸਾਡੀ ਮੁਲਾਕਾਤ ਹੋਣੀ। ਨਹੀਂ, ਕਿਸ ਤਰ੍ਹਾਂ ਪਤਾ ਲੱਗੇਗਾ ਵੀ ਸੱਚੀ ਗੱਲ ਹੈ? ਉਹ ਮੈਂ ਤੇ ਕਿਹਾ ਹੁਣੇ ਜੀਪੀਟੀ ਨੂੰ ਪੁੱਛ ਲਓ, ਆਈਫੋਨ ਕਰ ਜੀਪੀਡੀ ਕੀ ਪੁੱਛੀਏ? ਜੀਪੀਡੀ ਵਿੱਚ ਦੱਸਦੀ ਇਹੀ ਹਵਾਲਾ ਦਿਓ ਕਿ ਮਾਂ ਕਿਹਾ ਮਾਨ ਸਾਹਿਬ ਦੇ ਹੱਥ ਦੀ ਲਿਖਿਆ ਲਿਖੀ ਕਿਤਾਬ ਹੀ ਕੋਈ ਨਹੀਂ। ਮੈਂ ਮੇਰੀ ਗੱਲ ਸੁਣੋ ਨਾ, ਮੇਰੀ ਗੱਲ ਸੁਣੋ ਤੁਸੀਂ। ਇੱਕ ਮਿੰਟ ਦਿਓ ਪਹਿਲਾਂ ਮੈਨੂੰ। जी जी, ਤੁਸੀਂ ਇਹਨਾਂ ਨਾਲ ਗੱਲ ਕਰਕੇ ਮੈਂ ਪੜ੍ਹ ਕੇ ਸੁਣਾਉਣਾ ਚਾਹੁੰਦਾ ਹਵਾਲੇ। ਨਹੀਂ ਪੜ੍ਹ ਕੇ ਅਸਾਂ ਸੁਣਨਾ ਹੀ ਨਹੀਂ, ਅਸੀਂ ਅਸਲ ਕਿਤਾਬ ਵੇਖ, ਮੈਂ ਤੁਹਾਡੇ ਕੋਲ ਅਸਲ ਕਿਤਾਬ ਰੱਖੀ ਹੈ। ਮੈਂ ਤੁਹਾਨੂੰ ਇਹ ਕਿਹੜੇ ਬਜ਼ੁਰਗ ਨੇ ਇਹ ਜਿਹੜੀ ਤਸਵੀਰ ਦਿਖਾਈ ਤੁਸੀਂ? ਇਹ ਮੇਰੇ ਵਾਲਦ ਸਾਹਿਬ ਹੀ ਸਨ। ਵਾਹ ਅੱਛਾ, ਇਹਨਾਂ ਦਾ ਕੀ ਇਸ ਮੁਬਾਰਕ ਹੈ ਇਹਨਾਂ ਦਾ? ਇਹਨਾਂ ਦਾ ਨਾਮ ਸੀ ਹਾਜੀ ਸ਼ੇਖ ਅਬਦੁਲ ਲਤੀਫ ਹਾਜੀ ਸਾਹਿਬ। ਸਾਹਮਣੇ ਕਰੋ ਹਾਂ ਉਹਨਾਂ ਦੀ ਫੋਟੋ, ਮੱਕੇ ਮਦੀਨੇ ਸੀ। ਸਾਹਮਣੇ ਕਰੋ ਹਾਂ। ਚਲੋ ਸਹੀ ਹੈ। ਇਹ ਉਹ ਸਾਹਬੀ ਸਨ ਜਿਨ੍ਹਾਂ ਮਿਰਜ਼ਾ ਸਾਹਿਬ ਮੰਨਿਆ ਸੀ।
ਸਾਡੇ ਪਹਿਲੇ ਸਾਹਮਣੇ ਉਹਨਾਂ ਕਰੋ ਇਹਨਾਂ ਦਾ ਇਹਨਾਂ ਦਾ ਕੀ ਨਾਂ ਹੈ ਬਜ਼ੁਰਗਾਂ ਦਾ ਜਿਨ੍ਹਾਂ ਪਹਿਲੇ? ਸ਼ੇਖ ਰਹਿਮਤੁल्लाह ਸਾਹਿਬ, ਇਹ ਮਿਰਜ਼ਾ ਸਾਹਿਬ ਦੇ ਸਾਬੀ ਸਨ, ਇਹ ਸਾਡੇ ਵਾਲਿਦ ਸਾਹਿਬ, ਅੱਛਾ। ਇਹ ਕਾਦੀਆਂ ਦੇ ਸਨ। ਹੂੰ ਤੇ ਇਹ ਜੋ ਤੌਣ ਪਈ ਹੈ ਨਾ, ਮੇਰੇ ਦਾਦਾ ਜੀ ਦੇ ਭਰਾ ਸੀ, 4-5 ਸਾਰੇ ਮਰ ਗਏ ਸੀ, ਮੇਰੇ ਦਾਦਾ ਜੀ ਇਕੱਲੇ ਅਹਿਮਦੀ ਸੀ। ਮਿਰਜ਼ਾ ਸਾਹਿਬ ਨੇ ਕਿਹਾ ਸੀ ਜਿਹੜਾ ਤੌਣ ਜੋ ਅਹਿਮਦੀ ਬਚਣਗੇ, ਤੌਣੀ ਉਹ ਬੜੀ ਤੌਣ ਚ ਜਿਹੜੇ ਡਰਾ ਕੇ ਕੀਤੇ ਐਮਦੀ ਨਾ, ਤੌਣ ਦਾ ਡਰਾਵਾ। ਅੱਛਾ ਨਹੀਂ, ਡਰਾਵਾ ਨਹੀਂ, ਗੱਲ ਸੁਣੋ ਸ਼ੇਖ ਸਾਹਿਬ ਗੱਲ ਸੁਣੋ ਮੇਰੀ। ਤੁਸੀਂ ਕਿਤਾਬ ਚੋਂ ਅਸਲ ਹਵਾਲਾ ਕਿਤਾਬ ਚ ਪੇਸ਼ ਕਰਨਾ ਹੈ। ਉਹ ਪਾਕਟ ਬੁੱਕ ਕਿੱਥੇ ਰੱਖੀ ਜੇ? ਪਾਕਟ ਬੁੱਕ ਉਹ ਮੇਰੀ ਦੁਕਾਨ ਤੇ ਪਈ ਆ। ਅੱਛਾ, ਘਰ ਇਹ ਰੱਖੀਏ ਤੇ ਦੁਕਾਨ ਤੇ ਪਾਕਟ ਬੁੱਕ ਰੱਖੀ ਹੈ। ਇਹ ਵੇਖੋ ਤੁਸੀਂ ਸ਼ੇਖ ਸਾਹਿਬ ਦਾ ਪ੍ਰੋਗਰਾਮ ਵੇਖੋ। ਆਹੋ, ਉਹ ਮੈਨੂੰ ਜ਼ੁਬਾਨੀ ਯਾਦ ਹੋ ਗਈ, ਉਹ ਪਾਕਟ ਬੁੱਕ ਮੈਂ ਜ਼ੁਬਾਨੀ ਯਾਦ ਕਰ ਸ਼ੇਖ ਸਾਹਿਬ ਮੈਂ ਤੁਹਾਨੂੰ ਜਿਹੜੀ ਕਿਤਾਬ ਵਹਾਈ ਹੈ ਨਾ, ਮੈਂ ਸਫਾ ਬਲਕਿ ਮੈਂ ਆਖਿਆ ਨਜ਼ੀਰ ਸਾਹਿਬ ਨੂੰ ਕਿ ਤੁਸੀਂ ਆਪ ਖੋਲੋ ਤੇ ਉਹਨਾਂ ਨੇ ਤੁਹਾਡੇ ਸਾਹਮਣੇ। ਅੱਛਾ ਸ਼ੇਖ ਸਾਹਿਬ, ਅੱਛਾ ਨਜ਼ੀਰ ਸਾਹਿਬ ਖੋਲੋ 16ਵੀਂ ਜਿਲਦ ਤੇ 483 ਸਫਾ 163 16ਵੀਂ ਜਿਲਦ ਖੋਲੀ ਜੇ ਨਜ਼ੀਰ ਸਾਹਿਬ। ਸੁਭਾਨ ਅੱਲਾਹ। ਉਹ ਖੋਲ ਲੈਂਦੇ ਨੇ ਆਮਨ ਨਜ਼ੀਰ ਸਾਹਿਬ ਉਹ ਜਿਲਦ। ਮੈਨੂੰ ਵੀ ਮੇਰੀ ਕਿਤਾਬ ਖੁਲਵਾਓ ਨਾ, ਮੈਨੂੰ ਵੀ ਆਖੋ ਵੀ ਤੂੰ ਇਹ ਕਿਤਾਬ ਖੋਲ। ਯਾਰ ਨਹੀਂ ਤੇ ਤੁਸੀਂ ਖੋਲ ਕੇ ਦਿਖਾ ਦਿਓ। ਸਵਾਲ ਪੁੱਛਿਆ ਕਿ ਜਿਹੜੇ ਲੋਕ ਤੋਮਤ ਲਾਉਂਦੇ ਨੇ ਉਹਨਾਂ ਨੂੰ ਤੁਸੀਂ ਕੀ ਸਮਝਦੇ? ਭਾਈ ਜਿਹੜੇ ਤੋਮਤ ਲਾਉਂਦੇ ਨੇ ਉਹਨਾਂ ਨੂੰ ਗਾਲਾਂ ਤੇ ਨਹੀਂ ਨਾ ਕੱਢੀ ਦੀਆਂ। ਨਹੀਂ ਜਗ੍ਹਾ ਨਹੀਂ ਤੇ ਉਹਨਾਂ ਨੂੰ ਫੁੱਲਾਂ ਦੇ ਹਾਰ ਵੀ ਨਹੀਂ ਪਾਏ ਜਾ ਸਕਦੇ। ਅੱਛਾ, ਮੈਨੂੰ ਹੁਣ 1 ਮਿੰਟ ਦਿਓ। ਜਿਹੜੇ ਤੋਮਤਾਂ ਲਾਉਂਦੇ ਨੇ, ਤੋਮਤ ਦੀ ਸਜ਼ਾ ਹੁਣ ਮੇਰੀ ਵਾਰੀ ਹੈ। ਸ਼ਰੀਅਤ ਨੇ 80 ਕੋਲੇ ਰੱਖੀ ਏ, ਗਾਲਾਂ ਨਹੀਂ ਰੱਖੀ ਹੈ। ਅੱਛਾ ਆਪਣਾ ਸ਼ਰੀਅਤ ਨੇ ਕੀ, ਇਸਲਾਮੀ ਸ਼ਰੀਅਤ ਨੇ ਤੋਮਤ ਦੀ ਸਜ਼ਾ ਕੀ ਰੱਖੀ ਕਜ਼ਫ ਦੀ? ਉਹ ਤਾਂ ਕੋੜੇ ਹੀ ਨੇ ਨਾ, ਕੋੜੇ ਨੇ ਨਾ। ਤੇ ਸ਼ਰੀਅਤ ਨੇ ਕਿਉਂ ਨਹੀਂ ਆਖਿਆ ਤੁਸੀਂ ਉਹਨਾਂ ਦੀ ਮਾਂ ਭੈਣ ਇੱਕ ਕਰ ਦਿਓ, ਉਹਨਾਂ ਜ਼ੁਰੀਅਤੁਲ ਬਗਾਇਆ ਆਖੋ? ਅੱਛਾ 1 ਮਿੰਟ ਮੇਰੀ ਗੱਲ ਸੁਣ ਲਓ। ਯਾਰ ਇੱਕ ਬੰਦਾ ਗੱਲ ਕਰੋ ਨਾ, ਇੱਕ ਅੱਛਾ ਇੱਕ ਕਰ हजरत ज़ैनब ने वसीला किया, हुसैन करबला में है, कतील औलाद बगाया ने कत्ल किया, कतील औलाद दे बगाया ने ਭਾਈ ਇਹ कत्ल ਕੋਲੋਂ ਕਹਾਣੀਆਂ ਨਾ ਸਾਨੂੰ ਸੁਣਾਓ ਤੁਸੀਂ। नहीं ਕਿਤਾਬ सारे हवाले हैगे आ। ਉਹ ਭਾਈ ਹੈਗੇ ਆ ਤੇ ਕਿਤਾਬ ਲਿਆਓ। वो मैं तो ਤੁਹਾਨੂੰ ਕਿਹਾ, ਤੁਹਾਨੂੰ ਦੱਸਾਂ, ਇਮਾਮ ਅਬੂ ਤੁਹਾਡੀ ਹਨੀਫਾ ਕਿਤਾਬ ਨੇ ਅਸੀਂ ਨਹੀਂ, ਮੈਂ ਕਹਾ ਦੱਸਿਆ ਨੇ ਇਹ ਗਲਤ ਹੈ, ਸਾਰਾ ਝੂਠ ਹੈ, ਮੈਂ ਨਹੀਂ ਮੰਨਦਾ। ਸਾਰਾ ਤੁਹਾਡੀ ਸੱਚ ਆ, ਇੱਕ ਲਫ਼ਜ਼ ਦੀ ਉਹ ਗਲਤ ਭਾਈ ਨਹੀਂ। ਤੁਸੀਂ ਪੇ ਆਖੋ ਸ਼ੇਖ ਸਾਹਿਬ ਸੱਚ ਹੈ। ਅਗਰ ਪੇਸ਼ ਕਰਨਾ ਹੈ ਤਾਂ ਸਾਡੀ ਕਿਤਾਬ ਇਹ ਪੇਸ਼ ਤੁਹਾਨੂੰ ਕਰੋ। ਦੇਾਂਗੇ ਨਹੀਂ ਨਹੀਂ ਇਨਸ਼ਾਅੱਲਾ, ਤੁਹਾਨੂੰ ਅਗਲੀ ਵਾਰੀ ਫਿਰ ਮਿਲਣਾ ਹੀ ਨਹੀਂ ਹੋਣਾ ਸ਼ੇਖ ਸਾਹਿਬ। ਮੈਂ ਤੁਹਾਨੂੰ ਫਿਰ ਰੂਹਾਨੀ ਖਜ਼ਾਇਨ ਦੀ 16ਵੀਂ ਜਿਲਦ ਤੇ 163 ਸਫਾ ਪਿਆ ਨਾ, ਉਹ ਖੋਲੋ। ਉਹ ਜਿਹੜੀ ਅਗਲਾ ਸਫਾ ਪੂਰਾ ਪੜੋ। ਉਹ ਅੱਛਾ ਅਗਲਾ ਪੜ ਕੇ ਦੱਸ ਛੜੋ ਵੀ ਮਿਰਜ਼ਾ ਸਾਹਿਬ ਨੇ ਜ਼ੁਰੀਅਤੁਲ ਬਗਾਇਆ ਦਾ ਤਰਜਮਾ ਕੀ ਕੀਤਾ ਹੈ। 3-4 ਹਵਾਲੇ ਮੈਂ ਤੁਹਾਨੂੰ ਪੇਸ਼ ਕੀਤੇ ਨੇ। ਮੈਂ ਤਾਂ ਤੁਹਾਨੂੰ ਇਹਨਾਂ ਦੱਸਦਾ। 4 ਹਵਾਲਿਆਂ ਚ ਨਜ਼ੀਰ ਸਾਹਿਬ ਤੁਸੀਂ ਦੱਸੋ ਵੀ ਮਿਰਜ਼ਾ ਸਾਹਿਬ ਨੇ ਬਗਾਇਆ ਦਾ ਮੈਂ ਕੀ ਕੀਤਾ ਹੈ। ਮਤਲਬ ਉਹ ਦੇਖੋ ਨਾਜ਼ਮ ਥੱਲੇ ਤੇ ਬਦਕਾਰ ਔਰਤੀ ਲਿਖਿਆ ਨਾ, ਬਦਕਾਰ ਸ਼ਾਬਾਸ਼। ਤੇ ਮਾਂ ਬਾਪੂ ਨੇ ਸਾਨੂੰ ਕੀ ਗਿਆ? ਹੁਣ ਜਿਹੜਾ ਬੰਦਾ ਇੱਥੇ ਪਿਆਂਦਾ ਸੀ ਕਿ ਅੱਛਾ ਆਪਣਾ ਅਮਰਜੀਤ ਸਾਹਿਬ, ਮੈਂ ਸਫਾ ਨੰਬਰ 163 ਹੀ ਹੈ ਨਾ? ਹਾਂਜੀ 16ਵੀਂ ਜਿਲਦ 163 ਜੀ। ਖੁਤਬਾ ਇਲਾਮੀਆ, ਹਾਂਜੀ ਦੱਸੋ ਜੀ ਕਿੱਥੋਂ ਪੜ੍ਹਨਾ ਹੈ? 16ਵੀਂ ਜਿਲਦ 163 ਖੋਲਿਆ ਜੇ? ਨਹੀਂ 429 ਸੌਰੀ ਆਖਿਆ ਸੀ। 429? ਹਾਂਜੀ ਹਾਂਜੀ ਇਹ ਵੀ ਅਰਬੀ ਚ ਹੁਜਤੁਨ ਨੂਰ 429 ਆ ਗਿਆ ਜੀ। ਜੀ ਆ ਗਿਆ। ਇਹ ਥਲਿਓਂ ਤਾਂ ਚੌਥੀ ਲਾਈਨ ਤੱਕ ਲੋ, ਤੀਜੀ ਥਲਿਓਂ ਸਫੇ ਦੇ ਥਲਿਓਂ ਸ਼ੁਰੂ ਕਰੋਗੇ ਨਾ। ਫਲਾ ਸ਼ੱਕ ਇਨਲ ਬਗਾਇਆ ਜੀ। ਕਦ ਇਹ ਕਰੀ। ਵੀ ਫਾਰਸੀ ਚ ਨਾ? ਹਾਂਜੀ ਕੀ ਅਰਬੀ ਚ ਹੈ, ਥੱਲੇ ਫਾਰਸੀ ਉੱਤੇ ਅਰਬੀ। ਅਮਨ ਪਤਾ ਹੈ ਫਾਰਸੀ ਤਰਜਮਾ ਹੋਏ ਹੈ। ਫਲਾ ਸ਼ਕਨ ਬਗਾਇਆ ਕਦ ਹਰਬਨਲ ਬਲਦਲ ਨਾ ਬਰਬਰ। ਇਹਦੇ ਚ ਪਸ ਹੇਚ ਨੇਸਤ ਕੇ ਜ਼ਨਾਨੇ ਫਾਸ਼ਾ ਮਲਕ ਮਾਰਾ ਖਰਾਬ, ਪਰ ਉਹਦੇ ਚ ਵੀ ਫਾਰਸੀ ਚ ਹਾਂ ਇਨਲ ਬਗਾਇਆ ਦਾ ਕੀ ਮੈਨਾ ਕੀਤਾ ਮਿਰਜ਼ਾ ਸਾਹਿਬ ਨੇ? ਜ਼ਨਾਨ ਚ ਹੋ ਗਿਆ ਔਰਤ, ਤੇ ਫਾਸ਼ਾ ਬਦਕਾਰ ਔਰਤ। ਬਦਕਾਰ ਔਰਤ। ਇਹਦੇ ਤੋਂ ਪਿਛਲਾ ਸਫਾ ਖੋਲੋ ਹਵਾਲਾ 428। ਖੋਲਿਆ ਜੀ, ਖੋਲਿਆ। ਇਹਦੇ ਚ ਹਾਂਜੀ ਆ ਗਿਆ ਕੱਲ ਬਗਾਇਆ। ਕੱਲ ਬਗਾਇਆ ਕੀ ਮੈਨਾ ਲਿਖਿਆ ਮਿਰਜ਼ਾ ਸਾਹਿਬ ਨੇ? ਇਹ ਵੀ ਫਾਰਸੀ ਹੈ ਤਰਜਮਾ। आज चलाकी दारेशा याफ्ता मेशुद, मेशुद या मेशवद, मेशुद
ਹਾਂਜੀ नहीं ये तो मुगन्नियात है लफ्ज, ये बगाया नहीं है। ਕਿਹੜਾ ਉਹਨੀ ਪਹਿਲੀ ਲਾਈਨ ਬਗਾਇਆ, ਕੱਲ ਬਗਾਇਆ। अच्छा इल्ला हाजिल बगिए व यकूलुल आखिर नहीं देखो ना 1 2 3 4 5 6 7ਵੀਂ ਲਾਈਨ है। 7वीं लाइन है। हाँ जी, कल बगाया नू। ਹਾਂ ਨौ कल बगाया नौ मिनल जलादा। हम जो जनाने बाजारी हाँ किसने आज चलाकी दारी शरा। मतलब अभी फारसी च ना। हाँ तो फारसी च जनाने बाजारी उर्दू च क्यों आखदे ने। लेकिन मैं ਤੁਹਾਨੂੰ ਫਿਰ ਉਹੀ ਗੱਲ ਆਪਣਾ ਆ ਜਾਂਦੀ ਦੇਖੋ ਇੱਕ अच्छा इसको अगला सफा खोलो 430 सफा इस किताब का अगला सफा खोलो 30 सफा 430 हो गया ते 3 4 5 6 6वीं लाइन खोलो ते एक पढ़ो मिनट। यतलूना। 430 है जी। हाँ जी जी खुल गई। ना तिलवल बगाया कसकारी सफारिल कसकारिल हाया हानत हानिया के हाया हाना हाना शराब नहीं रहा। की तर्जमा की जन्नत पास का ये भी फारसी है ना, भी फारसी है। आहो फारसी दा लफ्ज ते दस लो की है। कितनी लाइन जी? मैं 1 मिनट एक जनाने फास का जी छेवीं जनाने फास का तर्जमा किया उदा। फासक अस्सलाम और वालेकुम रहमतुल्लाह सनी साहब की हाल है? वालेकुम सलाम। देखो जिस जी जी नो जी सैफे अहमदीद साहब आ गए ने। तो अगला सफा खोल लो 31 सफा ते आखिरी लाइन चेक करो हमला। जी बाद में बगाया आज जजायर सनी साहब ए बगाया तिकर गल किदां पहुंची है? नहीं असल लफ्ज के तेरे पैसे ये इस बगाया। तरह पहुंची है कि लाहौर जमात वालियां ने तर्जमा किया है मिर्जा साहब दियां उर्दू मतलब उन्हें 7 लफ्ज इस्तेमाल किए थे ना। अच्छा उनको करने देना। अच्छा फिर नहीं अच्छा फिर ਉਹਦਾ ਮੈਂ ਜ਼ਿਕਰ ਕੀਤਾ ਮੈਂ ਕਿਹਾ ਉਹਨਾਂ ਤੇ ਉਹ ਕਹਿੰਦੇ ਨੇ ਹਾਂ ਉਹਨਾਂ ਨੇ ਕੀਤਾ ਤਰਜਮਾ ਤੇ ਉਹਦੇ ਤੋਂ ਉਹਨਾਂ ਨੇ ਇਹਨਾਂ ਨੇ ਆਖਿਆ ਗਲਤ ਤਰਜਮਾ ਕੀਤਾ ਉਹਨਾਂ ਨੇ। नहीं क्या गलत है? मैं कह जी उन्होंने मतलब जेड़ा कंजरी का लफ्ज है वो गलत है, मैं ही लफ्ज इस्तेमाल किया है। मैं नहीं अच्छा ਉਹਨਾਂ ਨੇ ਵੀ जनाने फासका ठीक है या बाजारी औरत ठीक है, दूसरा नहीं ठीक। जी जी मेरा सवाल है वो लफ्ज मौजूद है, लफ्ज अगर जो भी किया है वो गलत किया है। नहीं जो भी मतलब गैर निकल तर्जमा किया ऐसी नहीं। नहीं अच्छा ये है बगाया लफ्ज है तो फिर क्या है? नहीं कोई ਉਹਦੇ ਤੇ ਇਤਰਾਜ਼ ਨਹੀਂ ਕਿ ਕੀ ਲਫ਼ਜ਼ ਹੈ ਇਹ ਇਹਨਾਂ ਨੇ ਮੁਹਾਵਰਾ ਹੈ। ਆ ਪੜਿਓ ਲੈਣ ਸੈਣੀ ਸਾਹਿਬ ਇਤਰਾਜ਼ ਲਿਖਿਆ करते हैं तो नजीर साहब ये तर्जमा ठीक नारे नहीं किया आरकन बहुत वल्दुल बात है। बगाया वगैरह ये मुहावरा है जो नेकी को छोड़कर बदी की तरफ जाता है उसे इब्नुल हराम या इब्नुल हलाल कहते हैं, जो नेकी किताबां लिख के ते ਉਹ ਸਾਡੇ के ये पेश कहना दुरुस्त है। सरकश इंसान हिंदू ईसाइयों को कहा जो नबी वसल्लम पर इल्जाम लगाते ਇਹ ਤੇ थे। ਤੁਹਾਡੇ ਅੱਬਾ ਜੀ ਦੀ ਕਿਤਾਬ ਹੈ ਨਾ ਸ਼ੇਖ ਸਾਹਿਬ ਤੁਸੀਂ ਆਪ ਹਵਾਲੇ ਦਿੱਤੇ ਆ ਉਹ ਵੱਡੀਆਂ ਕਿਤਾਬਾਂ ਚੋਂ ਹੀ। ਉਹ ਵਾਲੇ ਤੇ ਦਿੱਤੇ ਆ ਪਰ ਵਾਲੇ ਤੇ ਲੇਕਿਨ ਮਿਰਜ਼ਾ ਸਾਹਿਬ ਦੇ ਅਸਲ ਤਰਜਮੇ ਨੂੰ ਛੱਡ ਕੇ ਤੇ ਤੁਸੀਂ ਹੋਰ ਕਿਤਾਬਾਂ ਦੇ ਹਵਾਲਿਆਂ 'ਚ ਜਾ ਰਹੇ ਹੋ ਜਿਹੜਾ ਉਹਨਾਂ ਲਿਖਿਆ ਉਹ ਜ਼ਿਆਦਾ ਤੁਹਾਨੂੰ ਦੱਸਣੇ ਆ ਵੀ ਮਿਰਜ਼ਾ ਸਾਹਿਬ ਦੀਆਂ ਮਿਰਜ਼ਾ ਸਾਹਿਬ ਜਿਹੜਾ ਨੇ ਮਿਰਜ਼ਾ ਸਾਹਿਬ ਨੇ ਲਿਖਿਆ ਉਹ ਨਹੀਂ ਠੀਕ ਲਿਖਿਆ ਤੇ ਤੁਸੀਂ ਜਿਹੜਾ ਕਹਿ ਰਹੇ ਹੋ ਠੀਕ ਹੈ। ਨਹੀਂ ਮੈਂ ਦੱਸ ਰਿਹਾ ਨਾ ਇੱਕ ਹਵਾਲਾ ਇੱਕ ਇਮਾਮ ਮੈਂ ਇਹੋ ਹੀ ਪਿਆ ਕਹਿਣਾ ਵੀ ਜਿਹੜਾ ਮਿਰਜ਼ਾ ਸਾਹਿਬ ਨੇ ਖੁਦ ਤਰਜਮਾ ਕੀਤਾ ਉਹ ਤੁਹਾਨੂੰ ਨਹੀਂ ਪਸੰਦ। ਨਹੀਂ ਨਹੀਂ ਉਹ ਪਸੰਦ ਆ ਉਹਦੇ ਹੱਕ 'ਚ ਹੀ ਦੇ ਰਹੇ ਆ ਸਾਰੇ ਬਿਆਨ ਉਹਦੇ ਮਿਰਜ਼ਾ ਕਿਹਦੇ ਹੱਕ 'ਚ ਦੇ ਰਹੇ ਹੋ? ਗੱਲ ਦੇ ਹੱਕ 'ਚ ਹੀ ਸਾਰੇ ਪਹਿਲੇ ਮਿਰਜ਼ਾ ਸਾਹਿਬ ਦਾ ਆਪਣਾ ਤਰਜਮਾ ਤੇ ਦੱਸੋ ਨਾ ਤੇਰਾ ਉਹ ਤੇ ਫਿਰ ਤੁਹਾਨੂੰ ਉਹਨਾਂ ਦੇ ਹੱਕ 'ਚ ਹੈ ਉਹ ਤੇ ਤੁਸੀਂ ਦੱਸ ਰਹੇ ਹੋ ਨਾ ਤੇ ਮੈਂ ਕਿਹਾ ਫਿਰ ਉਹਦੇ 'ਚ ਕੀ ਹਰਜ ਆ ਉਹਨੂੰ ਕਿਉਂ ਨਹੀਂ ਮੰਨਦੇ? ਨਹੀਂ ਮੰਨਦੇ ਆ ਮੈਂ ਤੇ ਸਾਰੇ ਤੇ ਮੰਨਦਾ। ਬਸ ਖਤਮ ਹੋ ਗਈ ਗੱਲ ਫਿਰ ਹੋਰ ਵਾਲਿਆਂ ਦੀ ਕੀ ਜ਼ਰੂਰਤ ਹੈ ਜਦੋਂ ਉਹਨਾਂ ਦਾ ਤਰਜਮਾ ਹੈ। ਇੱਕ ਤੁਹਾਡੇ ਇਲਮ ਦੇ ਇਜ਼ਾਫੇ ਲਈ ਇਹ ਮੁਹਾਵਰਾ ਵਾ ਜੈਸੇ ਇਬनुल हराम इब्नुल हलाल ਉਹਨਾਂ ਨੇ ਮਿਰਜ਼ਾ ਸਾਹਿਬ ਨੇ ਵੀ ਇਹੋ ਹੀ ਲਿਖਿਆ ਕਿ ਮੁਹਾਵਰਾ ਹੈ। ਨਹੀਂ ਇਹ ਦੂਸਰੀ ਜਗ੍ਹਾ ਲਿਖਿਆ ਵਾ ਇਹ ਮਿਰਜ਼ਾ ਸਾਹਿਬ ਦੀ ਤਾਰੀਫ ਨਹੀਂ ਆ ਇਹ ਦੂਸਰੀਆਂ ਜਗ੍ਹਾ ਮੇਰਾ ਮਕਸਦ ਇਹ ਹੈ ਕਿ ਅਸੀਂ ਤੇ ਮਿਰਜ਼ਾ ਸਾਹਿਬ ਦੀ ਤਾਰੀਫ ਦੀ ਗੱਲ ਕਰ ਰਹੇ ਹਾਂ। ਉਹ ਵੀ ਠੀਕ ਆ ਤੇ ਉਹਨਾਂ ਇਹ ਵੀ ਆਪਣੇ ਤਜ਼ਰਬੇ ਦੀ ਠੀਕ ਗੱਲ ਆ ਕਰ ਰਹੇ ਉਹ ਆ। ਦੋਨੋਂ ਹੀ ਠੀਕ ਆ ਇਹ ਵੀ ਠੀਕ ਆ ਤੇ ਉਹ ਵੀ ਠੀਕ ਆ ਸਮਝਣ ਲਈ ਉਹ ਕਾਫੀ ਹੈ ਤੇ ਜ਼ਰੂਰਤ ਕੀ ਹੈ ਫालतू ਤਮਾਮ ਦੇ ਆਪਣੀ ਵਾਲੇ ਗੱਲ ਨੂੰ ਇਹ ਮੰਨਦੇ ਆ ਨਾ ਮਿਰਜ਼ਾ ਸਾਹਿਬ ਦੀ ਗੱਲ ਨਹੀਂ ਮੰਨਦੇ ਮਾਮ ਉਹ ਤੇ ਮੰਨਦੇ ਨੇ ਉਹ ਤੇ ਇਨਕਾਰ ਨਹੀਂ ਕਰ ਰਹੇ ਜੋ ਮਿਰਜ਼ਾ ਸਾਹਿਬ ਦਾ ਗੱਲ ਤਰਜਮਾ ਮੰਨਦੇ ਆ
ਮਾਮ ਜਾਫਰ ਸਾਦਿਕ ਹਜ਼ਰਤ ਜ਼ੈਨਬ ਇਹਨਾਂ ਦੀਆਂ ਯਾਰ ਇਹਦੀ ਜ਼ਰੂਰਤ ਕੀ ਹੈ ਜਦੋਂ ਮਿਰਜ਼ਾ ਸਾਹਿਬ ਦਾ ਆਪਣਾ ਕੀਤਾ ਤਰਜਮਾ ਮੌਜੂਦ ਹੈ। ਠੀਕ ਆ ਮੈਂ ਕਿਹਾ ਸਾਡੇ ਤੇ ਕਹਿੰਦੇ ਨਾ ਹੁਸੈਨੀ ਸਾਹਿਬ ਉਹ ਤੁਹਾਡੇ ਵਾਸਤੇ ਹੈ। ਹਾਂਜੀ ਇਮਾਮ ਜਾਫਰ ਅਲੈਹਿਸਲਾਮ ਵਾਲਾ ਜਿਹੜਾ ਹੈ ਉਹ ਤੁਹਾਡੇ ਵਾਸਤੇ ਹੈਗਾ। ਤੁਹਾਡੇ ਵਾਸਤੇ ਅੱਛਾ। ਇਹ ਜਿਹੜਾ ਹਜ਼ਰਤ ਮਸੀਹ ਅਲੈਹਿਸਲਾਮ ਨੇ ਕੀਤਾ ਹੈ ਇਹ ਸਾਡੇ ਵਾਸਤੇ ਹੈਗਾ, ਤੁਹਾਡੇ ਵਾਸਤੇ नहीं है। अच्छा जी, मतलब ਉਹਨੂੰ ਦੂਸਰਾ ਨਹੀਂ ਕਹੋ ਜਿਹੜਾ ਮਿਰਜ਼ਾ ਸਾਹਿਬ ਨੇ ਕੀਤਾ। अच्छा मुझे समझ नहीं आ रही जवाब क्या किस चीज का दिया जा रहा है ऐसा नहीं साहब। जी जी जा रहा है कि लोरिया ने तर्जमा सही कीता है कि गलत कीता है। तिल का कोतबा युनज़र इलैहा कुल्लु मुस्लिम बैनल मुहब्बत वल मवद्दत व यंतफि मिन मारिफहा व यकबुलनी व यसदक दावती इल्ला ज़ुरियतुल बगाया। यानी ਸਾਰੇ ਮੁਸਲਮਾਨ ਮੇਰੀਆਂ ਕਿਤਾਬਾਂ ਨੂੰ ਮੁਹੱਬਤ ਔਰ ਮਵੱਦਤ ਦੀ ਨਿਗਾਹ ਨਾਲ ਦੇਖਦੇ ਨੇ ਔਰ ਉਹਨਾਂ ਦੇ ਮਾਰਫ ਤੋਂ ਫਾਇਦਾ ਉਠਾਉਂਦੇ ਨੇ ਔਰ ਮੇਰੀ ਦਾਵਤ ਨੂੰ ਕਬੂਲ ਕਰਦੇ ਨੇ ਔਰ ਉਹਦੀ ਤਸਦੀਕ ਕਰਦੇ ਨੇ ਸਵਾਏ ਜ਼ੁਰੀਅਤੁਲ ਬਗਾਇਆ ਦੇ। ਸਵਾਏ ਕਿਦੇ ਨਜ਼ੀਰ ਸਾਹਿਬ ਕੀ ਮਿਰਜ਼ਾ ਸਾਹਿਬ ਦਾ ਮੈਨੇ ਸਵਾਏ ਕਿਦੇ ਸਰਕਸ਼ ਲੋ ਸਵਾਏ ਬਦਕਾਰ ਔਰਤਾਂ ਦੇ ਬੱਚਿਆਂ ਦੇ। ਠੀਕ ਹੈ ਨਾ? ठीक है ठीक हो गया, है मिर्जा साहब कहना चाहते हैं ना? ठीक हो गया। इसमें क्या मसला क्या इसमें क्या है अगर ये इब्ने बगाया कह दिया या ज़ुरियतुल बगाया कह दिया तो क्या मसला है? वो भाई त्रै बारी दस बैठे हैं तो चौथी बारी गल नहीं है बात नहीं है कि क्यों किया करने तो दें क्या कह रहे हैं समझने तो दें की बात। यार इन्होंने समझ क्यों नहीं आती ਅਸੀਂ पश्तो बोलने पे हैं। वो बड़ा थोड़ा सा नज़ीर नहीं एक मिनट साहब भाई ये कह रहे हैं कि कंजनी की और यार आप ना बताएं उनको खुद ही बोलने दें। और ठीक हो गया, ठीक हो गया। क्या उन्होंने करना है उन्हें बोल दिया है, उनको बोलने दें ना, छोड़ दें। हमने उनकी वकालत नहीं करनी, उन्होंने हमारी वकालत नहीं करनी, उनको उनका केस लड़ने दें। एक्सेप्ट नहीं किया, मैंने एक्सेप्ट नहीं किया। सुनो गल मैं हुण आखिरी अच्छा, ठीक वारी है। वारी दसन लगा ਕਿ ਇਹ ਗੱਲ ਇਹ ਵੇ ਕਿ ਉਹ ਲੋਰੀਆਂ ਦੀ ਮਸਜਿਦ ਦੀ ਕੋਈ ਗੱਲ ਪੇ ਕਰਦੇ ਸੀ ਜਰਮਨੀ ਦੇ ਵਿੱਚ ਤੇ ਉਹ ਦੱਸਦੇ ਨੇ ਹੁਸੈਨੀ ਸਾਹਿਬ ਵੀ ਉਹਨਾਂ ਮਿਰਜ਼ਾ ਸਾਹਿਬ ਦੀਆਂ ਅਰਬੀ ਕਿਤਾਬਾਂ ਦਾ ਤਰਜਮਾ ਕੀਤੇ ਹੈ। ਮੈਂ ਕਿਹਾ ਵੀ ਉਹਨਾਂ ਨੇ ਕਿਹਾ ਤਰਜਮਾ ਕੀਤੇ ਹੈ ਜਿਹੜਾ ਆਇਨਾ ਕਮਾਲਤ ਇਸਲਾਮ ਦੀ ਇਬਾਰਤ ਦਾ ਏ ਜਿਹੜੀ ਮੈਂ ਹੁਣ ਤੁਹਾਨੂੰ ਪੜ੍ਹ ਕੇ ਸੁਣਾਈ ਹੈ ਕਿ ਮੇਰੀਆਂ ਕਿਤਾਬਾਂ ਨੂੰ तमाम मुसलमान मुहब्बत और मवद्दत की निगाह नाल देखते हैं और उन्होंने मारफ तो फायदा उठाते हैं और मेरे दावे की तस्दीक करते हैं सिवाए ख्वाहिशा औरतों की बच्चों के। ਇਹ ਉਹਨਾਂ ਤਰਜਮਾ ਕੀਤੇ ਹੈ ਤੇ ਤੁਹਾਡੇ ਭਾਈਜਾਨ ਨੇ ਨਜ਼ੀਰ ਸਾਹਿਬ ਉਹਨਾਂ ਨੇ ਕਿਹਾ ਹੈ ਕਿ ਇਹ ਉਹਨਾਂ ਨੇ ਤਰਜਮਾ ਗਲਤ ਕੀਤਾ ਹੈ। ਮਿਰਜ਼ਾ ਸਾਹਿਬ ਇਹਦਾ ਇਹ ਮੈਨਾ ਨਹੀਂ ਲੈਂਦੇ। ਆਮਰ ਸਾਹਿਬ ਝੂਠ ਨਾ ਬੋਲੋ, ਇਹ ਹੁਸੈਨੀ ਸਾਹਿਬ ਦੇ ਅਲਫਾਜ਼ ਸੀ ਕਿ ਉਹਨਾਂ ਨੇ ਗਲਤ ਤਰਜਮਾ ਕੀਤਾ ਲੋਰੀਆਂ ਨੇ। ਤੁਸੀਂ ਝੂਠ ਬੋਲ ਰਹੇ ਹੋ। ਮੈਂ ਨਹੀਂ ਕਿਹਾ ਫਿਰ ਉਹਨਾਂ ਨੇ, ਮੈਂ ਨਹੀਂ ਕਿਹਾ ਉਹਨਾਂ ਨੇ ਗਲਤ। ਬਿਲਕੁਲ ਝੂਠ ਬੋਲ ਰਹੇ ਹੋ ਤੁਸੀਂ, ਮੈਂ ਖੁਦ ਸੁਣਿਆ ਜਦੋਂ ਤੁਸੀਂ ਬੋਲੇ ਹੋ ਨਜ਼ੀਰ ਸਾਹਿਬ ਨੇ ਤੇ ਬਾਅਦ ਚ ਗੱਲ ਕੀਤੀ ਹੈ। ਅੱਛਾ ਜੀ ਪਹਿਲੇ ਤੁਸੀਂ ਲੋਰੀਆਂ ਦੇ ਤੁਸੀਂ ਕੋ ਦੱਸੋ ਕੀ ਗੱਲ ਹੋਈ ਨਜ਼ੀਰ ਸਾਹਿਬ? ਤੁਸੀਂ ਠਹਿਰੋ ਪਹਿਲੇ ਹੁਸੈਨੀ ਸਾਹਿਬ ਨੇ ਕਿਹਾ ਕਿ ਇਹ ਉਹਨਾਂ ਨੇ ਲੋਰੀਆਂ ਨੇ ਹਜ਼ਰਤ ਨਸੀਮ अलैहिस्सलाम ਦਾ ਅਰਬੀ ਦਾ ਤਰਜਮਾ ਗਲਤ ਕੀਤਾ ਲੋਰੀਆਂ ਨੇ। ਪਹਿਲੇ ਇਹਨਾਂ ਨੇ ਕਿਹਾ, ਬਾਅਦ ਚ ਇਹਨਾਂ ਨੇ ਥੋੜੀ ਜਿਹੀ ਤਸ਼ਰੀਹ ਕੀਤੀ ਹੈ ਕਿ ਨਹੀਂ ਜਾਂ ਹਾਂ ਜਾਂ ਨਹੀਂ, ਜੋ ਵੀ ਕੀਤਾ ਨਜ਼ੀਰ ਸਾਹਿਬ ਨੇ ਬਾਅਦ ਵਿੱਚ ਗੱਲ ਕੀਤੀ ਹੈ। ਪਹਿਲੇ ਇਹਨੇ ਇਤਰਾਜ਼ ਕੀਤਾ ਹੈ ਹੁਸੈਨੀ ਸਾਹਿਬ ਨੇ, ਉਹਨਾਂ ਕਿਹਾ ਜੀ ਉਹਨਾਂ ਨੇ ਗਲਤ ਕੀਤਾ ਤਰਜਮਾ। ਹੁਸੈਨੀ ਸਾਹਿਬ ਨੇ ਕਿਹਾ ਕਿ ਗਲਤ ਕੀਤਾ ਤਰਜਮਾ? ਬਿਲकुल। क्यों जी नज़ीर साहब इंजी गल हुई है? देखो मैं इस वक्त उन्हें उनकी कह सकता, लेकिन हुसैनी साहब सच कह सकते हो जो सच तुसी नहीं सच है। देखो मैं तो ये कह रहा हूँ कि मैं तो उनका कि जो लफ्ज़ है कंचनी की ये नहीं बल्कि ये लफ्ज़ जो है ये मैं अपना जरूर स्टैंड लवांगा कि ये नहीं क्या बगाया तो मैंने होर भी हो सकते ने। मैं ये क्या तुसी क्या होर भी की हो सकते ने, तुसी किताबां दे हवाले देने शुरू कीते ने। ठीक है मैं स्टैंड लिया सी कि बगाया नूं होर मैंने भी इस्तेमाल हो सकते ने बगाया च। ठीक है मतलब जी जी एक मिनट जी जी कर ली है ना। ये मैं आमर नज़ीर साहब ਨੂੰ ਇਹ ਸਮਝਾਉਣਾ ਚਾਹਨਾ ਕਿ ਜਿਹੜੀ ਨਜ਼ੀਰ ਸਾਹਿਬ ਨੇ ਗੱਲ ਕੀਤੀ ਹੈ ਉਹਨਾਂ ਨੇ ਹੁਣ ਵੀ ਉਹੀ ਗੱਲ ਕੀਤੀ ਹੈ, ਲੇਕਿਨ ਇਹਨੂੰ ਗਲਤ ਹੁਸੈਨੀ ਸਾਹਿਬ ਨੇ ਕਿਹਾ ਸੀ ਕਿ ਇਹ ਗਲਤ ਹੈ। ਟੰਗ ਦੋ ਹੁਸੈਨੀ ਸਾਹਿਬ ਨੂੰ ਉੱਥੇ ਕਿਰੇ ਦੂਜੀ ਬਰਾੜ ਦੇ ਉੱਤੇ ਇਹਨਾਂ ਦੀ ਫੋਟੋ ਮੇਰੇ ਕੋਲ ਲੈ ਲਓ ਤੇ ਲੈ ਕੇ ਟੰਗ ਦਿਓ ਨਾ, ਫਿਰ ਜੇ ਇਹਨਾਂ ਗਲਤ ਕੀਤਾ ਮੈਂ ਕਿਹਾ ਹੁਸੈਨੀ ਸਾਹਿਬ ਨੇ ਸਾਰਾ ਜ਼ੁਲਮ ਪਾਇਆ ਹੈ।
ਬਿਲਕੁਲ ਉਹਨਾਂ ਨੇ ਗਲਤ ਗੱਲ ਕੀਤੀ ਹੈ। ਉਹਨਾਂ ਕਿਹਾ ਜੀ ਇਹ ਅਰਬੀ ਦਾ ਤਰਜਮਾ ਲਾਹੌਰੀ ਜਮਾਤ ਨੇ ਗਲਤ ਕੀਤਾ ਹੈ। ਲਓ ਜੀ, ਗਲਤੀ ਵਾਲੀ ਗੱਲ ਜਿਹੜੀ ਹੈ ਇਹਨਾਂ ਨੇ ਲਾਹੌਰੀਆਂ ਤੇ ਠੋਪੀ ਹੈ। ਇਹ ਨਵਾਂ ਹੀ ਕੇਸ ਬਣ ਗਿਆ ਜੀ। ਨਵਾਂ ਹੀ, ਤੁਹਾਡੀ ਅਕਲ ਹੀ ਕੋਈ ਨਹੀਂ ਇੰਨੀ ਤੇ ਨਵਾਂ ਕਿਤੋਂ ਹੈ? ਪਹਿਲੀ ਗੱਲ ਹੀ ਉਹਨਾਂ ਨੇ ਇਹ ਕੀਤੀ ਸੀ, ਨਵਾਂ ਨਹੀਂ ਗੱਲ। ਨਜ਼ੀਰ ਸਾਹਿਬ ਮੇਰਾ ਉਸ ਤੋਂ ਬਾਅਦ ਸਾਨੂੰ ਫੋਨ ਆ ਗਿਆ ਸੀ ਤੇ ਮੈਂ ਉਧਰ ਮਸਰੂਫ ਸੀ। ਹਾਲਾਂਕਿ ਮੈਂ ਇਹ ਗੱਲ ਸੁਣ ਕੇ ਗਿਆ ਜਦੋਂ ਹੁਸੈਨੀ ਸਾਹਿਬ ਨੇ ਲਾਹੌਰੀਆਂ ਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਕਿਹਾ ਜੀ ਇਹ ਅਰਬੀ ਇਬਾਰਤ ਹਜ਼ਰਤ ਮਸੀਹ ਮੌਲਾ ਇਸਲਾਮ ਦੀ ਅਰਬੀ ਜੀ ਮੈਂ ਇਹੋ ਹੀ ਕਿਹਾ ਸਹੀ, ਤੇ ਤੁਸੀਂ ਕੀ ਕਹਿੰਦੇ ਹੋ? ਸਹੀ ਕੀਤਾ ਜਾਂ ਗਲਤ ਕੀਤਾ? ਤੁਸੀਂ ਕੀ ਕਹਿੰਦੇ ਹੋ? ਮੈਂ ਤਾਂ ਕੁਝ ਵੀ ਨਹੀਂ ਕਹਾਂਗਾ। ਜੇ ਤੁਸੀਂ ਉਹਨੂੰ ਗਲਤ ਕਰਾਰ ਦੇ ਦਿੱਤਾ ਹੈ ਤੇ ਮੈਨੂੰ ਕੀ ਲੋੜ ਹੈ ਉਹਨੂੰ ਸਹੀ ਦਰੁਸਤ ਕਰਨ ਦੀ ਜਾਂ ਉਹਨੂੰ ਗਲਤ ਕਹਿਣ ਦੀ? ਇੱਕ ਬੰਦੇ ਨੇ ਕਹਿਣਾ ਹੁੰਦਾ ਹੈ, ਤੁਸੀਂ ਉਹਨੂੰ ਗਲਤ ਕਹਿਤਾ, ਮੈਨੂੰ ਕੋਈ ਇਤਰਾਜ਼ ਹੀ ਨਹੀਂ ਹੈ। ਨਾ ਮੈਂ ਉਹਦੇ ਹੱਕ 'ਚ ਆ ਨਾ ਮੈਂ, ਕਿਉਂਕਿ ਮੈਂ ਤਾਂ ਉਹ ਤਰਜਮਾ ਨਾ ਪੜ੍ਹਿਆ ਨਾ ਸੁਣਿਆ। ਤੁਹਾਡੀ ਜ਼ੁਬਾਨੀ ਹੈ ਮੈਂ ਸੁਣਦਾ ਪਿਆ। ਤੁਸੀਂ ਉਹਨਾਂ ਨੂੰ ਕਿਹਾ ਕਿ ਉਹ ਗਲਤ ਕੀਤਾ ਹੈ। ਤੁਸੀਂ ਨਜ਼ੀਰ ਸਾਹਿਬ ਦੇ ਉੱਤੇ ਐਵੇਂ ਠੋਸ ਰਹੇ ਹੋ। ਉਹਨਾਂ ਨੇ ਸਿਰਫ ਬਗੈਰ ਲਫ਼ਜ਼ ਬਗੈਰ ਦੇ ਬਾਰੇ ਉਹਨਾਂ ਨੂੰ ਹੁਣ ਵੀ ਉਹਨਾਂ ਨੇ ਕਹਿਤਾ ਕਿ ਮੈਂ ਉਹਦੇ ਬਾਰੇ ਕਿਹਾ ਹੈ। ਉਹਨਾਂ ਨੇ ਇਹ ਨਹੀਂ ਕਿ ਪੂਰੀ ਅਰਬੀ ਇਬਾਰਤ ਦਾ ਪੂਰਾ ਤਰਜਮਾ ਹੀ ਗਲਤ ਹੈ। ਉਹਨਾਂ ਨੇ ਇਹ ਨਹੀਂ ਕਿਹਾ। ਉਹਨਾਂ ਨੇ ਆਪਣਾ ਹੁਸੈਨੀ ਸਾਹਿਬ ਨੇ ਇਹਨੂੰ ਗਲਤ ਕੀਤਾ ਕਰਾਰ ਦਿੱਤਾ ਪਹਿਲੇ। ਇਹ ਵੱਡੀ ਕਰਿਓ ਜ਼ਰਾ ਸਕਰੀਨ ਹੁਸੈਨੀ ਸਾਹਿਬ। ਇਹ ਜਿਹੜਾ ਕਿਤਾਬ ਦਾ ਤਰਜਮਾ ਹੈ, ਇਹ ਆਇਨਾ ਕਮਾਲਤ ਇਸਲਾਮ ਦਾ, ਇਸ ਇਬਾਰਤ ਦਾ, ਨਜ਼ੀਰ ਸਾਹਿਬ ਇਹ ਤਰਜਮਾ ਠੀਕ ਹੈ ਕਿ ਗਲਤ ਹੈ? ਇਲਾ ਜ਼ੁਰੀਅਤੁਲ ਬਗਾਇਆ, ਇਹ ਤਰਜਮਾ ਠੀਕ ਹੈ ਕਿ ਗਲਤ ਹੈ? ਸਵਾਏ ਜੋ ਜਿਸ ਕੰਟੈਕਸਟ ਚ ਤਰਜਮਾ ਕਰ ਰਿਹਾ ਨਾ, ਮੈਂ ਦੁਬਾਰਾ ਮੇਰੇ ਮਹਿਮਾਨ ਨੇ ਮੈਂ ਹਵਾਲਾ ਪੜਾਂਗਾ। ਦੇਖੋ ਉਹਨਾਂ ਨੇ ਜੇ ਕੰਜਰੀ ਦਾ ਉਹ ਮਤਲਬ ਕਿ 28 ਸਖਤ ਲਫ਼ਾਜ਼ ਇਸਤੇਮਾਲ ਕੀਤੇ ਨੇ। ਮਤਲਬ ਕਿ ਉਹ ਬਗਾਇਆ ਦੇ ਲਫ਼ਜ਼ ਦੇ ਅਰਬੀ ਫਾਰਸੀ ਜਾਂ ਉਰਦੂ ਚ ਮੁਖਤਲਿਫ ਸ਼ਾਰ ਦੇ ਜੋ ਮੁਖਤਲਿਫ ਨੇ ਉਹ ਬਦਕਾਰ ਉਰਦੀ ਆਉਂਦੇ ਨੇ, ਠੀਕ ਹੈ। ਲੇਕਿਨ ਮਤਲਬ ਕਿ ਕੰਜਰੀ ਦੇ ਲਫ਼ਜ਼ ਨੂੰ ਸਖਤ ਮਤਲਬ ਇਹ ਲਫ਼ਜ਼ कंजरी नहीं होना, फाहिशा लिखे, फाहिशा औरतों के बच्चे। लाहौरिया ने फाहिशा औरत के बच्चे लिखे है, कंजरी नहीं लिखे है। लफ्ज़ है ਤੁਹਾਡੇ ठीक सामने। हो गया, लेकिन उन्हें देखना पड़ेगा। ये ठीक है, ये तर्जमा ठीक है ना? फिर लाहौरिया गलत नहीं ना कीते है। नहीं मतलब बर मैं इस वक्त उनकी स्टैंड लवा मतलब जो कि मैंने अरबी का सही पता नहीं। एक उन्हें स्टैंड टूट गया है ना। देखो मैं पहले गल का मैंने अरबी का और ये कंटेक्स्ट का पूरा इल्म नहीं, इस वजह से मैं मतलब कि ये बेहतर है मैं गल ना करा। ਹਾਂ ਇਹ ਵੀ ਠੀਕ ਹੈ ਗੱਲ जी ਬੜਾ ਮੁਨਾਸਿਬ ਅੰਦਾਜ਼ ਵਿੱਚ ਤੁਸੀਂ ਜੀ ਸਹੀ ਫੈਸਲਾ ਕੀਤਾ ਹੈ जी ਕਿ ਅਗਰ ਤੁਸੀਂ ਉਰਦੂ ਦਾ ਅਰਬੀ ਤੋਂ ਉਰਦੂ ਤਰਜਮਾ ਨਹੀਂ ਉਹ ਕਰ ਸਕਦੇ, ਤੁਹਾਨੂੰ ਉਹਦੀ ਮਹਾਰਤ ਨਹੀਂ, ਤੇ ਤੁਸੀਂ ਇੱਕ ਦੋ ਹਫ਼ਤੇ ਖਾਮੋਸ਼ ਰਹੋ। ਜਦੋਂ ਤੁਸੀਂ ਅਰਬੀ ਪੂਰੀ ਪੜ੍ਹ ਲਓ जी ਤੇ ਫਿਰ मैं गल कर सकता हूं, बिल्कुल ठीक हो। ਜਾ अरबी ਦੀ ਕਲਾਸ ਵੀ ਇੱਥੇ ਚੱਲਦੀ ਸੈਣੀ ਸਾਹਿਬ ਦੀ ਬਰਾੜ ਦੇ ਉੱਤੇ ਜਾ 5 ਵਜੇ। ਇੱਥੇ ਅਸੀਂ ਅਰਬੀ ਦੀ ਕਲਾਸ ਵੀ ਲਾਉਂਦੇ ਹਾਂ। ਜਾ लेकिन अमन जी साहब बगाया का लफ्ज किसी दूसरे मुहद्दिस या बुजुर्गों ने या पहली किताबां च भी ਦੂਜੇ ਬਜ਼ੁਰਗਾਂ ਸਾਨੂੰ ਜਾਣ ਦੀ ਲੋੜ ਕੀ? नहीं वैसे मैं गल कर रहा मेरा भी सवाल है ना। ਤੇ ਤੁਹਾਨੂੰ ਇੱਧਰ ਆਉਣ ਦੀ ਕੀ ਲੋੜ ਹੈ ਅਮਰ ਨਜ਼ੀਰ ਸਾਹਿਬ? ਇੱਧਰ ਇਸ ਗੱਲ पे ਆਉਨੇ ਆ ਵੀ ਇਹ ਤਰਜਮਾ ਜਿਹੜਾ ਉਹਨਾਂ ਨੇ ਦੂਜਿਆਂ ਨੇ ਨਹੀਂ ਤੁਹਾਨੂੰ ਲੋੜ ਮੈਨੂੰ ਦੱਸੋ। ਲੋੜ ਤੁਹਾਨੂੰ ਇੱਧਰ ਆਉਣ ਦੀ ਲੋੜ ਕੀ ਹੈ? ਤਹਿਰੀਰ ਪੜਨ ਦੀ ਲੋੜ ਕੀ ਤੁਹਾਨੂੰ ਪਏਗੀ? ਹਾਂ ਇਹ ਵੀ ਗੱਲ ਹੈ। ਕਿਤੇ ਮਤਲਬ ਕਿ ਤੁਹਾਡੇ ਖਾਨਦਾਨ ਚ ਨਹੀਂ ਇਹ ਸਿਲਸਿਲਾ ਸ਼ੁਰੂ ਹੋ ਰਿਹਾ ਇਹੋ ਜੀ ਤਹਿਰੀਰਾਂ ਦਾ ਲਿਖਣਾ ਜਾਂ ਇਧਰ ਉਧਰ? ਹਾਂ ਮੈਂ ਕਹਿੰਦਾ ਆਪਣਾ ਜੀ ਤੁਸੀਂ ਗੱਲ ਫਤਾਵਾ ਰਜ਼ੀਆ ਪੜ੍ਹੋ। ਗੈਰਮੀਆਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮਤਲਬ ਸਾਮੂਲ ਰਹਿਮਾਨ ਤੇ ਉਹਨਾਂ ਵਿੱਚ ਕੀ ਗੰਦ ਲਿਖਿਆ ਹੈ? सैन साहब है कि इसका तर्जुमा करेंगे इन अल्लाह यामुरु बिल अदल वल इहसान व यनहा अनिल फहशाए वल मुनकर वल बगया। हाँ इसको तर्जुमा करेंगे जरा। ਹਾਂਜੀ ਕਹਿੰਦੇ ਨੇ ਕੁਰਾਨ ਮਜੀਦ ਚ ਕੀ ਲਿਖਿਆ ਹੈ ਬਗੀਆ ਦਾ ਤਰਜਮਾ। ਤੁਸੀਂ ਮਿਰਜ਼ਾ ਸਾਹਿਬ ਨੂੰ ਤਰਜਮਾ ਨਹੀਂ ਸਹੀ ਲਿਖਣਾ ਆਇਆ ਤੇ ਤੁਸੀਂ ਕੁਰਾਨ ਮਜੀਦ ਚ ਵੇਖ ਲਓ। अमर साहब मैं आमर साहब पहले उन्होंने अच्छा ये किसने बोला कि मसीह मौद अलैहिस्सलाम
को तर्जमा नहीं लिखना आया सही, ये ਕੁਰਾਨ किसने बोला? ਮਜੀਦ ਚ ਦੇਖਣ ਦਾ ਕੀ ਜਦੋਂ ਮਿਰਜ਼ਾ ਸਾਹਿਬ ਨੇ ओहो, मैं ਆਪ कह ਲਿਖਿਆ ये ਤਰਜਮਾ किसने बोला? ये वैसे ਤੇ ਫਿਰ किसने बोला था? ਤੇ ਫਿਰ ਤੁਹਾਨੂੰ ਕੀ ਜ਼ਰੂਰਤ ਹੈ ਕੁਰਾਨ ਮਜੀਦ ਚ ਤੱਕਣ ਦੀ ਬਗੀਆ ਦਾ ਤਰਜਮਾ ਕੀ वो ਹੈ तो ठीक है कि मसीह मौद ये किसने बोला कि मसीह मौद अलैहिस्सलाम ਜਿਹੜਾ से ਉਹਦੇ नहीं ਤੇ लिखा ਰਾਜ਼ੀ गया? ਨਹੀਂ ਨਾ ਹੋ ਰਿਹਾ ਉਹ ਦੂਸਰੇ ਤਰਜਮੇ ਦੀ ਤਰਫ ये ਜਾ किसने ਰਿਹਾ बोला ਹੈ कि वो इससे राजी नहीं हो रहा? ਜਿਹੜਾ ਉਹਦੇ ਤੋਂ ਨਤੀਜਾ ਨਿਕਲਦਾ ਹੈ ਜਿਹੜਾ ਮਿਰਜ਼ਾ ਸਾਹਿਬ ਦੇ नहीं, ਮਾਨੇ ये ਦੇ ਨਾਲ सैनी साहब ਗੱਲ एक ਨਹੀਂ। मिनट, ਕਰੋ ਨਾ ਤੇ ਵਕੀਲ ਸਾਹਿਬ ਪਹਿਲੇ ਉਮੜ ਆਦਨੇ एक मिनट ना, ਮਿਰਜ਼ਾ ये ਸਾਹਿਬ ਦਾ ਮਿਰਜ਼ਾ ਸਾਹਿਬ ਦਾ ਉਹਨਾਂ ਕੀਤਾ ਕੋਲ ਤਰਜਮਾ ਸਵਾਲ ਕਰੋ ਠੀਕ ਹੈ। ਉਹ ਥੱਥੇ ਹੋ ਗਏ ਨੇ, ਦੰਦ ਡਿੱਗ ਪਏ ਨੇ ਉਹਨਾਂ ਦੇ, ਵਫਾਤ ਮਿਰਜ਼ਾ ਪਾ ਗਏ ਸਾਹਿਬ ਨੇ ਦਾ- ਕਿ ਵਕੀਲ ਆਲਾ ਸਾਹਿਬ ਜ਼ਰੂਰਤ ਪੈ ਜਾਂਦੀ ਹੈ ਉਹਨਾਂ ਦੀ ਰਹਿਨਮਾਈ ਮਿਰਜ਼ਾ ਸਾਹਿਬ ਦਾ ਕੀਤਾ ਤਰਜਮਾ ਜਿਹੜਾ ਹੈ ਉਹ ਸਵਾਲ ਬਿਹਤਰੀਨ ਸੈਣੀ ਭਾਈ ਤਰਜਮਾ ਤੁਹਾਡੇ ਕੋਲ हाँ ਹੈ जी, बिल्कुल बेहतरीन तर्जमा है। ਕਸ਼ਮੀਰੀ ਸਾਹਿਬ ਨੂੰ किसने ਥੱਲੇ ਲਾਓ ਤੇ बोला, ਦੋ ਬੰਦੇ किसने ਨੂੰ बोला कि ਰੋਕੋ। तर्जमा सही नहीं है? ਦੋ किसने ਬੰਦੇ किसी ने नहीं बोला? को कश्मीरी साहब ਇਹ ਨੂੰ ਨਜ਼ੀਰ ਸਾਹਿਬ हाँ बस ਤੇ ठीक है, वो ਜਿਹੜੇ तर्जमा शेख सही है। साहब अगर उन्होंने आयत पढ़ी है, वो आयत का तर्जमा करके देख लें क्या क्या है बात उसमें। ਸ਼ੇਖ ਸਾਹਿਬ ਆਪਣੇ ਦਾਦਾ ਜਾਂ ਆਪਣੇ ਵਾਲਿਦ ਸਾਹਿਬ ਦੀ ਕਿਤਾਬ ਲੈ ਕੇ ਆਏ ਨੇ ਜਿਹਦੇ ਚ ਹੋਰ ਤਰਜਮੇ ਦਿਖਾ ਰਹੇ ਨੇ, ਕਹਿੰਦੇ ਨੇ ਇਹਦਾ ਇਹ ਤਰਜਮਾ ਨਹੀਂ ਹੈ, ਦੂਸਰਾ ਤਰਜਮਾ ਹੈ। ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਜਿਹੜਾ ਮਿਰਜ਼ਾ ਸਾਹਿਬ ਨੇ ਤਰਜਮਾ ਖੁਦ ਕੀਤਾ ਉਹ ਠੀਕ ਹੈ, ਉਹੀ ਰਹਿਣ ਦਿਓ। सही है, ਉਹ ਉਹਨੂੰ ਗਲਤ ਕਹਿ ਰਹੇ ਨੇ, ਅਸੀਂ ਸੋ ਸਹੀ ਕਹਿ ਰਹੇ ਹਾਂ। ਅਸੀਂ ਕਹਿ ਰਹੇ ਮਿਰਜ਼ਾ ਅਸੀਂ ਤਾਂ ਹੁਣ ਸਾਹਿਬ ਸਹੀ ਕਹਿ ਰਹੇ ਹਾਂ। हाँ ठीक है, फिर क्या ਉਹ मसला है? ਬਜ਼ਿੱਦ ਨੇ ਕਿ ਮਿਰਜ਼ਾ ਸਾਹਿਬ ਦਾ ਤਰਜਮਾ ਛੱਡੋ ਤੇ ਇਹ ਤਰਜਮਾ ਤੱਕ ਕੋਈ ਇਮਾਮ ਅਬੂ न, जो बात लिखी है सही है, ठीक है। क्या है इसमें मसला आपको? कोई मसला नहीं है। हाँ बस ठीक है, शेख फिर साहब मसला उधर नहीं है तो बार-बार खत्म होगी ला कहानी। के ਤੇ ਨਜ਼ੀਰ ਸਾਹਿਬ ਵੀ ਬਾਰ-ਬਾਰ ਦੂਸਰੇ ਤਰਜਮੇ ਦਿਖਾ ਰਹੇ ਨੇ, ਵਰਨਾ ਜਦੋਂ ਮਿਰਜ਼ਾ ਸਾਹਿਬ ਨੇ ਖੁਦ ਉਹਦਾ ਤਰਜਮਾ ਕੀਤਾ ਹੈ। ज़ुरियतुल बगाया लिखा, ज़ुरियतुल बगाया ही है बस। ਜੀ ਹਾਂ, ਬਿਲਕੁਲ। बस ਤੇ इतनी सी ਆਪਣਾ बात। ਕੀ ਨਾ ਤੁਹਾਡਾ ਟੋਨੀ ਸਾਹਿਬ ਇੱਥੇ ਥੱਲੇ ਫਿਕਰਾ ਲਿਖਣਾ ਬਣਦਾ ਹੈ, ਅਹਿਮਦੀ ਮੁਸਲਮਾनों से सब्र की दरखास्त। सबर साइड भाई, वो आयत का जो आपने आयत पढ़ी है का ना, वो तर्जुमा दे दो, आयत में की लिखा है छोड़ बगैया क्यों का? गए? छोड़ क्यों गए वो बात? वो आयत बात में करो बगैया अपनी। का तर्जुमा की लिखा है, मतलब मिर्जा बात साहब करने सही को ना नहीं लिखा है। मैं बात नहीं, करने को- आपने बात अपनी छोड़ी क्यों है ये? छोड़ी तो नहीं है, मैं साइंस साहब से तर्जमा पूछ रहा था, सारे बोलना शुरू हो गए थे। हाँ तो करो ये आयत पेश जी, करो। साइंस साहब इसका तर्जमा कर देंगे। यार एक तर्जुमा मिर्जा साहब ने ਇਹ ਕਿਹੜੇ पूछना है ना, ਸਪਾਰੇ ਚ ਹੈ ਆਇਤ, ਉੱਥੋਂ ਦੇਖ ਲੈਣੇ ਆ। मैं मिर्जा साहब का तर्जुमा करना वा केड़ी आयत है? ਜੀ ਜੀ। सूरत नहल आयत नंबर 90 अहमद नज़ीर साहब ताके को लो जो मैं मिर्जा साहब की तफसीर खोल रहा हूं, पूरा नहल है। अहले सुन्नत अहमद रजा बरेलवी ਹਾਂ, ਸੂਰਤ ਨਾਲ ਹੀ ਝੋਣਾ लो ਚਾਹੀਦਾ जो मिर्जा साहब दा मैं तफसीर ਜਿਹੜੇ करना ਉਲਮਾਏ ਦਿਓਬੰਦ ਦੇ ਬਾਰੇ ਚ ਕਿਹਾ ਹੈ ਕਿ ਉਹ ਫਿਰਕਾ आयत कौन सी है? सबर साइड चुप ही कर गए हो। आयत कौन सी? मुर्तद ने वाजिबुल कत्ल ने और ਜਿਹੜਾ ਉਹਨਾਂ ਦੇ सूरा नहल है, मेरे ਉਹ 6 ਵੀ जिल्द के ਕਾਫਰ, तफसीर ਉਹਨਾਂ ਦਾ दिया ਨਿਕਾਹ ते ਫਸਖ। ਤੇ ਅਮਨ ਨਜ਼ੀਰ ਸਾਹਿਬ ਤੁਸੀਂ ਆਪਣੇ ਨਿਕਾਹ ਫਸਖ ਕਰਵਾ ਬੈਠੇ ਹੋ ਜਾਂ ਤੁਸੀਂ ਉਲਮਾਏ ਦਿਓਬੰਦ ਨੂੰ ਮੁਸਲਮਾਨ ਸਮਝਦੇ ਹੋ? टोनी साहब थल्ले फिक्रा लिखो ना, अहमदी मुसलमानों से सब्र की दरखास्त। ਉਹ ਜਿਹੜਾ ਹੁਣ ਟੋਨੀ ਸਾਹਿਬ ਨੇ ਪੁੱਛਿਆ ਉਹਦਾ ਜਵਾਬ ਤੇ ਦੇ ਦਿਓ ਅਮਰ ਸਾਹਿਬ। सब्र की दरखास्त, सब्र की नहीं, सबर की दरखास्त की तरह बल्कि सबर साइड की दरखास्त है। ਉਹਦਾ ਜਵਾਬ ਦਿਓ। बल्कि ਸਾਈਡ ਤੇ ਹੋ ਕੇ ਸਬਰ ਕਰੋ ਸਾਈਡ ਤੇ ਹੋ ਕੇ ਸਬਰ ਕਰੋ। ਜਾਂ ਸਬਰ ਤੋਂ ਸਾਈਡ ਕਰ ਜਾਓ। सब्र हाँ वो ये जबरदस्त बात की है सैनी साहब। या साइड पे रह के सबर कर लो, या ਜਾਂ ਸਬਰ ਨੂੰ ਸਾਈਡ ਦੇ ਜਾਓ। सबर को साइड पे कर लो। ਕਰ ਸਕਦੇ ਹੋ। अस्तगफिरुल्लाह। ये अच्छी बात है। साहब ये बोलते नहीं पे ते इन्होंने थल्ले लाओ ते बंदा उन्होंने घाटे एक बंदा उन्होंने और चुको। गैर अमनिया ਦਾ ਫਰਾਰ ਦੇਖੋ। ਹਸਾਮੁਲ ਹਰਮੈਮ ਇਮਾਮ ਅਹਿਮਦ ਰਜ਼ਾ ਬਰੇਲਵੀ ਰਹਿਮਤੁल्लाह अलैह ਉਲਮਾਏ ਦਿਓਬੰਦ ਦੇ ਬਾਰੇ ਚ ਕਹਿ ਗਏ ਨੇ ਕਿ ਉਹ ਫਿਰਕਾ ਸ਼ੈਤਾਨੀਆਂ ਨੇ, ਗੁਸਤਾਖੇ ਰਸੂਲ ਨੇ, ਮੁਰਤਦ ਨੇ, ਵਾਜਿਬੁਲ ਕਤਲ ਨੇ, ਔਰ ਜੋ ਉਹਨਾਂ ਦੇ ਕੁਫਰ ਦੇ ਵਿੱਚ ਸ਼ੱਕ ਵੀ ਕਰਦਾ ਹੈ ਉਹ ਵੀ ਕਾਫਰ, ਔਰ ਉਹਦਾ ਨਿਕਾਹ ਫਸਖ, ਔਰ ਉਹਨਾਂ ਦੀ ਔਲਾਦ ਕੀ ਹੋਏਗੀ ਉਹ ਵਲਦੁਲ ਹਰਾਮ ਹੋਏਗੀ। ਬਹੁਤ ਇਹ ਅਮਨ ਨਜ਼ੀਰ ਸਾਹਿਬ ਦੂਸਰੇ ਇਹ ਕਿਉਂ ਨਹੀਂ ਜਵਾਬ ਦਿੰਦੇ ਕਿ ਆਇਆ ਇਹਦੇ ਚ ਅਮਨ ਨਜ਼ੀਰ ਸਾਹਿਬ ਦਾ ਜ਼ਿਕਰ ਕਿੱਥੋਂ ਆ ਗਿਆ? ਇਹ ਵਕੀਲ ਸਾਹਿਬ ਤੁਸੀਂ ਵਿੱਚ ਲੁੱਚ ਮੇਰਾ ਆਪਣੇ ਮਕਸਦ ਇਹ ਹੈ ਵੀ ਜਿਹੜਾ ਤੁਸੀਂ ਕਿਤਾਬ ਦਾ ਨਾਮ ਲੈ ਰਹੇ ਹੋ ਉਹਦੇ ਚ ਅਮਨ ਨਜ਼ੀਰ ਸਾਹਿਬ ਦਾ ਜ਼ਿਕਰ ਨਹੀਂ ਹੋ ਸਕਦਾ। ਸੈਨੀ ਮੁਨਾਫਿਕ ਭਾਈ, ਮੁਨਾਫਿਕ ਭਾਈ ਚੁੱਪ ਕਰ ਜਾ। ਭਾਈ ਹਸਾਮੁਲ ਹਰਮੈਨ ਜਦੋਂ ਲਿਖੀ ਗਈ ਹੈ ਅਮਨ ਨਜ਼ੀਰ ਸਾਹਿਬ ਦਾ ਪੈਦਾ ਵੀ ਨਹੀਂ ਹੋਇਆ ਇਹਨਾਂ ਦੇ। ਮਿਸਟਰ ਮੁਨਾਫਿਕ ਤੁਸੀਂ ਡਿਟਾਈ ਦੀ ਇੱਕ ਐਸੀ ਮਿਸਾਲ ਕਾਇਮ ਕਰ ਰਹੇ ਹੋ ਮੈਂ ਆਪ ਕਰ ਰਿਹਾ ਹਾਂ ਕਿ ਇਹ ਕੀ ਗੱਲ ਹੋ ਰਹੀ ਹੈ ਭਾਈ? ਤੁਸੀਂ ਉਹ ਮੁਨਾਫਿਕ ਭਾਈ ਇਹਦੀ ਜਿਹੜੀ ਕਿਤਾਬ ਦਾ ਤੁਸੀਂ ਨਾਂ ਲੈ ਰਹੇ ਹੋ, रखा साहब थोड़ा वेट कर दो। ਜੋ ਤੁਸੀਂ
हाँ जी ताहिर भाई रुकना यार 1 मिनट, ये मौका नहीं है इस वक्त ये बात करने का। हजरत मुनाफिक साहब जेड़े ने ना ये गल नहीं करन देंगे। अच्छा सूरह नहल दे किन्ने नंबर आए थे? मैं मिर्जा साहब की तफसीर खोल ली, किन्ने नंबर आए थे? 0 हाँ जी 90 आयत पढ़ो वाला। इन्नल्लाह यामुरु बिल अदल वल इहसान व यनहा अनिल फहशाय वल मुनकर वल बगी। इन्नल्लाह मअल्लज़ीना तक़ौ। किन्ने नंबर है? हुन नंबर ही नहीं मिलना। नहीं 90 नंबर है आयत इन्नल्लाह यामुरु बिल अदल वल इहसान व इताए ज़िल कुर्बा यअज़िकुम लअल्लकुम तज़क्करून। या ओ भाई खुतबा सानिया है। ये खुतबा सानिया च पढ़ी जाती है। हाँ जी, ਇਹਨੇ ਕਦੀ ਖੁਤਬਾ ਸਾਨੀਆ ਪੜਿਆ ਹੋਵੇ ਸੁਣਿਆ ਹੋਵੇ ਤਾਂ ਫਿਰ ਇਹਨੂੰ ਪਤਾ ਲੱਗੇ ਨਾ। बेहयाई और बुराई और ज्यादती से मना करता है। इसका तर्जुमा यह है बेहयाई बुराई ज्यादती से मना करता है। या की तर्जमा किया है? अल्लाह इंसाफ भलाई का हुक्म देता है और बेहयाई बुराई और ज्यादती से मना करता है। ये बेहयाई किहदा तर्जमा है? बगिए दा? फाशा तो फाशा दा तर्जमा है। जी क्यों जी सबर साहिब साहब? तो आपके सामने आयत रखी है, आप तर्जुमा कर दें। नहीं आयत तो सारिਆਂ ਦੇ ਸਾਹਮਣੇ है। ਤੁਸੀਂ ਜਿਹੜੀ ਗੱਲ ਕਹਿ ਰਹੇ हो बेहयाई और नापसंदीदा बातों और बगावत से मना करता है। मैंने तो आपके सामने रख दी है ना। थोड़ी सी बगी का मतलब है ना, इधर जो इमाम अहमद रजा खान बरेलवी साहब ने बगश का मतलब किया है ना, वो मेरे ख्याल से सबर साइड आप पेश करना चाह रहे हो, है ना? वो पेश करें, वो क्या है? हाँ वो सरकशी लिखा है इधर, अहमद रजा खान बरेलवी साहब। ठीक हो गया। हाँ जी सरकश। तो मिर्जा साहब का तर्जमा छड़ दिए तो फिर अल्लाह हजरत दा फड़ लिए। नहीं तो आपको तो अहमद रजा खान बरेलवी साहब की करना है ना सबर साइड ने पेश। नहीं अगर वो मान लैन में मिर्जा साहब का तर्जमा ठीक है तो वो नहीं सही गल। मैं कहता हूँ कि ये जो जिनको ये मानते हैं उनका तर्जमा पेश कर दिया जाए तो ये गलत बात है। ये कदों मानते ने उन्होंने? इनसे पूछ ले, इनकार करते हैं। नहीं ये तो नहीं मानते उन्होंने। आप पहले मनना होगा। पहले आप उनको बोल देंगे उनके नहीं मेरा ले लें मकसद है साइड। कि ये मानते ने सैनी साहब मुझे एक बात मुझे बताएं जरा। मैं कहता हूँ फाजले जलाला हजरत की बात सुनते हैं। मुझे आप बताएं कि वो आमिर नजीर साहब से अगर कोई सवाल करें तो इसका मतलब ये होता है कि जवाब आपने देना होता है? नहीं बात गल्ला मशहूर होनी है ना, जैसे मेरी गल्ला तो मैं कह रहा हूँ कि अहमद रजा खान बरेलवी साहब की अगर मैंने कोई सवाल कर लिया है तो इसका मतलब ये है कि जवाब आपने आमिर नजीर से नहीं लेकर देना बल्कि खुद ही शुरू हो जाना जवाब देने। नहीं लेके देना मतलब कोई पोस्टल सर्विस तो नहीं है ना। नहीं मैं कहता हूँ कि फिर उनको अच्छा नहीं है सर्विस तो फिर मैं कहता हूँ फिर ਤੁਸੀਂ ਛੱਡ ਦਿਓ ਉਹਨਾਂ ਨੂੰ ਆਪਣੀ ਗੱਲ ਕਰ ਲੈਂਦੇ ਹੋ ਨਾ। ਅਗਰ ਮੇਰੇ ਜ਼ਰੀਏ ਉਹਨਾਂ ਦੇ ਕੋਲੋਂ ਲੈਣਾ ਹੈ ਨਾ ਤੁਸੀਂ ਜਵਾਬ ਅੱਛਾ ਤੁਸੀਂ ਫਿਰ ਖੁਦ ਹੀ ਸ਼ੁਰੂ ਹੋ ਜਾਂਦੇ ਹੋ। ਉਹ ਮੈਂ ਇਹੋ ਹੀ ਅਰਜ਼ ਕਰ ਰਿਹਾ ਮੇਰੇ ਜ਼ਰੀਏ ਲੈਣਾ ਤੁਸੀਂ ਨਾ ਸ਼ੁਰੂ ਹੋਵੋ, ਖੁਦ ਨਾ ਸ਼ੁਰੂ ਹੋ, ਉਹਨਾਂ ਨੂੰ ਆਪਣਾ ਜਵਾਬ ਤੇ ਮੁਕੰਮਲ ਤਸੱਲੀ ਦੇ ਨਾਲ ਦੇ ਲੈਣ ਦਿਓ ਨਾ। ਜਵਾਬ ਲੈ ਕੇ ਦਿਓ ਫਿਰ ਤੁਸੀਂ ਉਹਨਾਂ ਕੋਲ ਪੁੱਛ ਲਓ ਖੁਦ ਹੀ। ਤੇ ਮੈਂ ਪੁੱਛਿਆ ਸੀਗਾ ਫਿਰ ਤੁਸੀਂ ਜਵਾਬ ਦੇਣਾ ਸ਼ੁਰੂ ਕਰਤਾ। ਮੈਨੂੰ ਕਹਿ ਰਹੇ ਹੋ ਨਾ ਜਵਾਬ ਲੈ ਕੇ ਦਿਓ। ਲੈ ਮੈਂ ਕਿਹਾ ਮੈਂ ਉਹਨਾਂ ਕੋਲ ਪੁੱਛਿਆ ਤਾਂ ਤੁਸੀਂ ਸ਼ੁਰੂ ਹੋ ਗਏ ਜਵਾਬ ਦੇਣਾ। ਨਹੀਂ ਨਹੀਂ ਮੇਰਾ ਅਰਜ਼ ਕਰਨ ਦਾ ਮਕਸਦ ਹੈ ਲਫ਼ਜ਼ ਵਿੱਚੋਂ ਕੱਢ ਦਿਓ ਨਾ ਕਿ ਜਵਾਬ ਲੈ ਕੇ ਦਿਓ। ਮੈਂ ਲਫ਼ਜ਼ ਕਿਹੜਾ ਲਫ਼ਜ਼ ਮੈਂ ਕੱਢ ਦਵਾਂ? ਇਹ ਜਿਹੜਾ ਕਹਿ ਰਹੇ ਹੋ ਜਵਾਬ ਲੈ ਕੇ ਦਿਓ। ਅੱਛਾ ਮੈਂ ਲੈ ਕੇ ਦੇਣਾ ਜਵਾਬ? ਨਹੀਂ ਤੁਸੀਂ ਮੈਨੂੰ ਕਹਿੰਦੇ ਹੋ ਜਵਾਬ ਲੈ ਕੇ ਦਿਓ। ਅੱਛਾ ਜਦੋਂ ਮੈਨੂੰ ਇਹ ਕਹਿੰਦੇ ਹੋ ਉਹਦਾ ਮਤਲਬ ਇਹ ਹੁੰਦਾ ਹੈ ਕਿ ਮੈਂ ਤੁਹਾਨੂੰ ਜਵਾਬ ਲੈ ਕੇ ਦੇਣਾ ਹੈ। ਹਾਂਜੀ ਅੱਛਾ ਇਹੋ ਹੀ ਸਹੀ ਮਤਲਬ ਦਾ। ਠੀਕ ਹੈ ਇਹ ਕਹਿ ਰਹੇ ਹੋ ਜਾਂ ਤੁਸੀਂ ਉਹਨਾਂ ਨੂੰ ਡਾਇਰੈਕਟ ਪੁੱਛ ਰਹੇ ਹੋ? ਮੈਂ ਤੇ ਉਹਨਾਂ ਕੋਲ ਸਵਾਲ ਕੀਤਾ ਸੀ ਜਵਾਬ ਤੁਸੀਂ ਦੇਣਾ ਸ਼ੁਰੂ ਕਰ ਦਿੱਤਾ। ਠੀਕ ਹੋ ਗਿਆ ਫਿਰ ਗੱਲ ਖਤਮ ਹੋ ਗਈ। ਫਿਰ ਮੇਰੇ ਨਾਲ ਤਲਕ ਨਹੀਂ ਪੁੱਛ ਲਓ ਉਹਨਾਂ ਨੂੰ। ਤੇ ਮੈਂ ਪਹਿਲੇ ਉਹਨਾਂ ਕੋਲ ਹੀ ਤਾਂ ਪੁੱਛਿਆ ਸੀਗਾ, ਤੁਹਾਡੇ ਨਾਲ ਤਾਂ ਪੁੱਛਿਆ ਨਹੀਂ ਸੀਗਾ ਮੈਂ। ਤੁਸੀਂ ਇਹ ਵਿੱਚ ਕਿਹਾ ਨਾ ਮੈਨੂੰ। ਓਹੋ ਨਹੀਂ ਨਹੀਂ ਸੈਣੀ ਸਾਹਿਬ ਤੁਹਾਨੂੰ ਫਿਰ ਤੁਹਾਨੂੰ ਗਲਤਫਹਿਮੀ ਹੋਈ ਹੋਣੀ ਹੈ। ਮੈਂ ਤੁਹਾਨੂੰ ਨਹੀਂ ਪੁੱਛਿਆ। ਨਹੀਂ ਮੈਂ ਤੁਹਾਨੂੰ ਪੁੱਛਿਆ ਹੀ ਨਹੀਂ ਸੀਗਾ ਨਾ। ਮੈਂ ਤੁਹਾਨੂੰ ਨਹੀਂ ਪੁੱਛਿਆ। ਹੋ ਗਈ ਨਾ ਗੱਲ ਖਤਮ ਹੋ ਗਈ। ਸੈਫ ਸਾਹਿਬ ਤੇ ਅੰਬਰ ਸਾਹਿਬ ਨੂੰ ਗੱਲ ਕਰਨ ਦੇ ਸਾਰੇ ਮਿਊਟ ਲਾਣੇ ਆ। ਜੀ ਜੀ ਹਾਂਜੀ ਗੱਲ ਕੀ ਕਰਨੀ ਹੈ ਜਨਾਬ? साहब साहब गल ये है कि ये ने हजरत मुनाफिक साहब हुसैनी साहब जेड़े ने
ਓਏ ਇਹਨਾਂ ਨੇ ਗੱਲ ਤੁਹਾਨੂੰ ਨਹੀਂ ਕਰਨ ਦੇਣੀ, ਕਿਸੇ ਨੂੰ ਹੀ ਨਹੀਂ ਕਰਨ ਦੇਣੀ। ਤੁਹਾਡਾ ਹੁਸੈਨੀ ਸਾਹਿਬ ਬੰਦੋਬਸਤ ਕਰਾ ਲੈਣੇ ਅਸੀਂ। ਜੀ ਠੀਕ ਹੈ ਜੀ, ਮੈਨੂੰ ਤਾਂ ਜੋ ਫਰਮਾਉਂਦੇ ਨੇ ਮੈਂ ਤੇ ਕਿਉਂਕਿ ਸ਼ੁਕਰੀਆ ਉਹਨਾਂ ਦਾ। ਇਹਨਾਂ ਦਾ ਉਹ ਹਾਲ ਹੈ ਕਿ ਸਵਾਲ ਕਿਸੇ ਤੋਂ ਹੁੰਦਾ ਹੈ ਤਾਂ ਜਵਾਬ ਇਹ ਦਿੰਦੇ ਨੇ। कहना तुसी क्यों सर्टिफिकेट वंडी जा रहे हो? ऐसे डायरेक्टली नहीं कभी भी। ऐसे बुरी बात आपको है। क्या पता किसी का दिल का हाल क्या गोली है, लट पलट दी करके मारी दी है ना, मैं इनको डायरेक्टली नहीं कह रहा, इसलिए डायरेक्ट नहीं कभी था, गोली लट पलट दी करके मारी दी। बात ये है कि मैं इनको बहुत पुराना जानता हूँ, इसलिए नहीं जरूरत ही नहीं है। आप नहीं जानते किसी को भी। किहदे मतलब कह रहे हो पुराना जानते हो? हजरत मुनाफिक हुसैनी साहब के। कितना कितना अच्छा हो गया जानते हैं? अल्लाह ने कहा ये गैर मुनासिब बात है। 4-5 साल हो गए। 4-5 साल कदे मुलाकात हुई है? ਤੁਹਾਡੀ ਇਹ ਮੁਨਾਫਕਤ ਤੋਂ ਮੈਂ ਜਾਣ ਗਿਆ। ਨਹੀਂ ਮੇਰਾ ਮਕਸਦ ਹੈ ਮੈਂ ਮੁਨਾਫਕਾਂ ਨਾਲ ਮੁਲਾਕਾਤ ਕਰਨਾ ਹੀ ਨਹੀਂ ਚਾਹੁੰਦਾ। ਅੱਛਾ ਤਾਂ ਤੁਸੀਂ ਜਾਣਦੇ ਹੋ, ਠੀਕ ਹੈ ਠੀਕ ਹੈ। ਤੁਸੀਂ ਮਤਲਬ ਮੁਨਾਫਕਾਂ ਨਾਲ ਮੁਲਾਕਾਤ ਨਹੀਂ ਕੀਤੀ ਲੇਕਿਨ ਉਹ ਜਾਣਦੇ ਹੋ ਤੁਸੀਂ, ਠੀਕ ਹੋ ਗਿਆ। ਨਹੀਂ ਮੈਂ ਮੁਨਾਫਕਾਂ ਨਾਲ ਮੁਲਾਕਾਤ ਕਰਨਾ ਹੀ ਨਹੀਂ ਚਾਹੁੰਦਾ। ਠੀਕ ਹੈ ਠੀਕ ਹੈ। ਹਾਂਜੀ ਠੀਕ ਤੁਸੀਂ ਬੜੇ ਖੁਆਇਸ਼ਮੰਦ ਹੋ ਮੁਲਾਕਾਤ। ਨਹੀਂ ਮੈਂ ਤੇ ਖੁਆਇਸ਼ਮੰਦ ਹਾਂ ਤੁਹਾਡੇ ਇਲਮ ਫਜ਼ਲ ਦੀ ਵਜ੍ਹਾ ਨਾਲ, ਲੇਕਿਨ ਮੈਂ ਤੁਹਾਡੇ ਖੁਆਇਸ਼ ਨਹੀਂ ਮੁਲਾਕਾਤ ਦੀ, ਮੈਨੂੰ ਤੁਹਾਡੀ ਮੁਲਾਕਾਤ ਦੀ ਕੋਈ ਖੁਆਇਸ਼ ਨਹੀਂ ਹੈ ਕਿ ਮੈਂ ਮੁਨਾਫਕਾਂ ਤੋਂ ਦੂਰ ਰਹਿਣਾ ਚਾਹੁੰਦਾ। ਜੀ ਜੀ ਜਿਹੜੀ ਤੁਸੀਂ ਇੱਥੇ ਮੁਨਾਫਕਤ ਫੈਲਾਈ ਹੋਈ ਹੈ ਨਾ, ਜੀ ਜੀ ਉਹ ਨਜ਼ਰ ਆ ਰਹੀ ਹੈ, ਸਾਰੀ ਦੁਨੀਆ ਨੂੰ ਨਜ਼ਰ ਆ ਰਹੀ ਹੈ। ਹਾਂ ਜੀ ਜੀ। ਇੱਕ ਇਹ ਜਿਹੜਾ ਸ਼ੈਤਾਨ ਬਿਠਾਇਆ ਹੈ ਉੱਤੇ आमर खंजीर। करें यार ना करें। लड़का साहब आप ऐसी बात करें, पसंद आ रहा तो आप एक बटन है यहाँ पे क्रॉस का, उसको दबाएं, नीचे उतर जाए। क्या कर रहे हैं आप इस तरह की बातें? मेरे भाई मैं क्या वो जड़ा साहब ने इरशाद फरमाया वो खुतबा ते लाओ जरा। मेरे भाई और गाली नहीं दी, बड़ी परेशानी होती है जो इन लोगों के मुंह से। मैं फिर छोड़ के जा रहा हूँ कि ये बहुत ही घटिया सतह पर जा रहे हैं। और बाद लिखने वाले मुझे लिखते हैं कि ऐसे कहमतियों के मुंह से ऐसी गालियां और ऐसी गुफ्तगू सुनकर बड़ी परेशानी होती है, और कि जो एमडी के लिए इशाया निशान नहीं। और बाद लिखने वाले मुझे लिखते हैं कि ऐसे कहमतियों के मुंह से ऐसी गंदी गालियां और ऐसी गुफ्तगू सुनकर बड़ी परेशानी होती है जो इन लोगों के मुंह से अपने मुखालफिन के लिए, गैर हिंदी मौलवियों के लिए, या जिससे मुनाजरा कर रहे होते हैं उसके लिए निकल रही होती है। बहरहाल ये बातें किसी तरह भी एक अहमदी को ज़ेब नहीं देती। ये कहाँ तक सच है ये अल्लाह ताला बेहतर जानता है। मैंने खुद तो नहीं देखा, लेकिन मुझे लिखने वालों ने लिखा कि अहमदियों के मुकाबले में ऐसी जो गुफ्तगू होती है तो गैर अहमदियों की जुबान ज्यादा नरम होती है। नारे तकबीर, अल्लाह अकबर, अल्लाह। एनु कहंदे जे जादू वो जो सर पर चढ़कर बोले। अहमदियों के मुकाबले पर गैर अहमदियों की जुबान ज्यादा नरम होती है। देखें ये इसमें एक बड़ी अहम चीज है। सबर करो, सबर करो साहब, एक सेकंड। इसमें जो बात की गई है मुझे अहमदियों ने बताया है, ठीक है? आप क्यों डिफेंड कर रहे हो सैफ? ओ सबर साइड भाई क्या वजह बनी है यार? ਝੂਠ ਬੋਲਿਆ ਮੈਂ ਤੁਹਾਡੇ ਬੰਦਿਆਂ ਨੇ ਅੱਗੇ ਵੀ ਤੁਹਾਡੇ ਖਲੀਫਾ ਸਾਹਿਬ ਨੂੰ ਨਾ ਝੂਠ ਬੋਲ ਕੇ ਤੇ ਝੂਠੀਆਂ ਬੈਤਾਂ ਵੀ ਮੈਂ ਸੁਣਿਆ ਕਰਵਾਈਆਂ ਨੇ, ਉਹ ਜਿਹੜੀਆਂ 16 ਕਰੋੜ ਲੋਕ ਗਲਤ ਦੱਸਦੇ ਹੋਣੇ ਨੇ ਤੁਹਾਡੇ ਬੰਦੇ। ਅੱਛਾ ਇੰਜ ਨਹੀਂ ਹੋਣੀ ਗੱਲ। ਉਹ ਪਿਆਂਦੇ ਨੇ ਕਿ ਬਈ ਇਹ ਸੁਣਿਆ ਮੈਂ, ਮੈਨੂੰ ਦੱਸਿਆ ਨਾ ਵਾਲੇ ਨੇ ਦੱਸਿਆ ਕਿ ਅਹਿਮਦੀਆਂ ਦੇ ਮੁਕਾਬਲੇ ਤੇ ਗੈਰ ਅਹਿਮਦੀਆਂ ਦੀ ਜ਼ੁਬਾਨ ਜ਼ਿਆਦਾ ਨਰਮ ਹੁੰਦੀ ਹੈ। ਅੱਛਾ ਅਹਿਮਦੀ ਜਿਹੜੀਆਂ ਗੰਦੀਆਂ ਗਾਲੀਆਂ ਦੇ ਰਹੇ ਹੁੰਦੇ ਨੇ ਉਹਦੇ ਨਾਲ ਅੱਛਾ ਵੈਸੇ ਤੁਹਾਡੀ ਤੁਸੀਂ ਤੇ ਨਹੀਂ ਨਾ ਕਦੀ ਗਾਲਾਂ ਦਿੰਦੇ? ਸੁਣ ਤੇ ਲੋ ਗੱਲ, ਉਹ ਕਹਿੰਦੇ ਨੇ ਮੈਂ ਕਹਿ ਰਿਹਾ ਕਿ ਉਹ ਤੁਸੀਂ ਤੇ ਨਹੀਂ ਨਾ ਕਦੀ ਗਾਲਾਂ ਕੱਢੀਆਂ? ਸੁਣ ਤੇ ਲੋ, ਓਹੋ ਤੇ ਹਾਂ ਤੇ ਨਾ ਤੇ ਕਰੋ। ਸੁਣ ਕੇ ਨਾ ਤੇ ਕਈ ਅਹਿਮਦੀ ਕਹਿੰਦੇ ਨੇ ਕਿ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਛਾ ਇਹ ਸੁਣੋ ਤੇ ਮੈਂ ਕਹਿ ਰਿਹਾ ਕਿ ਤੁਸੀਂ ਤੇ ਨਹੀਂ ਨਾ ਕਦੀ ਗਾਲਾਂ ਕੱਢੀਆਂ?
अच्छा वो सुन ली असी हजूर कि साहब का जो खिताब एमडी सुन के लिया। लिए शाया निशान नहीं। सुनो और बात लिखने वाले मुझे लिखते सवाल हैं उत्ते ही रहना, तुसी 10 वारी सुनाओ भले। कि एमडीओ के मुंह से ऐसी गंदी गालियां और ऐसी गुफ्तगू सुनकर बड़ी परेशानी होती है। अहमदियों के मुंह से ऐसी गंदी गालियां और ऐसी गुफ्तगू सुनकर बड़ी परेशानी होती है। हाँ बड़ी परेशानी होती है, बात ठीक है। आपको तो नहीं ना परेशानी होती कभी? आपने तो नहीं ना कभी गालियां दी? आगे सुनो सुनो शाया निशान नहीं। ओ मैं कहता हूँ सवाल का तो जवाब दें, सुन तो लेंगे हम, सुन भी लिया है, दूसरी तरह सुना रहे हैं आप। कि एमडीओ के मुंह से ऐसी गंदी गालियां और ऐसी गुफ्तगू सुनकर बड़ी परेशानी होती है जो इन लोगों के मुंह से अपने मुखालफिन के लिए, गैर अहमदी मौलवियों के लिए, या जिससे मुनाजरा कर रहे होते हैं उसके लिए निकल रही होती है। बहरहाल ये बातें किसी तरह भी एक अहमदी को ज़ेब भी देती हैं। ये कहाँ तक सच है ये अल्लाह ताला बेहतर जानता है। मैंने खुद तो नहीं देखा, लेकिन मुझे लिखने वालों ने लिखा कि अहमदियों के मुकाबले में ऐसी जब गुफ्तगू होती है तो गैर अहमदियों की जुबान ज्यादा नरम होती है। अगर तो ये बात सच है तो फिर मैं ऐसे अहमदियों से कहूंगा कि बेहतर है वो तबलीग ना किया करे। निकलो बिल्कुल सही, बिल्कुल ठीक। करो तबलीग ना करो, घर जाओ। हाँ जी, ਹੁਣ ਮੈਨੂੰ ਦੱਸੋ ਕਿ ਤੁਸੀਂ ਤੇ ਨਹੀਂ ਨਾ ਕਦੀ ਤੁਸੀਂ ਇਹ ਗੱਲ ਸਵਾਲ ਮੇਰਾ ਉੱਥੇ ਹੀ ਰਹਿਣਾ। ਤੁਸੀਂ ਭਲੇ 100 ਵਾਰੀ ਡੋਜ ਕਰੋ, ਮੈਂ ਡੋਜ ਨਹੀਂ ਕਰਦਾ। ਤੁਸੀਂ ਦੱਸੋ, ਤੁਸੀਂ ਤੇ ਨਹੀਂ ਨਾ ਕਦੀ ਗਾਲਾਂ ਕੱਢਦੇ ਅਹਿਮਦੀਆਂ ਨੂੰ? ਤੁਹਾਡਾ ਸਵਾਲ ਮੁੱਕ ਗਿਆ ਤੇ ਜਵਾਬ ਸੁਣ ਲਿਓ। ਹਾਂ ਸੁਣਾਓ। ਅਗਰ ਕੋਈ ਬੰਦਾ ਮੈਨੂੰ ਗਾਲ ਕੱਢੇ ਨਾ, ਹਾਂ ਕਈ ਵਾਰੀ ਮੈਂ ਇਗਨੋਰ ਕਰ ਦੇਣਾ, अच्छा ਕਈ ਵਾਰੀ ਮੈਂ ਉਹਦੀ ਗਾਲ ये सुनने का ये अपने मोदी यार चुप ओ यार, 1 मिनट सबर साइड किसने बोला? चलाओ 1 मिनट रुको। करे जवाब दे। ਕਈ ਵਾਰੀ ਉਹਨਾਂ ਦੀਆਂ ਗਾਲਾਂ ਉਹਨਾਂ ਦੇ ਮੂੰਹ ਤੇ ਲੁਟਾ ਦਿੱਤੀਆਂ ਜਾਂਦੀਆਂ ਨੇ, ਜਿਸ ਤਰ੍ਹਾਂ ਕਿ ਖੁਦ ਮਿਰਜ਼ਾ ਸਾਹਿਬ ਵੀ ਫਰਮਾਉਂਦੇ ਨੇ ਨਾ अच्छा ਕਿ ਮੈਂ ਸਭ ਸਾਬੀਨ ਕਰਨਾ ਵਜੂਹਿਮ। ਇਹ ਮਿਰਜ਼ਾ ਸਾਹਿਬ ਵੀ ਕਰਦੇ ਸਨ ਤੇ ਮੈਂ ਵੀ ਕਈ ਵਾਰੀ ਕਰਨਾ ਕਿ ਸਭ ਸਾਬੀਨ ਕਰਕੇ ਉਹਨਾਂ ਦੀਆਂ ਅਲਾ ਵਜੂਹਿਮ ਉਹਨਾਂ ਦੇ ਮੂੰਹ ਦੇ ਉੱਤੇ ਮਾਰ ਦੇਣਾ। अब देखें ये वाजे ਮੈਨੂੰ ਜਵਾਬ ਦੇ ਲੈਣ ਦੋ ਨਾ। ਉਹ ਭਾਈ ਮੈਨੂੰ ਜਵਾਬ ਸਵਾਲ ਕੀਤਾ, ਜਵਾਬ ਲੈ। हाँ जी हाँ जी, करें जवाब दें। करो ना, चुप करो ना, मैं जवाब मुकम्मल करना, मैं लंबी गल नहीं करनी। अगर बगैर किसी दी प्रोवोकेशन दे, अगर किसी यार म्यूट ते ला लो, ਤੁਹਾਡੀ ਤੇ ਸ਼ਾਂ ਦੀ ਵਿੱਚ ਆਵਾਜ਼ ਵੀ ਆਉਂਦੀ, ਗੱਲ ਤੇ ਕਰ ਲੈਣ ਦੋ। ਆਓ ਤੁਸੀਂ ਕੰਪਲੀਟ ਕਰੋ ਨਾ। ਉਹ ਗੱਲ ਕਿਸ ਤਰ੍ਹਾਂ ਕੰਪਲੀਟ ਕਰਾਂ ਵਿੱਚ ਸ਼ਰਦ ਦੀ ਤੁਹਾਡੀ ਆਵਾਜ਼ ਵੀ ਆਉਂਦੀ। ਹਾਂ ਮਿਊਟ ਲਾਓ 1 ਸੈਕਿੰਡ। ਮੈਂ ਕਹਿ ਰਿਹਾ ਕਿ ਅਗਰ ਤੁਹਾਡੀ ਜਮਾਤ ਦਾ ਕੋਈ ਬੰਦਾ ਇੱਥੇ ਆ ਕੇ ਮੇਰੀ ਕੋਈ ਐਸੀ ਰਿਕਾਰਡਿੰਗ ਪੇਸ਼ ਕਰ ਦਵੇ ਜਿਹਦੇ ਵਿੱਚ ਮੈਂ ਉਹਦੇ ਨਾਲ ਗੱਲ ਕਰ ਰਿਹਾ ਵਾਂ ਔਰ ਉਹਦੀ ਪ੍ਰੋਵੋਕੇਸ਼ਨ ਤੋਂ ਬਗੈਰ ਮੈਂ ਉਹਨੂੰ ਗਾਲ ਕੱਢੀ ਜਾਵੇ ਜਾਂ ਕੋਈ ਵੀ ਸਖਤ ਲਫ਼ਜ਼ ਬੋਲਿਆ ਹੋਵੇ, ਉਹ ਰਿਕਾਰਡਿੰਗ ਪੇਸ਼ ਕਰ ਦਿਓ, ਮੈਂ ਇੱਥੇ ਹੀ ਹੁਣੇ ਹੀ ਸਭ ਦੇ ਸਾਹਮਣੇ ਮਾਜ਼ਰਤ ਕਰਾਂਗਾ। ਇਨਸ਼ਾਅੱਲਾ ਕਿਆਮਤ ਆ ਸਕਦੀ, ਉਹ ਤੁਸੀਂ ਵੀਡੀਓ ਤੇ ਆਡੀਓ ਨਹੀਂ ਮੇਰੀ ਪੇਸ਼ ਕਰ ਸਕਦੇ। ਜਦੋਂ ਤੁਸੀਂ ਗਾਲ ਕੱਢੋ ਤੇ ਕਈ ਵਾਰੀ ਸਬਰ ਕੀਤਾ ਜਾਂਦਾ, ਕਈ ਵਾਰੀ ਸਭ ਸਾਬੀਨ ਅਲਾ ਵਜੂਹ ਹੈ। अच्छा अभी देखते हैं। अच्छा आमिर नज़ीर साहब, इन्होंने खुद ये बात मानी है कि जी हम भी दे देते होते हैं, तो भाई हमें क्या लेक्चर सुना रहे हैं? खुद आप गालियां दे रहे हैं, मान रहे हैं कि भाई मैं भी दे देता हूँ गालियां, और हमें कह रहे हैं कि जी ये गालियां ना दिया करें, ये मना है। तो हम तो वैसे ही नहीं गालियां देते बिना प्रोवोकेशन के, या वैसे कभी भी देते ही नहीं है। मेरी रिकॉर्डिंग कभी कोई आपको मिलेगी नहीं, हमें सिखाया नहीं जाता कि कभी गाली के करीब भी हैं, कभी नहीं आप सुनेंगे कि हम गाली, हमें सख्त गालियां भी पढ़े हम, फिर भी कभी गाली का तस्वर ही नहीं पैदा होता। तो आमिर नज़ीर साहब ये मुझे बताएं थोड़ा कि ये जो कि कोई एक बुजुर्ग ने बात की थी कि जब पता हुंदा गुजर उते चढ़ना है तो निक्की हुंदी तेल मार दी, तो ये बात कहना सही है या नहीं? ये थोड़ा सा समझाएं, ये सख्त लफ्ज में आता है कि नहीं? ठीक। और उसके बाद जब वो बोले ओ तू की गाल कर रहे हैं, तेल दी, फिर कहा जाए कि ओ तू तेल नु छड़ माइया, तो सुक्के ते मिल माइया। ये जो बातें हैं, ये जो आपकी बातें हैं, ये सही है? फिर सबर साइड 1 मिनट यार, 1 मिनट।
वो बातें निकल जाएंगी, सारी बातें इधर उधर हो जाएंगी। ये तो पहले सुके ते मिल माया और ਇੱਕ ਬੰਦਾ मैं ਤੁਸੀਂ ਇੰਜ ਕਰੋ, जे पता हुंदा गुजर उत्ते चढ़ना ते निक्की हुंदी तेल मार दी, ये हाँ। वाली इसका तो देखे ना, ये बातें ठीक है कि नहीं है सही, इसका तो ਅੱਛਾ ਜੀ, समझाए ना हमें। ਅਗਰ ਇਹ ਲਫ਼ਜ਼ ਮੈਂ ਜ਼ਿੰਦਗੀ ਦੇ ਵਿੱਚ ਕਦੇ ਬੋਲੇ ਹੋਣ ਨਾ ਕਿ ਅਗਰ ਪਤਾ ਹੁੰਦਾ ਗੁੱਜਰ ਉੱਤੇ ਚੜਨਾ ਹੈ, अच्छा ਜ਼ਿੰਦਗੀ ਦੇ ਵਿੱਚ ਮੈਂ ਕਦੇ ਲਫ਼ਜ਼ ਬੋਲੇ ਹੋਣ, ਤੁਸੀਂ ਉਹ ਲਫ਼ਜ਼ ਲਿਆਓ, ਹੁਣੇ ਹੀ ਰਿਕਾਰਡਿੰਗ ਪੇਸ਼ ਕਰੋ, ਮੈਂ ਹੁਣੇ ਮਾਜ਼ਰਤ ਕਰ ਲੈਣਾ। अच्छा अच्छा सही, तो मतलब ये गल जो करे ਉਹਦੇ ਝੂਠ ਬੋਲੀ ते ਜਾ ਰਹੇ ਹੋ सही ਤੁਸੀਂ। है कि ਇੱਕ गलत है? ਮਿੰਟ, ਉਹ ਭਾਈ ਹੈਲੋ, ਮੈਂ ਵੀ ਗੱਲ मैं तो ਕਰਨੀ क्या ही नहीं कि ਉਹ ਮੇਰੀ किसी, ਗੱਲ ਤਾਂ ਸੁਣ मैं ਲਓ। तो क्या ही नहीं कि तुसी क्या या ਭਾਈ किसी ਮੈਂ ने ਕਿਹਾ क्या, ਤੁਸੀਂ 5 ਮਿੰਟ ਗੱਲ मैं ਕੀਤੀ कह रहे हैं कि मैं एक कह सीधा रहा कि तरीका मैं यार तो गल क्या करन ही दा। नहीं कि तुसी क्या या किसी ने क्या, मैं क्या जे ए किसी ने गल कही हो तो सही कही है कि गलत। ਜੇ ਤੇ ਗਾਲਾਂ ਦੀ ਕੁਆਲਿਟੀ ਦੇਖਣੀ ਹੈ ਕਿੰਨੀ ਇਫੈਕਟਿਵ ਹੁੰਦੀ ਹੈ, ਕਿਤਨੀ ਦੇਰ ਤੱਕ ਅਸਰ ਕਰਦੀ ਹੈ, ਔਰ ਸਾਡੇ ਫਿਰਕੇ ਦੇ ਲੋਕ ਕਦੇ ਗਾਲ ਨਹੀਂ ਕੱਢਦੇ, ਔਰ ਤੁਸੀਂ ਫਲਾਂ ਬੰਦੇ ਨੇ ਗਾਲ ਕੱਢੀ ਹੈ। ਜੇ ਦੋਏ ਪਾਸੇ ਇਹੋ ਹੀ ਡਿਸਕਲੇਮਰ ਆ ਜਾਏ ਕਿ ਸਾਡੀ ਤਰਫੋਂ ਕੋਈ ਵੀ ਗੱਲ ਨਹੀਂ ਕੱਢਦਾ, ਉਹ ਵੀ ਕਹਿਣ ਸਾਡੀ ਤਰਫੋਂ ਕੋਈ ਵੀ ਗੱਲ ਨਹੀਂ ਕੱਢਦਾ, تو ٹھیک ہوگی گل، پھر تو کوئی ایسا جھگڑا ہے ہی نہیں، ٹھیک ہی ہے۔ السلام علیکم رحمۃ اللہ۔ وعلیکم السلام، کی حال ہے احمدی صاحب؟ کیسی ہے؟ اللہ کا شکر ہے، میں کیا ਤੁਹਾਡੇ ਨਾਲ ਸਲਾਮ ਦੁਆ ਕਰ ਲਈ ਹੈ ਕਾਫੀ ਦਿਨ ਹੋ ਬੜੀ ਗਏ। ਮਿਹਰਬਾਨੀ ਹੈ, ਤੁਸੀਂ ਤਸ਼ਰੀਫ ਲਿਆਏ ਹੋ ਫਿਰ ਰਸ਼ ਤੇ ਪੈ ਜਾਣਾ ਤੇ ਮਲਫੂਜ਼ਾਤ ਫਿਰ ਸੁਣ ਲਓ। ਮੈਂ ਤੇ ਰਸ਼ ਵਿੱਚ ਤੁਹਾਨੂੰ ਪਤਾ ਮੇਰੇ ਕੋਲ ਬੋਲਿਆ ਵੀ ਨਹੀਂ ਜਾਂਦਾ। ਬਹੁਤ ਅੱਛੀ ਗੱਲ ਹੈ। ਇਹ ਕਿਸੇ ਨੇ ਭੇਜੀ ਹੈ ਇੱਕ ਬੜੀ ਅੱਛੀ ਚੀਜ਼، جی جی تین فطری قوانین جو جی کڑوے ہیں لیکن سچے ہیں۔ بالکل بالکل پہلا قانون فطرت یہ ہے کہ اگر کھیت میں دانہ نہ ڈالا جائے تو قدرت اسے گھاس پھوس سے بھر دیتی ہے۔ بالکل اسی طرح اگر دماغ کو اچھی فکروں سے نہ بھرا جائے تو کج فکری اسے اپنا مسکن بنا لیتی ہے، یعنی اس میں صرف الٹے سیدھے خیالات آتے ہیں اور وہ شیطان کا گھر بن جاتا ہے۔ لغویات آ جاتے ہیں۔ دوسرا قانون فطرت یہ ہے جس کے پاس کچھ ہوتا ہے وہ وہی کچھ بانٹتا ہے۔ بالکل خوش مزاج انسان خوشیاں بانٹتا ہے، غم زدہ انسان غم بانٹتا ہے، عالم علم بانٹتا ہے، پرامن انسان امن و سکون بانٹتا ہے، ماشاء اللہ دیندار انسان دین بانٹتا ہے، خوف زدہ انسان خوف بانٹتا ہے، مثبت اور تعمیری انسان موٹیویشن دیتا ہے، اسی طرح سیاہ دل و متعصب انسان تعصب اور نفرت بانٹتا ہے۔ تیسرا قانون، آپ کو زندگی میں جو کچھ بھی حاصل ہو اسے ہضم کرنا سیکھیں، اس لیے کہ کھانا ہضم نہ ہونے پر بیماریاں پیدا ہوتی ہیں، مال و ثروت ہضم نہ ہونے کی صورت میں ریاکاری بڑھتی ہے۔ ایک منٹ ہولڈ کریں۔ میں تو کہتا تھا وہ لگا دیتے نہ تم صدمے ہمیں دیتے، کافی دن ہو گئے تھے سنا نہیں۔ ہاں جی، ਤੇ ਉਹ ਕਹਿੰਦੇ ਨੇ ਜਿਹੜੀ ਮੈਂ ਕੱਲ ਤੁਹਾਨੂੰ ਸੁਣਾ ਰਿਹਾ ਆ، مال و ثروت ہضم نہ ہونے کی صورت میں ریاکاری بڑھتی ہے، بات ہضم نہ ہونے کی صورت پر چغلی بڑھتی ہے، چغلی اور غیبت بڑھتی ہے، تعریف ہضم نہ ہونے کی صورت میں غرور میں اضافہ ہوتا ہے، مذمت کے ہضم نہ ہونے کی وجہ سے دشمنی بڑھتی ہے، غم ہضم نہ ہونے کی صورت میں مایوسی بڑھتی ہے، اقتدار اور طاقت ہضم نہ ہونے کی صورت میں معاشرے میں ظلم و بے روی میں اضافہ ہوتا ہے۔ اپنی زندگی کو آسان بنائیں اور ایک با مقصد اور با اخلاق زندگی گزاریں، لوگوں کے لیے آسانیاں پیدا کریں۔ اللہ پاک ہم سب کو اچھی زندگی گزارنے کی توفیق عطا کریں۔ اللہ تعالیٰ آپ کو بھی اچھی باتیں پھیلانے کی توفیق دے، آمین۔ اور ہم سب کو بھی سننے کی اور سمجھنے کی اچھی باتیں اور خود بھی اچھا بننے کی توفیق عطا فرمائے۔ آمین۔ ہم تو ہوں تو ملفوظات سنا دینے ہیں، ملفوظات سن لو۔ جی ضرور۔ لا الہ الا اللہ وحدہ لا شریک لہ واشہد ان محمدا عبدہ ورسولہ ان اللہ وملائکتہ یصلون علی النبی یا
अय्युहल्लज़ीना आमनू सल्लू अलैहि वसल्लिमू तस्लीमा। अल्लाहुम्मा सल्लि अला सय्यदिना व मौलाना मुहम्मदिन व अला आलि सय्यदिना व मौलाना मुहम्मदिन व बारिक व सल्लिम इन्नका हमीदुम मजीद। जमाने की इमामत को जमाने का इमाम आया, मोहम्मद की गुलामी में मोहम्मद का गुलाम आया। खातमुल अंबिया हजरत मोहम्मद मुस्तफ़ा अहमद मुस्तफ़ा सल्लल्लाहु अलैहि वसल्लम के गुलाम और हमारे इमाम बानी जमात अहमदिया मसीह मऊद व महदी मसूद के रूह परवर और ईमान अफरोज मलफूजात। हजरत अक़दस ने फरमाया, जो बात हमारी समझ में ना आवे या कोई मुश्किल पेश आवे तो हमारा तरीक़ ये है कि हम तमाम फिक्र को छोड़कर सिर्फ दुआ में और तजर्रुं में मसरूफ हो जाते हैं, तब वो बात हल हो जाती है। फिर फरमाया, अफसोस है कि लोग जोश और सरगर्मी के साथ कुरान शरीफ की तरफ तवज्जो नहीं करते, जैसा कि दुनियादार अपनी दुनियादारी पर या एक शायर अपनी अशार पर गौर करता है, वैसा भी कुरान शरीफ पर गौर नहीं किया जाता। बटाला में एक शायर था, उसका दीवान है। उसने एक दफा एक मिसरा कहा, सबा शर्मिंदा में गर्दन बरूए गुल निगाह करदन, मगर दूसरे मिसरे की तलाश में बराबर 6 महीने सरगर्दान व हैरान थे तरह। दिल आखिर एक दिन एक बजाज की दुकान पर कपड़ा खरीदने गया। बजाज ने कई थान कपड़ों के निकाले पर उसको कोई पसंद न आया। आखिर बगैर कुछ खरीदने के जब वो खड़ा हुआ तो बजाज नाराज हुआ कि तुमने इतने थान खुलवाए और बेफायदा तकलीफ दी। इस पर उसको दूसरा मिसरा सूझ गया और अपना शेर इस तरह पूरा किया, सबा शर्मिंदा में गर्दन बरूए गुल निगाह करदन के रखते गुंचरा वाह करदन न तवानस तय करदन। जिस कदर मेहनत उसने एक मिसरे के लिए उठाई, इतनी मेहनत अब लोग एक आयत कुरानी के समझने के लिए भी नहीं उठाते। कुरान जवाहरात की थैली है और लोग इससे बेखबर है। 12 सितंबर 1901 फरमाया, इस्लाम की मौजूदा हालत खुद बता रही है कि खुदा ताला कोई सिलसिला ऐसा कायम करे जो उसको इन मुश्किलात से निजात दे। जीरत और दानशमंद इंसान के लिए क्या ये काफी नहीं है कि जब जमीन पर तैयारी है तो आसमान पर कोई तैयारी ना हुई? क्या मुखालिफों ने इस्लाम के नेस्त नाबूद करने में कोई कमी छोड़ी है? पादरियों की तरफ देखो कि उन्होंने किस कदर जोर लगाया है। इन लोगों के इरादे हैं और उनके नजदीक वो हम जिसको ये अमन करार देते हैं उस वक्त कायम हो सकता है कि इस्लाम का इस्तिसाल किया जाए। जो शख्स कुरान शरीफ को अल्लाह ताला की तरफ से समझता है और रसूलुल्लाह सल्लल्लाहु अलैहि वसल्लम को खुदा ताला का सच्चा नबी मानता है, उसे समझना चाहिए कि खुदा ताला ने जो ये वादा किया था कि इन्ना नहनु नज़्ज़लना ज़िक्रा व इन्ना लहु लाफ़िज़ून, क्या वो इस वक्त इन बेजा हमलों के दिफा शुरू करने के लिए इस सदी के सर पर अपनी सुन्नत कदीमा के मुताबिक कोई आसमानी सिलसिला कायम न करता? और फिर कुरान शरीफ में जबकि ये साफ फरमा दिया है कि इन्ना माल उसरे युसरन, तो क्या जरूरी न था कि इन तंगियों की जिनमें आज इस्लाम मुब्तला इंतहा होती और युसर की हालत पैदा होती? बेशक जरूर था, चुनांचे उसने ऐसे ही किया। फरमाया, ये ऐसी बातें हैं कि इन पर गौर करने से जरूरी तौर पर समझ में आता है कि इस मुसीबत और तंगी के वक्त जरूर आसमान पर एक सामान हो चुका है और तैयारी हो रही है और वो वक्त करीब है कि इस्लाम अपनी असली सूरत और हालत में नुमाया हो और मिरल हालिका तबाह हो जाए। खुदा ताला की सुन्नत कदीम में से ये अम्र भी है कि वो जाहिर नहीं फरमाता जब तक उसका वक्त ना आ जाए। मगर इस वक्त हम देखते हैं कि तो खुरेजी हो रही है। अंदरूनी मसाइब को ही देखो कि वो क्या रंग ला रहे हैं। मुसलमानों में इबादत नहीं रही जो कामयाबी का असूल है। खवारिज शिया अलग हैं, हम्बली शाफी मालिकी हनफी अलग हैं, सूफियों और मशाइख में अलग अलग तफरीका शुरू है, जैसा कि चश्ती नक्शबंदी सोरवर्दी कादरी वगैरह फिरकों से मालूम होता है। हर एक इन फिरका वालों में से बजाय खुद ये ख्याल करता है कि करता होगा कि अब इसी का फिरका कामयाब हो जाएगा और बाकी सबका नाम निशान मिट जाएगा। हनफी कहते होंगे कि सब हनफी हो जाएंगे, राफियों के नजदीक अभी रफ्जी का जमाना होगा, वजूदी कहते होंगे कि सब वजूदी हो जाएंगे। असल में ये सब झूठे हैं, क्योंकि ये बातें खुदा ताला से इस्तिमजाज करके तो नहीं की जाती बल्कि अपने जाती और सती ख्यालात हैं। कोई शख्स खुदा ताला के इरादे तक नहीं पहुंचा,
خدا تعالیٰ کے ارادے وہی ہیں جو قرآن شریف سے ثابت ہیں. جو ظلم اس وقت کتاب اللہ پر اندرونی یا بیرونی طور پر کیا گیا ہے، جو فرقہ ظلم کے انتقام لینے والا اور کتاب اللہ کے جلال اور عظمت کو ظاہر کرنے والا ہوگا، وہی خدا سے تائید پائے گا اور اسی کی کامیابی خدا کے حضور سے مقدر ہے. جو اس ظلم کی اصلاح کرے گا، خواہ اس فرقے کا کوئی نام ہو، اگر وہ فرقہ دین کے لیے غیرت رکھتا اور کتاب اللہ کی عزت کے لیے اپنے ننگ و نام کو کھوتا ہے، تو اس وقت ایک لذت اور ایک بصیرت کے ساتھ خود بخود روشن ہو جائے گا کہ یہی خدا تعالیٰ سے مدد یافتہ ہے. جو کچھ اس زمانے میں پھیلا ہوا ہے اس کی بابت کچھ نہ پوچھیے. بہت سے چور اور ڈاکو مل کر نقبزنی کر رہے ہیں اور ایک خطرناک سازش اسلام اور نبی کریم صلی اللہ علیہ وسلم اور کتاب اللہ کے خلاف کی جا رہی ہے. مگر یہاں کچھ فکر ہی نہیں. اندرونی مفاسد نے مخالفوں کو موقع دے دیا ہے کہ وہ متاع اسلام کے لوٹ لینے میں دلیر ہو جائیں. میری رائے میں اندرونی مفاسد میں سے بہت کچھ حصہ علماء کے باعث ہوا ہے اور کچھ حصہ ان لوگوں کی غلطیوں کا ہے جو اپنے آپ کو معاہد کرتے ہیں اور انہوں نے میری خشک لفظیوں کا نام اسلام رکھ چھوڑا ہے اور ذرا بھی آگے نہیں بڑھتے. انہوں نے فیصلہ کر رکھا ہے جیسا عیسائیوں یا اور باطل پرستوں نے مان رکھا ہے کہ خدا کی طاقتیں پیچھے رہ گئی ہیں اور آگے نہیں ہیں. گویا جو کچھ ان کے ہاتھ میں ہے وہ میرے قصے اور کہانیاں ہی ہیں جن میں حقیقت کی روح اور زندگی کا کوئی نشان باقی نہیں ہے. دوسرے لفظوں میں یوں کہو کہ انہوں نے اسلام کا یہ مغز اور خلاصہ دنیا کے سامنے پیش کیا ہے کہ صرف قصوں کی پیروی کرو اور کچھ نہیں. جس قدر یہ ظلم اسلام پر کیا گیا ہے اس کی نظیر اپنے رنگ میں بہت ہی کم ملے گی، کیونکہ اسلام یہ ایک ایسا مذہب تھا اور ہے جو ہر زمانے میں زندہ مذہب کہلا سکتا ہے، کیونکہ اس کے نشانات مردہ مذاہب کی طرح پیچھے نہیں رہ گئے بلکہ اس کے ساتھ ہر وقت رہتے ہیں. مگر ان خشک معاہدوں نے اس کو بھی مردہ مذاہب کے ساتھ ملانے کی کوشش کی، جبکہ اس کے انوار و برکات کو ایک وقت خاص تک محدود کر دیا. ابتدا میں جب اس فرقے نے سر نکالا تو بعض طبیعت رسا والے بھی ان کے پاس آتے تھے، مگر یہ کسی کو خیال پیدا نہ ہوا کہ ان کا پھیلا تو پڑتال کر کے دیکھیں کہ ان کے پاس ہے کیا. جب خوب غور اور فکر سے ان کی تلاشی لی گئی تو آخر یہی نکلا کہ ان کے پاس بجز رفع یدین یا آمین بالجہر یا سینہ پر ہاتھ باندھنے کی اور ایسے ہی چند جزی باتوں کے اور کچھ نہیں. اور وہ اسی پر زور دیتے رہے. مثلا امام کے پیچھے فاتحہ ضرور پڑھنی چاہیے، قطع نظر اس کے کہ اس کے معنی بڑی اطلاع ہو یا نہ ہو. مولوی محمد حسین بٹالوی قریباً 20 برس تک اپنے رسائل میں انہی مسائل پر زور دیتا رہا، لیکن آخر ماحصل یہی نکلا کہ اس پرگوئی میں کوئی روحانیت نہیں ہے اور آخر ان تیز زبانوں کی منہ زوری ائمہ اربعہ کی تحقیر اور تضلیل تک منتہی ہوتی ہے. فرمایا میری رائے میں ائمہ اربعہ برکت کا نشان تھے، ان میں روحانیت تھی کیونکہ روحانیت تقوی سے شروع ہوتی ہے اور وہ لوگ در حقیقت متقی تھے اور خدا سے ڈرتے تھے اور ان کے دل کلاب دنیا سے مناسبت نہ رکھتے تھے. یاد رکھو یہ تقوی بڑی چیز ہے. خوارے کا صدور بھی تقوی ہی سے ہوتا ہے اور اگر خوارے نہ بھی ہوں پھر بھی تقوی سے عظمت ملتی ہے. تقوی ایک ایسی دولت ہے کہ اس کے حاصل ہونے سے انسان خدا تعالیٰ کی محبت میں فنا ہو کر نقص وجود مٹا سکتا ہے. کمال تقوی کا یہی ہے کہ اس کا اپنا وجود ہی نہ رہے اور سیکل زدم قدر کے آئینہ نمان کا مستحق ہو جائے. اصل میں یہی توحید اور یہی وحدت وجود تھی جس میں لوگوں نے غلطیاں کھا کر کچھ کا کچھ بنا لیا ہے. یہ کیا دین اور تقوی ہے کہ ایک ضعیف انسان اور بیچارہ بندہ ہو کر خدائی کا دعویٰ کرے. اس سے بڑھ کر کیا گستاخی اور سوخی ہو سکتی ہے کہ انسان خدا بنے اور خدا کے بھید اور اسرار کے جاننے کا مدعی ٹھہرے. اسی لیے حضرت اقدس مسیح موعود فرماتے ہیں عجب ناداں ہے وہ مغرور و گمراہ کہ اپنے نفس کو چھوڑا ہے بیرا. بدی پر غیر کی ہر دم نظر ہے مگر اپنی بدی سے بے خبر ہے. وآخر دعوانا ان الحمدللہ رب العالمین. جی بسم اللہ. السلام علیکم حسینی صاحب. جی وعلیکم السلام. صاحب بھائیوں کو ٹونی بھائی سوری میری نیچے نظر نہیں پڑتی اور کمنٹ میں تو میں گاڑی چلا رہا ہوتا ہوں نا تو ابھی دیکھا ہے تو سوری میں پھر وعلیکم السلام کی ہے. تو حکیم صاحب چلے گئے پھر ہیں حسینی صاحب؟ جی جی حکیم صاحب ضروری کماں چ انہوں نے اور بھی جگہ دوست کرنی ہوندیاں نے. جی پرانے دوست ہیں نا حسینی صاحب کے. حکیم صاحب ہو گئے، عبد الرؤف صاحب ہو گئے، جا خاص عنایت رکھتے ہیں حسینی دائی اللہ خصوصی نے نو. صاحب. جی
ਨਹੀਂ ਮੇਰੇ ਨਾਲ ਬੜੀ ਸ਼ਫਕਤ ਦਾ ਸਲੂਕ ਹੈ ਉਹਨਾਂ ਦਾ ਬੜੀ ਮੁਹੱਬਤ ਦਾ ਸਲੂਕ ਫਰਮਾਉਂਦੇ ਨੇ ਤੇ ਦੂਸਰਾ ਇਹ ਵੀ ਅਹਿਮਦੀ اخلاق فاضلہ ਦਾ بھی میرا خیال ہے جڑی ڈبیٹ پہلے ہوئی نا حسینی صاحب جی جی اس کا جواب میں نے دیکھا ہے سیف احمدیت ہی نے دیا ہے صحیح کر کے ہاں جی سیف احمدیت جو بھائی ہیں انہوں نے دیا ہے ٹھیک انہوں نے بولا بھائی لکھا ہے تو لکھا ہے بات ختم جی اس میں نہ ان کو وہ نذیر صاحب جو بیٹھے ہیں نہ ان کو ضرورت ہے وہ کرنے کی کہ نہیں ایسا نہیں ہے وہ انہوں نے ٹھیک ہے جو لکھا ہے وہ لکھا ہے جی بس یہ صحیح جواب ذمہ داری لینی چاہیے یعنی کہ اس سے بچنے کی کیا ضرورت ہے ایک الفاظ لکھ دیا انہوں نے انہوں نے آپ کے وہ کابرین ہیں انہوں نے زیادہ ہی سمجھ کے رسانی صاحب تو ٹھیک ہے بس اس پہ آن کریں اس کو اس میں کون سی بات ہے اچھا ہے برا ہے جو بھی ہے جو لفظ ہے تو وہ استعمال ہوتے ہیں لفظ کیوں نہیں ہوتے ایسا تھوڑا ہی ہے کہ لفظ استعمال نہیں ہوتے جی بالکل اصل گل یہ جڑے لاہور جماعت والے نے انہوں نے ساریاں عربی کتاباں دا اردو ترجمہ کیتا انہوں نے دسیا مینوں یہ گل عامر عزیز انہوں دا نام ہے یہ ذکر ہے تو وہ کہنے لگے کہ انہوں نے اے ترجمہ کیتا ہے انہوں نے انہوں دی کتاب کਢ لی جڑی ترجمہ شدہ کتاب ہے عربی سے تے اودے تے وہ جڑے شیخ صاحب نے وہ دفاع کرنا پہ حالانکہ دفاع کی ضرورت کوئی نہیں ہوتے جس طرح کا ترجمہ ہے ونجی ہے حسینی صاحب السلام علیکم جی وعلیکم السلام حسینی صاحب یہ جڑی کتاب جڑی عامر نذیر صاحب پڑھے سن تے عربی چ کتاب ہے یہ ترجمہ کنے کیتا ہویا ہے یہ ترجمہ خود مرزا صاحب نے کیتا ہے ٹھیک ہے اور جے اودے وچ انہوں نے کسی چیز دا لفظ دا ترجمہ کیتا ہے بالکل ٹھیک کیتا اودے مطلب وہ بھی یہی کہہ رہے ہیں کوئی آرگومنٹ والی گل ہی کوئی نہیں ہے نہیں غیر ضروری ڈیفینڈ کبھی نہیں کرنا چاہیے وہ بھی یہی کہہ رہے ہیں اب قرآن کے اندر اگر قرآن کے اندر کوئی بات لکھی ہے ظاہراً آپ کے ذہن میں نہیں آ رہی بات تو وہ آپ قرآن کو تو نہیں نا ٹویسٹ کر دیں گے بالکل نہیں یہ نذیر صاحب جو بیٹھ کے نئے آئے ہیں محنت پہلے نہیں ان سے ملاقات یہ نذیر صاحب جو یہ ڈیفینڈ کر رہے تھے اس چیز کو نہیں ایسا نہیں ہوگا ایسا نہیں ہوگا وہ حضرت مسیح موعود کتابوں میں انہوں نے خود ڈیفینڈ کیا ہوا ہے ہر چیز کو ڈیفینڈ کرنے کی ضرورت ہی نہیں ہے آپ نے اگر ان کو دیکھو ان کو ترجمے سے بھی بتا دیا کہ بگجی کا کیا مطلب ہے بگایا کا مطلب تو انہوں نے کون سا مان لیا انہوں نے تو آپ جو بھی آپ بتا دیں بھلے ان کو سمجھ آ بھی جائے تو انہوں نے ماننا تو نہیں ہے نا انہوں نے بس انکار ہی کرنا ہے جی میں کچھ کہہ سکتا ہوں پھر اگر وہ ماننے والے ہوں تو پھر ان کو سامنے پیش کریں نا یہ بات ہے جی آپ ہی کریں پیش نہیں میں صرف مختصر سی بات کرنا چاہتا ہوں مسئلہ یہ ہے کہ ہم سب جو انسان ہیں نا ہر ایک انسان کے اندر ایک اپنا ایک معیار ہے جو اس نے سٹینڈرڈ قائم کیا کہ ایسی بات ہو تو میرے لیے وہ قابل قبول ہے اللہ تعالیٰ کا ایسا کوئی معیار نہیں ہے اللہ تعالیٰ نے آپ کو کوئی ضابطہ حیات دینا ہے تو اس میں ہر طرح کے معاملات جو ہے نا اس نے آپ کے لیے ڈسکلوز کرنے ہیں ڈسکس کرنے ہیں اور آپ کو سمجھانے کے لیے ہر چیز کا احاطہ کرنا ہے ٹھیک ہے تو اگر قرآن مجید میں کوئی الفاظ اگر آپ کو نظر آتے ہیں جو آپ کے معیار کے خلاف ہیں تو وہ آپ کے معیار کا نقص ہے اس نقص کو درست کرنا چاہیے اس میں جو کلام اللہ ہے وہ بین الناس کے لیے دنیا کی فلاح و بہبود اور اس کی گائیڈنس کے لیے اس کو ہر امور میں رہنمائی کرنے کے لیے پیش کیا گیا اسی طرح اس کے اللہ تعالیٰ کے جو نیک بندے ہیں بزرگان دین ہیں انبیاء ہیں انہوں نے بھی جو باتیں فرمائی ہیں وہ انسانوں کو سمجھانے کے لیے بیان فرمائی ہیں کیونکہ دیکھیں اگر میں مثال دیتا ہوں آپ کا بچہ اگر آپ سے کوئی بات پوچھنے میں ہچکچائے گا نا تو ظاہر سی بات ہے غیروں سے پوچھے گا تو جب غیروں سے پوچھے گا تو کوئی غلط گائیڈنس مل سکتی ہے نا اس کو غلط طریقے سے سمجھایا جا سکتا ہے اس میں مس گائیڈ ہونے کا خطرہ ہے تو کیوں نہ آپ کے والدین آپ کو وہی چیز سمجھائیں اور ایسے انداز میں سمجھائیں تو یہ ایک سمجھنے کا انداز ہے بھائی میں تو اس چیز کے لیے کہتا ہوں کہ اس کو سمجھنے کی ہمیں اپنے
انداز کو صحیح کرنے کی ضرورت ہے، سمجھنے کا جو طریق ہے نا اس کو اپنانے کی ضرورت ہے۔ ایک اور درخواست کرنا چاہتا ہوں کہ کچھ جاننے والے ہیں وہ آج کل کافی ان کی صحت ناساز ہے، ان کے لیے دعا کی درخواست ہے۔ اللہ تعالیٰ صحت دے۔ اس میں اس بات کو تھوڑا سا نا ایک تو اللہ تعالیٰ صحت دے، ان کو کامل شفا دے۔ میں اس میں بات کو آگے اس طرح بڑھانا چاہتا ہوں کہ جب ایک تو پہلی بات تو یہ ہے کہ جب آپ جیسے حضرت مسیح علیہ السلام کے جو بھی دعویٰ جات ہیں، مطلب بہت سارے لوگ کہتے ہیں نبوت کا دعویٰ نہیں کیا، بہت سارے مانتے ہیں نبوت کا دعویٰ کیا، ٹھیک ہے نا۔ ایک آپ کوئی شخص یہ مانتا ہے کہ انہوں نے نبوت کا دعویٰ کیا اور پھر اس کو بیٹھ کے جج کرنا شروع کرے، حالانکہ اس کا عقیدہ یہ ہے کہ نبی آ ہی نہیں سکتا۔ تو اگر میرا یہ عقیدہ ہونا کہ نبی آ ہی نہیں سکتا، ٹھیک ہے، یا میرا یہ عقیدہ ہو جیسے عیسائیت کے طور پہ، اگر فرض کریں میں عیسائی ہوں، مثال دے رہا ہوں، اور میرا یہ عقیدہ ہو کہ عیسیٰ علیہ السلام کے بعد کوئی نبی آ ہی نہیں سکتا، تو مجھے پورے قرآن مجید میں اور پوری حدیث میں مجھے تضاد ہی نظر آئیں گے، مجھے برائیاں نظر آئیں گی، مجھے کوئی اچھائی نظر آ ہی نہیں سکتی، کیونکہ میرا عقیدہ ہے کہ کوئی آ ہی نہیں سکتا۔ اب جو آیا ہے نا وہ جھوٹا، اور میں نے اس کے اوپر تنقید جو اچھی بات ہے نا اس کو ہی میں نے ایسے ہی پیش کرنا ہے کہ وہ بات صحیح نہیں کی انہوں نے۔ تو یہ بیسک جو چیز ہے، بہت سارے میرا خیال ہے کہ سمجھنے والوں کو یہ سمجھنی چاہیے کہ کوئی کسی بھی شخص کا اگر ایسا عقیدہ ہے کہ کوئی آ ہی نہیں سکتا، ٹھیک ہے، کوئی مسئلہ آ ہی نہیں سکتا، تو پھر اس کے اوپر اس کو آپ جو مرضی آپ اس کو دلیل دے دیں نا، وہ اس سے پنجابی میں کہتے ہیں تتے توے تے بہ کے کسی کرنا، وہ بھی کر کے دکھا دیں گے نا تو وہ کہے گا نہیں جی نہیں بس یہ غلط لکھتا ہے، کیوں کہ اس کا عقیدہ ہی یہ ہے۔ تو یہ چیز بڑی ضروری ہے، اس چیز کو ایکسیپٹ کرنا کہ جو مخالفین جو نہیں مانتے وہ آپ کے سامنے ایسے ہی اعتراضات لے کے آتے رہیں گے، اور کوئی شخص ایسا جو آپ کے سامنے اعتراض بار بار اس کا کام ہی یہی ہو، تو پھر میرا خیال ہے کہ اس کو جواب دینے کی سچی سے جواب دیا جائے، ٹھیک ہے، جیسے وہ جواب دیتے ہیں۔ سیفی احمد صاحب نے جب آ کے بات شروع کی ہے، ان سے پوچھا ہے کہ کوئی ایسے کہے تو وہ کہتے ہیں میں تو نہیں کیا، وہ گجر والی بات، ٹھیک ہے، میں تو نہیں کہی۔ اب وہ یہ نہیں کہہ رہے کہ جس نے کی ہے اس نے غلط کی ہے۔ تو اس طرح کے جوابات، پھر اس کے جوابات بھی ایسے ہی ہونے چاہیے، اس کے سوالوں کے جوابات، اگر وہ آپ کے سوالوں کے جواب ایسے ہیں نا تو ان کے سوالوں کے جواب بھی ایسے ہی ہونے چاہیے، ہمیں اس میں کوئی مغز ماری کرنے کی ضرورت نہیں ہے۔ جزاک اللہ۔ نہیں، مسئلہ یہ ہے کہ پھر انہوں نے اپنے آپ پہ کیوں لے گئے؟ میں نے تو ان کا نام ہی نہیں لیا تھا، میں نے تو پوچھا تھا اگر کوئی یہ کہے تو، کیونکہ جواب نہیں دینا چاہتے نا آپ کی بات کا، آپ کی بات کا جواب نہیں دینا چاہتے تھے کہ کسی نے اگر یہ کہا ہے تو کیسے لفظ ہے، اس بات کا جواب نہیں۔ اچھا، مطلب یہ کہ خود شیشے کے محل میں بیٹھ کر ہمیں پتھر مار رہے ہیں۔ ہاں، ابھی یہاں بیٹھ کے مطلب کتابوں کے حوالے نکالنے ہو تو یہاں 150 کتابیں پڑھی ہوئی ہیں ان کے علماء کی لکھی ہوئی، آپ ایک ایک علماء کی کتاب پڑھنا شروع کر دیں گے، مکر جائیں گے، ساڈا ہے ہی نہیں، اسی انہوں مانتے ہی نہیں۔ آپ کے سامنے علماء کی کتابیں تو دور رہ گئی، علماء کو دیکھ لیں۔ ہاں جی، علماء یہ ان کے دیکھ لیں، خادم حسین رضوی صاحب، ماشاءاللہ انہوں نے جو تبلیغ کی ہے، دیکھ لیں وہابیاں دی اذان دا کیڑا ادب ہے، اے تے سور تے سورن۔ آپ ان سے پوچھ کے دیکھ لیں، کسی بندے پوچھ کے دیکھ لو، کہے گا اسی دنوں مانتے ہی نہیں، پاؤں پہ مکر جائیں گے، اسی مانتے ہی نہیں ہے۔ آپ کے ساتھ کتنے دفعہ یہ ہوا ہے سیف احمد بھائی کہ آپ نے کوئی حوالہ پڑھا اور کہا یار انہوں نے ایسی مانتے، ایسی کہ نبی ماننے ہیں، غلط بھی کہہ سکتا ہے، غلط کہہ سکتا ہے تو غلط کہو نا اس کو یار۔ صحیح، کوئی نہیں، خیر ہوتا رہتا ہے بڑے بڑے شہروں میں چھوٹی چھوٹی باتیں تو اور چھوٹے شہروں میں ہمیشہ بڑی بات ہوتی ہے۔ آج بمباسٹ یہ کل میں سن رہا تھا، کسی نے مجھے وہ کیا نام ہے ان کا، جو طارق چوہان صاحب ہیں، ان کی میں ریکارڈنگ، وہ تو سری گالیاں دینے لان تان کرنے لگ پڑے ہیں حضور کو۔ ہاں جی ہاں جی ہاں جی ہاں جی، اب دیکھیں نا اس میں بات کیا آتی ہے کہ اس میں وہ جن لوگوں کے ساتھ بیٹھتے ہیں نا ان کو اعتراضات حضرت مسیح موعود علیہ السلام پہ ہی ہیں،
ان کے سارے اعتراضات جن لوگوں سے وہ بیٹھتے ہیں، مگر جب وہ طارق چوہان صاحب وہاں جا کے بیٹھتے ہیں نا تو ان کو حضرت مسیح موعود علیہ السلام کے سارے جو باتیں ہیں نا وہ بھول جاتی ہیں. کیوں کہ انہوں نے ان کو طارق چوہان صاحب کو اپنی سائڈ پہ رکھنا ہے. ٹھیک ہے، وہ طارق چوہان اپنی صاحب بھی ان سے سائڈ کوئی پہ بحث نہیں کرتے. میرے نزدیک طارق چوہان صاحب اپنی ادھر والی سائڈ پہ ہے ہی نہیں، ادھر والی سائڈ پر اپنی سائڈ ہاں پر ہی ہے، ان کی سائڈ پر ہی ہے، ہاں جی، وہ ادھر کبھی بھی نہیں ہے. ہاں جی. وہ کل انہوں نے پرسوں یا کل یا کچھ دن پہلے یا کچھ وہ انہوں نے واضح طور پہ جو ہے نا نام لے کے بول رہے ہیں، نام لے کے. ہاں تو بس پھر کہانی کل جو ہے نا کل پتہ حسینی تو صاحب چل کی ہی. براٹ بھی ادھر ہی. اچھا کل ہی بولا ہے، چلو ہاں صحیح مرزا ہے صاحب کا پھر. نام لے کے انہوں نے برا بلا کہا ہے. ہاں تو پھر کشمیری صاحب آپ کیا سمجھتے ہیں وہ مرزا کو ماننے والے ہیں؟ نام لے کے ایسا ہوتا ہے نا، پہلے تو وہ کہتے تھے نا ایسا، کل نام لے کے بولا. ہاں کشمیری بھائی میں بھی گواہ ہوں. اس سے یہ بتائیں کہ اس کا کیا مطلب نکلا کہ کیا وہ مرزا صاحب کے ماننے والے ہیں؟ کبھی بھی نہیں. ویسے تو دعویٰ تو کرتے ہیں ویسے ہم کتاب مگر اپنے عمل سے کیا ثابت کر رہے ہیں؟ ہاں کل پہلی دفعہ میں نے بھی یہ دیکھا نا، نام لے کے اس طرح کچھ بولا ہے. اچھا پہلے کل تو کا انہوں نے ہی کیا ہوگا، واقعہ کوئی ہے نئی یہ. بات نہیں ہے. ہاں یہ کل حسینی صاحب کی براٹ پہ آئے تھے نا، اچھا ایک دم وہ لڑائی ہوئی تو پھر وہ سیکر کی براٹ پہ تو بہت پہلے سے کر رہے ہیں یہ کام. اچھا میں نے نہیں کبھی دیکھا، مجھے آج ہی پتہ چلا ہے. اگر پتا وہ پھر کیا اس کو کہتے ہیں، ان کو کبھی بھی احمدی، میں تو ویسے مجھے تو نہیں پسند ہوتی تھی ان کی محفل یہ، کیونکہ آگے بلا وجہ جو ہے نا پرووک بھی کرتے تھے اور یہ کیا کہتے ہیں ہمیشہ حضرت خلیفہ مسیح خامس یا حضرت خلیفہ مسیح ثانی کی باتوں کو جو ہے نا غلط طریقے سے پریزنٹ آپ چھوڑیں، یہ کرتے اور کشمیری بھائی گانے. بیٹھے ہیں نا، کشمیری بھائی بیٹھے ہیں، یہ کسی کی سائڈ پہ نہیں ہے. ان سے پوچھیں، ان سے جو بھی بات کریں گے نا وہ فوراً خلافت کو برا بلا کہنا شروع کر دیں گے. بیٹھے ہو کشمیری بھائی، پوچھ لیں ان سے. کشمیری بھائی ایسی بات نہیں ہے. ان کو پتہ ہے نا سیف احمد یہ بھی تو موجود رہتے ہیں سب. میں بھی اس گنگے اس کیا کہتے ہیں ندی میں ہاتھ دھویا ہے، گنگا ندی میں. بہرحال اللہ تعالیٰ فضل کرے سب پہ. وہ تو چھوڑے، میں نے جمعہ صاحب کی جتنی ویڈیو آ رہی ہیں وہ بھی خلافت کے خلاف بول رہے ہیں. اب وہ بھی ابھی کتنی 3-4 ویڈیو آئی ہیں اس ہفتے ان کی، وہ بھی خلافت کے خلاف اس طرح بات. کوئی بات نہیں، ان کے بولنے سے یا تو کام رک جائے نا. نہیں میں کہہ رہا ہوں کہ وہ طارق چوہان تو اس لیے کہتے ہیں کیونکہ وہ ان کے ماننے والے ہیں. جمعہ صاحب جب بولیں گے تو وہ تو لازمی بولیں گے. جی حسینی صاحب، جی یہ باجی نے ایک آیت لگائی ہے، جی اپنے رب کے راستے کی طرف حکمت اور اچھی نصیحت کے ساتھ بلاؤ. ادعو الی سبیل ربک بالحکمت والموعظۃ الحسنہ. ماشاء اللہ. رب کا راستہ کیا ہے؟ یہ اس کو تو سمجھائیں ذرا، رب کا راستہ کیا ہے؟ جی میں کہہ رہا ہوں رب کا راستہ وہ کیا ہے جس کو ہم رب کا راستہ اس پہ روشنی ڈالتے ہیں. یہ تو کوئی عالم ہی ڈال سکتا ہے، آپ ہی بہتر سمجھتے ہیں. میں تو آپ سے سیکھنا چاہ رہا ہوں کہ یہ جو بلا رہے ہیں وہ ہے کیا چیز؟ ہاں جی، میرا تو خیال ہے اس میں کوئی حرج نہیں ہے. اللہ کے راستے کی طرف حکمت اور دعوت اللہ کا جو مطلب ہے وہی ہے نا. دعوت اللہ کا کیا مطلب وہی بات ہے نا، دعوت اللہ یا دعوت اللہ جو ہے اصلاح و ارشاد ہے، تبلیغ ہے. ایک اصطلاح استعمال ہوتی تھی مبلغ کی اور تبلیغ کی جاتی تھی. پھر اصلاح و ارشاد کا نظام تھا، پھر دعوت اللہ کا تھا. پائے جاتے تھے نا، تو اسی طرح کی اصطلاحیں ہیں. بھی بعض لوگ معلمین بھی پائے جاتے تھے نا. عالمین کی کہہ رہے ہو؟ معلمین. معلم تے معلم یا اصلی معلم یعلمہم الکتاب ہے نا، وہ دے تو معلم تے رسول اللہ دے منصوب ہے نا. جی بھائی سانی صاحب نے بڑی دفعہ جو ہے نا وہ اس چیز کو، یہ جو نیچے لکھا ہوا ہے نا حکمت اور اچھی نصیحت سے بلاؤ،
इसको सैनी साहब ने बड़े प्यारे लफ्जों में वाज़ेह ये किया कि अगर आपने किसी को बुलाना है और जाते ही उसके बुजुर्गों को बुला भला कहना शुरू कर देंगे तो वो आपकी बात सुनेगा? उसको हमेशा अपनी अच्छी बात पहुंचाओ। ये हिकमत है, बजाय इसके कि उसके पहले उसको बुरा भला कहो, उसके बाद देखी जाएगी जी क्या हुआ। ये तो बात मुझे समझ आ गई, मैं कुछ और पूछ रहा हूँ। टोनी भाई आप समझे मेरा नुक्ता मैं क्या चाह रहा हूँ कि देखें एमजी भाई और दूसरे MZ भाई, बहुत लंबा अरसा उनकी गुस्ताखियां। नहीं यार, मैं टोनी भाई आप भी नहीं समझे, कोई भी नहीं समझे, बात ही नहीं समझे। मैं कुछ और कह रहा था, मैं कह रहा हूँ कि इस आयत की तफसीर तो यही है ना जो वो बताने लगे। नहीं मैं और भाई आला अगर खामोशी इख्तियार कर लेना तो फिर बात होगी। अगर ये लोग एक सेकंड दे दे बाकी है तो फिर टोनी भाई एक सेकंड दे दे। मैं जो पूछना ये चाह रहा था कि वो तो सारी बातें समझ आ गई कि बाइज्जत तरीके से अल्लाह ताला के रास्ते पे बुलाना है। ये जो अल्लाह ताला का रास्ता है ये क्या है, ये भी तो समझना चाहिए ना कि ये क्या है, कौन सा रास्ता है जो अल्लाह का है, वो कौन समझाएगा? रास्ता ये डिपेंड करता है कि आप किस स्टेट ऑफ माइंड में हैं, जो बिलीफ सिस्टम पर आप यकीन रखते हैं तो उसकी तरफ बुलाएंगे ना। जिसे आप समझते हैं कि ये सिरात मुस्तकीम है, ये रास्ता बेहतर है, ये अल्लाह का रास्ता है, उस तरफ बुलाएंगे। असूल तो ये है कि कूलू लिनास से हुस्ना, बिल्कुल अच्छी तरह बोलो। लेकिन जिस तरह ये भी अभी जो आयत करीमा है ये भी है और हदीस भी मिलती हैं, लेकिन इन्ना हदैना सबीला इम्मा शाकिरम व इम्मा कफूरा भी मिलता है, उसमें भी सबील है। वल्लज़ीना जाहदू फीना लनादियन्नहुम सुबुलना, ये भी मिलता है, उसमें भी सबील का ही जिक्र है। सुबुल रब्बे का ज़ुलुला भी मिलता है। ये अस्सलाम वालेकुम, ये तर्जुमा लिखा है, ये बाम मुहावरा है, इसका तर्जुमा क्या बनेगा? ओ दो बुलाओ इला तरफ सबील रब्बे का, रब के रास्ते की तरफ, बिल हिकमत दानाई के साथ, वल मौइज़ा और नसीहत के साथ, आसाना अच्छी। ये है लफ्जी तर्जमा। जी ठीक हो गया। दूसरा मैं कहना, ये हमारे भाई कह रहे हैं अल्लाह की रस्सी को वता से मुँह बिहाबरिल लाए थे, जो है रस्सी को नजर आती है, रस्सी किसी को नजर आती है, हाँ नजर आनी चाहिए, उसके लिए ऐनक बड़ी लगानी पड़ती है जिससे वो नजर आ जाए, या फिर बाद लोग माइक्रोस्कोप में देखते हैं। इस तरह ये अल्लाह का रास्ता है। नहीं लेकिन हुसैनी साहब माइक्रोस्कोप भी आजिज आ गया उस रस्सी के। अच्छा जी, वो तो बीच में नहीं मिलता तो फिर मतलब नहीं माइक्रोस्कोप कोई अभी तक कोई ऐसी इजाद नहीं हुई चीज ना, तो फिर ਉਹਦਾ इंतजार कर लो, ਜਦੋਂ हो जाएगी तो ਉਹਦੇ ਨਾਲ फिर देख लो। दूसरा मैं कहना चाहिए कि अल्लाह की तरफ है, अल्लाह किसी तरफ है, ये भी इस तरफ है कि अल्लाह किसी खास तरफ अल्लाह की जात हो। वो तो वही तरफ है ना जिधर अल्लाह ताला ईसा अलैहिस्सलाम ਨੂੰ रफा जिधर कीता, बाकी तरफ नहीं है जी। हुसैनी साहब ਇਹ ਤੇ ਉਹੀ ਗੱਲ ਹੋ ਗਈ ਕਿ ਦੋ ਸ਼ਾਪਸ ਅੱਗੇ ਕੀ ਉਹਨੂੰ ਕਹਿੰਦੇ ਆ ਆਮਨੇ ਸਾਹਮਣੇ ਸੀਗੀਆਂ ਤੇ ਕਿਸੇ ਨੇ ਪੁੱਛਿਆ ਕਿ ਯਾਰ ਉਹ ਫਲਾਣੀ ਦੁੱਧ ਵਾਲੀ ਸ਼ਾਪ ਕਿੱਥੇ ਆ, ਤੇ ਉਹਨੇ ਕਿਹਾ ਕਿ ਉਹ ਕੱਪੜੇ ਵਾਲੀ ਸ਼ਾਪ ਦੇ ਅੱਗੇ ਤੇ ਫਿਰ ਪੁੱਛਿਆ ਕੱਪੜੇ ਵਾਲੀ ਸ਼ਾਪ ਕਿੱਥੇ ਆ, ਤੇ ਕਹਿੰਦਾ ਦੁੱਧ ਵਾਲੀ ਸ਼ਾਪ ਦੇ ਅੱਗੇ, ਦੁੱਧ ਦੇ ਸਾਹਮਣੇ ਜੀ। अल्लाह तो कह रहा है तो तुसी नजर करो उधर ही, मैं अल्लाह तो कह रहा है जिधर देखो मैं उधर ही हूं, जिधर देखता हूँ उधर तो ही तू है। हां जी ये भी है गल, ओदी खास तरफ तो कौन हुई। ये भी गल है। ये वाली आयत का अरबी क्या है हुसैनी साहब? समहा वजुल्ला ऐसे करके थी ना, फअना मा तवल्लु फसमा वजल्ला जी। इतने दिनों से जो है ना ये मेरे दिमाग में आखिरी लफ्ज ही घूमी जा रहा है।
ऐना मा तवल्लु फसमा वजल्ला। फसम्मा वजल्ला। हर तरफ ही किबला जो है। हुसैनी साहब, जी जी, एक बात ये पूछनी है कि जैसे अभी फर्ज करें कि यहाँ पे जहाँ जिन मुल्कों में हम रहते हैं यहाँ पे इर्द गिर्द ये गोरे हैं, काले हैं, जो भी हैं, जबान उनकी इंग्लिश है, ठीक है? हाँ जी, जबान उनकी इंग्लिश है, ठीक है? मैं उसको या मैं एज अ एमडी उसको एक बात बताता हूँ, ठीक है, कि यार ये खुदा ताला का कलाम है और ये खुदा ताला कह रहा है, उसको बुलाता हूँ दीन की तरफ, ठीक है? और उसके बाद कोई और सुन्नी दोस्त उनको बुलाता है उस दीन की तरफ, अगर डेफिनेटली थोड़ा बहुत जिस हिसाब से वो उस कुरान को समझा है हम उसको उसकी जुबान में ही उसको समझाएंगे, ठीक है? और उसको फिर उसको मेरी बात उसको समझ आती है या उस सुन्नी की बात समझ आती है, उसमें से वो जो भी इख्तियार करता है दोनों में से एक बात तो ठीक है, एक बात ठीक है, एक ठीक नहीं है, ठीक है ना? और वो जो ठीक नहीं है उसको एक्सेप्ट कर लेता है वो बंदा, तो ये उसका जो गुनाह है क्योंकि उसने गलत बात एक्सेप्ट की, हालांकि उसको अरबी नहीं आती, उसको जो बताया गया अंग्रेजी में या जिस जबान में भी, ये उसका गुनाह किसके साथ है अगर वो ऐसी चीज को एक्सेप्ट कर लेता है? तो नहीं, उसको जो अंग्रेजी पढ़ने वाला है, अंग्रेजी बोलने वाला है, वो मोस्टली तो वो ईसाई होगा ना। हाँ जी, ईसाई होगा या किसी ना मानने वाला होगा, या यहूदी होगा या कोई मजहब भी नहीं मानता होगा। हाँ जी। तो उसको जब कोई मुसलमान दावत देगा तो वो पहली बात तो तौहीद की बात कहेगा ना, कि अल्लाह ताला की ज़ात के ऊपर ईमान रखना, ईमान लाना, उसके कोई दलाइल देगा। फिर नबी करीम सल्लल्लाहु अलैहि वसल्लम का मानना या आपका तारुफ कराएगा। तो जो भी कराएगा, सुन्नी कराए, शिया कराए, अहमदी कराए, सारा एक ठीक ही होगा, तो उसमें क्या अर्ज है? उसको तो यही तारुफ कराना है। और ये फिर जिन आयतों पे इख्तिलाफ है वहां पे वो किसी चीज को एक्सेप्ट कर लेता है। बात यह है कि जो आदमी ईसाइयों से, यहूदियों से, सिखों से, हिंदुओं से इस्लाम कबूल करेगा वो इन जुजियात में तो नहीं जाएगा, वो तो उसको तो सबसे पहले रसूलुल्लाह की सदाकती बतानी होगी ना, तब वो इस्लाम की तरफ आएगा। ये फिर आगे वो शिया बने, सुन्नी बने, बरेलवी बने, अब ये तो फिरका वारियत है ना। हाँ, वो तो फिरका जिस तरह जो करेगा वो अपने फिरके में ले जाएगा, बस इतनी बात है। यहाँ पे सिखों ने जो है वो गोरों को भी किया है, सिख बनाया है, उनका अपना एक वो है गुरुद्वारा है एरिंडन में, जहाँ पे वो करते हैं। सैनी साहब, सबसे इजी टारगेट जो है ना ये गोरे हैं, इनमें वो नहीं होती, ये जो भी आया नजर सामने, हिंदू इतने आप सोच नहीं सकते ये गोरे, नहीं, हिंदुइज्म को इतना कबूल किया इन्होंने, आप सोच नहीं सकते। इनमें ऐसा नहीं है, ये हमारे लोग हैं जो मतलब उसमें फंसे रहते हैं अपनी मतलब मसलक और मजहब की जान। मैंने ना एक वीडियो देखी थी, उसमें एक क्रिश्चियन था, उसने ना आकर कोई बात की कि भाई मुझे बताओ कि पता नहीं बाइबल में आप बोल रहे हो कि ये लिखी है बात, शायद डेविड प्रॉफिट है, कुछ इस तरह की कोई बात थी, तो या कुरान की कोई इसने बात पूछी ना उससे मौलवी से, तो मौलवी ने जब उसको जवाब दे दिया ना, तो मौलवी एक्सपेक्ट कर रहा था कि शायद अभी ये ना आर्ग्यू करेगा, तो उसके लिए प्रिपरेशन कर रहा था शायद आर्ग्यू करे इस बात पे, लेकिन जब उसने जवाब दे दिया ना तो वो कहता थैंक यू, यू आंसर्ड माय क्वेश्चन, फिर वो चला गया। मैं सुन के बड़ा हैरान हो गया कि भाई बात उसको मिल गई जितनी उसने पूछी, फिर उसके बाद उसने फालतू की जिरा नहीं की। ये नहीं हो जाता मतलब ये जो फाल जिरा है ना कि कोई आदमी पूछे कि आप
کہاں سے آ رہے ہیں اور جواب یہ ہو کہ میں گردوارے سے آ رہا ہوں، تو اس نے کہا میں نے تو سمجھا کہ آپ گردوارے سے آ رہے ہیں. وہ کہنے لگے نہیں بالکل نہیں، میں تو گردوارے سے آ رہا ہوں. تو اس طرح دلال ज्ञानी साहब वाली बात। ہاں جی. تو اصل بیشتر اب جو موضوع زیر بحث تھا اس میں بھی یہی بات تھی، اس میں کسی نے کوئی اعتراض نہیں کیا، لیکن احمدی دلائل دینے لگ گئے. بالکل غلط کرتے ہیں ایسے. حالانکہ کسی نے اعتراض کیا ہی نہیں. اعتراض کو جو سمجھنا ہوتا ہے نا وہی بات ہوتی ہے. اعتراض وہ جب منہ سے بولے گا نا کہ یار یہ بات ہے پھر بات ہوگی کہ نہیں. وہی نا، مطلب یا تو کوئی اعتراض کرے کہ یہ آپ کی بات اچھی نہیں ہے، یہ غلط کیا، یہ ہوتا ہے اعتراض. اور ایک ہوتا ہے سوال کہ یہ بات کیسی ہے، اس کو ایکسپلین کرو. سینی صاحب غیر احمدیوں کا تو اعتراض ہی ہے نا اس بات پہ، یہ تو بہت غلط ہے. نہیں یعنی کہ ہر وقت نہیں کشمیری صاحب، بات لیکن یہ ہے زیادہ سینی صاحب یہ بات اٹھائی جاتی ہے کہ مرزا صاحب نے کنجریوں کی بچے کہا ہے سب کو، ہم کو یہ بات اٹھائی جاتی ہے. وہ اور موقع ہے. اگر کوئی ایسا کہے گا اور اعتراض کرے گا کہ یہ نہیں کہنا چاہیے تھا کیوں کہا ہے، تو اس کا نام اعتراض ہوگا، یہ ٹھیک ہے بات. لیکن اگر کوئی ایسا نہ کہے ہاں پھر ٹھیک ہے، اگر پھر تو کوئی اعتراض نہیں ہوگا. پھر ٹھیک ہے، پھر صحیح ہے. اگر یہ بات نہیں اٹھا رہا، صرف اتنی بات ہو رہی ہے کہ یہ والی تحریر ہے. میں نے یہ ذکر کیا تھا کہ جو احمد عزیز ہیں ان کے لاہور جماعت کے امام ہیں وہاں پہ جرمنی میں، وہ بڑے پڑھے لکھے آدمی ہیں. انہوں نے مرزا صاحب کی ساری عربی کتابوں کا اردو ترجمہ کیا ہے. انہوں نے خود مجھے یہ بات بتائی. تو میں نے ذکر کیا تو کہنے لگے ہاں انہوں نے کیا ہے، یہ میرے پاس ہے کتاب، یہ ترجمہ کیا انہوں نے، یہ ذکر انہوں نے کیا. میں نے کہا اچھا ٹھیک ہے. اس پہ وہ نذیر صاحب ان کو سمجھانے لگے کہ یہ ترجمہ ٹھیک نہیں ہے. تو انہوں نے پھر مرزا صاحب کے اپنے مختلف اسی لفظ کے ترجمے ہیں وہ پیش کیے کہ وہ انہوں نے خود یہ ترجمے کیے ہیں. تو ٹھیک ہے، اگر مرزا صاحب کا اپنا ترجمہ موجود ہے تو وہی کافی ہے. کیا اس میں اس سے اختلاف کس بات کا ہے؟ سینی صاحب جی میں جو گل سمجھا سا، چونکہ جو اس طرح میں انہوں کا نام تو نہیں میں دوستوں دادا جڑے امام علی انہوں نے آڈی لائی ہے، میرا بھی چونکہ واسطہ تبرین رہتا ہے، وہ عموماً یہی کہتے ہیں کہ مرزا صاحب نے سارے مسلمانوں نو کنجری دی اولاد کیا ہے معذرت نال. جدوں کوئی یہ گل کہے نا، نہیں میری گل مکمل ہو لینا نا، بزرگ میں مناسب نہیں میں تھوڑی گل روکا، ٹھیک ہے. اس واسطے مینوں اس کہ میں یہ سمجھائی چونکہ نارمل تھوڑی میری گل ہو رہی سی، ٹھیک ہے. تو انہوں نے درمیان چ وہ جس ویلے حوالہ پیش کر دیتا نا، منوں یہ سی کہ میرے ذہن چ پھر گل ہے کہ ایک مطلب کہ موقع نہیں یہ گل دسنے دا کہ وہ ایک شرارت دی صورت بن گئی جو میں سمجھیا. دیکھو نا، جو میں اپنی عقل اور فہم کے مطابق میں یہ عرض کر رہا کہ جدوں کوئی تہانوں اس رنگ جس طرح تسی کہہ رہے ہو اس طرح کوئی کہے تے او دا مطلب اعتراض ہوندا ہے، او دے تے تسی پھر جو بھی جواب دینا میں وہی سمجھا کہ میں ہی سمجھا کہ وہ مطلب لیکن اوے جیڑی گل ہو رہی او دے اعتراض نہیں ہے. او دے ترجمے دی میں بات پھر کہوں گا. دیکھو میں اپنی گل جو میں اپنے فہم کے مطابق سمجھا، ممکن ہے میں غلط سمجھاواں. میں تے تہاڈی گل بھی سنی ہے، انہاں دی گل بھی سنی ہے، میں اپنے آپ ایکسپلین نہیں دے رہا، بعد دے تبصرے بھی سنے نے، اول تا آخر ساری گل سندا لگا ہے. میں دفاع نہیں کر رہا اپنی گل دا، میں سمجھا جو میں سمجھیا، ٹھیک ہے. ممکن ہے میں غلط سمجھا، جو تسی سمجھے ہو تسی دس دیتا ہے. جی ٹھیک ہے. اس بنا تے میں گل کی سی، تے تسی اسی بنا تے جو تسی سمجھے ہو اسی بنا تے تساں گل کرنی ہے تے وہی تساں کیتی ہے. ٹھیک ہو گئی گل، یہ بھی اپنی تھا ٹھیک ہے گل. ہاں جی لیکن اصل گل جڑی وہ اتنی ہے، اس بعد اگو گل جڑی خام خواہ جڑی سوچل بنی ہے، ٹھیک ہے. تھوڑے جو سانو حضور نے کیا ہے ساڈی سر کھاندے اسی تے مننے والے ہیں، ٹھیک ہے. اگر کوئی احمدی جڑا سخت زبان استعمال کرتا ہے یا گالی گلوچ وہ ناپسندیدہ حرکت ہے، ٹھیک ہے. بے شک کوئی بھی مطلب کہ دوسرا سارا مخالف بھی آ جائے سانو پھر بھی اخلاق کے دائرے چ رہنا چاہیے، ٹھیک ہے. میرے مطلب کہ درست نہیں گل کہ اسی بد اخلاقی کریے. دیکھو نا پھر صبر سائید صاحب صورت نال دے وچ جڑا لفظ
ਯਨਾ ਅਨਿਲ ਫਾਸ਼ਾਏ ਵਲ ਮੁਨਕਰ ਵਲ ਬਗੀ ਯਾਜ਼ੁਕਮ ਲਅਲਕੁਮ ਤਜ਼ਕरून ਉਹ ਲੈ ਕੇ ਆਏ ਨੇ ਕਿ ਇਹਦਾ ਤਰਜਮਾ ਦੇਖੋ। ਉਹ ਸਾਰੀ ਗੁਫ਼ਤਗੂ ਨਾਲ ਇਹਦਾ ਕੋਈ ਵੀ ਤਲਕ ਨਹੀਂ। ਲੇਕਿਨ ਉਹ ਆਪਣੇ ਫਹਿਮ ਸਮਝੇ ਨੇ ਕਿ ਇਹਦੇ ਚ ਬਗੀਆ ਦਾ ਲਫ਼ਜ਼ ਆ। ਸਾਰੇ ਹੀ ਆਪਣੇ ਫਹਿਮ ਸਮਝੇ ਨਾ, ਤੁਸੀਂ ਵੀ ਆਪਣਾ ਫਹਿਮ ਸਮਝਿਆ, ਉਹਨੇ ਵੀ ਆਪਣਾ ਫਹਿਮ ਸਮਝਿਆ, ਹਾਂਜੀ ਹੋਰ ਵੀ ਬੰਦੇ ਆਪਣੇ ਆਪਣੇ ਫਹਿਮਾਂ ਦੇ ਮੁਤਾਬਕ ਕਿਉਂ ਨਾ ਅਸੀਂ ਆਪਣੀ ਇਮਾਨਦਾਰੀ ਇਮਾਨਦਾਰੀ ਤਕਵਾ ਨਾਲ ਅਸੀਂ ਆਪਣਾ ਬਿਲਕੁਲ ਬਿਲਕੁਲ ਤੁਸੀਂ ਮਤਲਬ ਇਹ ਗੱਲ ਕਰ ਰਹੇ ਕਿ ਆਪਣੀ ਇਮਾਨਦਾਰੀ ਤਕਵਾ ਨਾਲ ਦਿਫਾ ਦੀ ਕੋਸ਼ਿਸ਼ ਕੀਤੀ। ਮੁਮਕਿਨ ਹੈ ਸਾਡਾ ਦਿਫਾ दुरुस्त ना हो, ये भी हो सकता है। नहीं चंगा तो दिफा किया बड़ा अच्छा दिफा चूंकि इस कंडेंस ਨੂੰ पढ़ना पड़ेगा, देखना पड़ेगा, लेकिन ये नहीं हो सकता कि सारे मुसलमानों से लफ्ज ठोंसते जाए। मैं ये भी कहना है दुरुस्त नहीं कि सारे मुसलमानों से ये लफ्ज ठोंस दिता जाए। नहीं जेड़ा लफ्ज लिखिया वो लिखिया तो मुसलमानों वास्ते ही है। नहीं लेकिन सारे तो नहीं आते उस कैटेगरी च। फिर सवाल पैदा होगा कि दो कैटेगरियां बनाईयां ना, छੱਡ के सारे ही आने ना, और के नहीं आने। एमबीए ਨੂੰ ਛੱਡ ਕੇ ਸਾਰੇ ਹੀ कैटेगरियां बनाईयां ने। एक मुसलमान ਉਹ ਨੇ ਜਿਹੜੀ ਮੇਰੀਆਂ ਕਿਤਾਬਾਂ ਨੂੰ ਮੁਹੱਬਤ ਦੀ ਨਜ਼ਰ ਨਾਲ ਦੇਖਦੇ ਨੇ, ਉਹਨਾਂ ਨੂੰ ਪੜ੍ਹਦੇ ਨੇ, ਉਹਨਾਂ ਨੂੰ ਪਸੰਦ ਕਰਦੇ ਨੇ, ਉਹਦੇ ਤੋਂ ਫਾਇਦਾ ਉਠਾਉਂਦੇ ਨੇ, ਸਵਾਏ ਉਹਨਾਂ ਲੋਕਾਂ ਦੇ ਜਿਹੜੇ ਜ਼ੁਰੀਅਤੁਲ ਬਗਾਇਆ ਨੇ। ਔਰ ਜ਼ੁਰੀਅਤੁਲ ਬਗਾਇਆ ਦਾ ਅੱਗੇ ਥੋੜੀ ਜਿਹੀ ਉਹਨਾਂ ਨੇ ਤਫਸੀਰ ਵੀ ਦੱਸੀ ਹੈ, ਦੋ ਲਫ਼ਜ਼ ਹੋਰ ਵੀ ਐਡ ਕੀਤੇ ਨੇ। ਉਹਨੂੰ ਉਹਨਾਂ ਨੇ ਉੱਥੇ ਉਹਦਾ ਤਰਜਮਾ ਇਹ ਕੀਤਾ ਹੈ ਖਤਮ ਅੱਲਾਹੁ ਅਲਾ ਕੁਲੂਬਿਹਿਮ, ਜਿਨ੍ਹਾਂ ਦੇ ਦਿਲਾਂ ਤੇ ਮੋਹਰ ਲੱਗੀ ਉਹਨਾਂ ਨੂੰ ਨਹੀਂ ਸਮਝ ਆਉਂਦੀ। ਉਹਦਾ ਉੱਥੇ ਤਰਜਮਾ ਇਹ ਲਿਖਿਆ ਜੀ 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 ਅਰਬੀ ਵਿੱਚ ਹੀ। ਉਹ ਜਿਹੜਾ ਅਗਲਾ ਲਫ਼ਜ਼ ਹੈ ਉਹ ਤਰਜਮਾ ਇਹਨਾਂ ਮਾਨੇ ਅਜਤ ਨਹੀਂ ਕਿ ਉਰਦੂ ਤਰਜਮਾ ਕੀਤੇ ਹੈ। ਬਾਅਦ ਦਫਾ ਇੱਕ ਜਿਹੜੀ ਗੱਲ ਬਿਆਨ ਕੀਤੀ ਜਾ ਰਹੀ ਹੁੰਦੀ ਹੈ, ਅਗਲਾ ਕੋਈ ਲਫ਼ਜ਼ ਉਹਨੂੰ ਉਹਦੀ ਸ਼ਰਹ ਕਰ ਰਿਹਾ ਹੁੰਦਾ ਹੈ। ਤੇ ਜਿਹਨੇ ਇਲਾ ਜ਼ੁਰੀਅਤੁਲ ਬਗਾਇਆ ਵਾਹ ਖਤਮ ਅੱਲਾਹੁ ਅਲਾ ਕੁਲੂਬਿਹਿਮ, ਇਹ ਉਹ ਲੋਕ ਨੇ ਜਿਨ੍ਹਾਂ ਦੇ ਦਿਲਾਂ ਤੇ ਅੱਲਾ ਨੇ ਮੋਹਰ ਲੱਗੀ। ਜੀ ਜੀ ਲੇਕਿਨ ਗੁੱਸਾ ਤਾਂ ਨਹੀਂ ਗੱਲ ਹੈ ਨਾ, ਅਗਰ ਫਾਸ਼ਾ ਔਰਤ ਦੀ ਲਾਦ ਕੋ ਤੇ ਢਾਈ ਕੋ ਨਹੀਂ ਗੈਰ ਮੁਨਾਸਿਬ ਜੀ ਗੱਲ ਬਣਾ। ਉਹਦਾ ਜਿਹੜਾ ਤਰਜਮਾ ਹੈ, ਅਗਰ ਉਹਨਾਂ ਦੀਆਂ ਆਪਣੀਆਂ ਕਿਤਾਬਾਂ 'ਚ ਕਿਸੇ ਹੋਰ ਜਗ੍ਹਾ ਲਿਖੇ ਹੈ, ਉਹ ਕਈ ਜਗ੍ਹਾ ਤੇ ਉਹਨਾਂ ਨੇ ਤੁਹਾਨੂੰ ਖੁਤਬਾ ਇਲਾਮੀਆ ਦੇ 400 ਦੇਖੋ ਮੈਂ ਖੁਦ ਚੈੱਕ ਕੀਤਾ ਹੈ, 429 430 431 ਸਫੇ ਕੀਤਾ ਹੈ, ਮੈਂ ਖੁਦ ਚੈੱਕ ਕੀਤਾ ਹੈ। ਚੈੱਕ ਕੀਤਾ ਫਿਰ ਉਹਦੇ 'ਚ ਮਤਲਬ ਇਤਰਾਜ਼ ਵਾਲੀ ਕਿਹੜੀ ਗੱਲ ਹੈ? ਉਹ ਵੀ ਠੀਕ ਹੈ, ਵੀ ਠੀਕ ਜੀ ਜੀ ਜੋ ਲਿਖਿਆ ਉਹ ਸਹੀ ਹੈ, ਠੀਕ ਹੋ ਗਿਆ। ਮਤਲਬ ਇਹ ਕਿ ਜੇ ਕੋਈ ਬੰਦਾ ਇਤਰਾਜ਼ ਨਹੀਂ ਕਰ ਰਿਹਾ ਤੁਹਾਡੇ ਤੇ ਤੁਸੀਂ ਸਿਰਫ ਇਸ ਵਜ੍ਹਾ ਨਾਲ ਖਿਆਲ ਕਰਕੇ ਕਿ ਇਸ ਅਹਿਮਦੀ ਨਹੀਂ ਹੈ, ਇਸ ਕਰਕੇ ਅਗਰ ਉਹ ਕਿਧਰੋਂ ਵੀ ਪੇਸ਼ ਕਰ ਰਿਹਾ ਤਾਂ ਗਲਤੀ ਕਰ ਰਿਹਾ। ਦੇਖੋ ਨਾ, ਇੱਥੇ ਮੈਂ ਇੱਕ ਸਵਾਲ ਪੁੱਛਿਆ ਆ ਸ਼ਗੁਫਤਾਬਾਜੀ ਨੂੰ, ਤੇ ਉਹਨਾਂ ਨੇ ਔਰ ਇੱਕ ਸਵਾਲ ਪੁੱਛਿਆ ਤਾਰਿਕ ਜਵੇਦ ਸਾਹਿਬ ਨੇ ਵਿਕਟਰਬਾਜੀ ਨੂੰ, ਤੇ ਵਿਕਟਰਬਾਜੀ ਨੇ ਜਵਾਬ ਦਿੱਤਾ ਤਾਂ ਕਾਫੀ ਦੇਰ ਤੱਕ ਉਹ ਕੰਧ ਦੀ ਤਰਫ ਮੂੰਹ ਕਰਕੇ ਖੜੇ ਰਹੇ। ਇਹੋ ਜਿਹਾ ਉਹਨਾਂ ਜਵਾਬ ਦਿੱਤਾ ਹੈ ਜੀ। ਤੇ ਸ਼ਗੁਫਤਾਬਾਜੀ ਨੇ ਮੈਨੂੰ ਕਿਹਾ, ਸਵਾਲ ਮੇਰਾ ਇਹ ਆ ਕਿ ਕਿਆ ਈਸਾ ਅਲੈਹਿਸਲਾਮ ਦੀ ਪੈਦਾਇਸ਼ ਦੇ ਬਾਅਦ ਮਰੀਮ ਮੁਕੱਦਸਾ ਨੇ, ਬਾਈਬਲ ਮੁਕੱਦਸ ਵਿੱਚ ਮਰੀਮ ਮੁਕੱਦਸਾ ਨੇ ਕਦੇ ਕਿਹਾ ਕਿ ਮੇਰਾ ਇਹ ਬੱਚਾ ਰੂਹੁਲ ਕੁਦਸ ਦੀ ਬਰਕਤ ਨਾਲ ਪੈਦਾ ਹੋਇਆ ਹੈ, ਇਹਦਾ ਬਾਪ ਕੋਈ ਨਹੀਂ ਤੇ ਮੇਰਾ ਖਾਮਦ ਕੋਈ ਨਹੀਂ? ਤੇ ਉਹਨਾਂ ਨੇ ਕਿਹਾ ਤੂੰ ਬੜਾ ਗਾਲੀਬਾਜ਼ ਹੈ, ਤੂੰ ਬੜਾ ਫਲਾਣਾ ਟਮਕਾਣਾ, ਬੜੀਆਂ ਸਾਰੀਆਂ ਉਹਨਾਂ ਨੇ ਗੱਲਾਂ ਕਹੀਆਂ ਮੈਨੂੰ। ਤੇ ਮੈਂ ਬੜਾ ਗੌਰ ਕੀਤਾ ਵੀ ਜਿਹੜੇ ਮੈਂ ਲਫ਼ਜ਼ ਕਹੇ ਨੇ ਇਹਨਾਂ ਵਿੱਚੋਂ ਬਾਈਬਲ ਮੁਕੱਦਸ ਹੈ, ਮਰੀਮ ਮੁਕੱਦਸਾ ਹੈ, ਰੂਹੁਲ ਕੁਦਸ ਦੀ ਬਰਕਤ ਨਾਲ ਹੈ, ਇਹਨਾਂ ਚੋਂ ਕਿਹੜੀ ਗੱਲ ਹੈ ਜਿਹੜੀ ਗਾਲ ਬਣਦੀ ਹੈ? ਲੇਕਿਨ ਚੂੰਕਿ ਮੈਂ ਉਹਨਾਂ ਦੇ ਅਕੀਦੇ ਦੇ ਮੁਤਾਬਕ ਨਹੀਂ ਹੈ ਤਾਂ ਉਹਨਾਂ ਫਿਰ ਇਹੋ ਹੀ ਸਮਝਿਆ ਨਾ ਕਿ ਮੈਂ ਬਹੁਤ ਬੜਾ ਦੁਸ਼ਮਨ ਨਹੀਂ ਜੀ। ਇਸ ਤਰ੍ਹਾਂ ਜਦੋਂ ਮੁਖਾਲਿਫ ਆਦਮੀ ਭਾਵੇਂ ਤੁਹਾਡੀ ਹਮਾਇਤ ਦੀ ਵੀ ਗੱਲ ਕਰੇ ਤਾਂ ਬੁਰਾ ਲੱਗਦਾ ਹੈ ਨਾ। ਮੁਖਾਲਿਫ ਕਿਉਂ ਹੈ? ਉਹ ਸਿੱਧੀ ਤਰ੍ਹਾਂ ਉਹਨੂੰ ਮੰਨ ਲੈਣਾ ਚਾਹੀਦਾ ਤੁਹਾਨੂੰ। ਭਾਵੇਂ ਤੁਹਾਡੀ ਮੁਆਫਕ भी गल करे, उन्हें मुखालिफ ही समझना चाहिए। यही मामला जो है ना वो फुरकान की ब्रॉड पे ना आमिर नज़ीर साहब इसी तरह की शिकायतें कर रहे होते हैं। बिल्कुल अच्छा हुसैनी भाई, जी 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 मैंने ना शुरू में एक सवाल जो आपको याद ही होगा किया था इस आयत के बारे में। जी जी, तो किसके बारे में? ये जो आयत बाजी ने लगाई हुई है ना, या इसके बारे में मैंने एक सवाल पूछा था कि
رب کا وہ راستہ جس کی طرف آپ نے بلانا ہے، وہ اس کو کس چیز کو آپ نے رب کا راستہ قرار دیا، اس کی وجہ میں بتا دیتا ہوں۔ جی جی وجہ یہ ہے کہ دنیا میں بہت سارے مذاہب ہیں، ٹھیک ہے، اور پھر ان مذاہب کے اندر بہت سارے سیکٹ ہیں، ٹھیک، یا مسلک کہہ لیں، فرقے کہہ لیں، یا جو بھی ہے، تو سب ہی جب بلائیں گے تو سب کے راستے مختلف ہیں نا، جو بھی بلا رہا ہے، مطلب اگر کوئی احمدی دعوت دے رہا تو اس کا راستہ ظاہر ہے دوسرے جو مسلمان اپنے آپ کو کہلاتے ہیں ان سے فرق ہے۔ پھر اسی طرح کوئی شیعہ دعوت دے رہا ہے تو اس کا راستہ بھی فرق ہے۔ تو دنیا میں ہزاروں راستے ہیں جو رب کے راستے کہلاتے ہیں، ٹھیک ہے، تو پھر رب کا راستہ کون سا ہے اور وہ ایک کیسے ہوگا؟ یہ مقصد تھا میرا بات کرنے کا۔ چلو اب تھوڑی گفتگو ہو گئی ہے تو اس پہ یہ غور طلب باتیں ہیں، مطلب ان چیزوں کی طرف غور بھی کرنا چاہیے نا۔ ہر آدمی جو سمجھتا ہے کہ یہ راستہ صحیح ہے، یہ خدا تعالیٰ سے ملانے والا ہے، وہی راستہ صحیح ہے، وہ صحیح کہہ رہا ہے۔ اگر وہ اپنی دانش میں اسے صحیح سمجھتا ہے تو ایسے ہی کہنا چاہیے اس کو۔ بالکل، یہ میرا نقطہ تھا کہ جو دیکھیں ہم 100% یقین کے ساتھ اپنے دوستوں کو رب کے راستے کی طرف بلاتے ہیں، لیکن وہ یقین صرف ہماری حد تک ہوتا ہے، ٹھیک ہے۔ مسئلہ تب ہوتا ہے جب ہم اس راستے کو یہ سمجھ لیتے ہیں کہ دوسرا بھی اس راستے کو اسی طرح یقین سے سمجھ کے ہمارے پیچھے چل پڑے جیسے ہم سمجھتے ہیں، یعنی جب تک وہ اپنے دل سے اس کو نہ سمجھے تب بھی وہ ہماری اطاعت میں آ جائے۔ میرا خیال ہے کہ اس کو اور بھی سمپلیفائی ہم کر سکتے ہیں۔ ایک وہ باتیں ہیں جو ہمارا ضمیر ہمیں بتاتا ہے، جو سارے مذہبوں میں کامن ہے، کہ جھوٹ نہیں بولنا، دھوکہ نہیں دینا، صاف صاف سیدھی سیدھی بات کرنی ہے، لوگوں کی ہمدردی کرنی ہے، کسی کی تکلیف کو دور کرنا ہے۔ یہ سادہ سچی باتیں ہیں کہ انسانوں کے ساتھ مل جل کے رہنا اور ان کی تکلیف کو محسوس کرنا اور ان کی تکلیفوں کو دور کرنا۔ باقی جو ویز ہیں وہ سٹرکچر جو ہے وہ پولیٹیکل ہے، کہ کوئی اس کا نام عربی میں سمجھتا ہے، کوئی انگریزی میں سمجھتا ہے، کوئی فرانسیسی میں سمجھتا ہے، تو وہ فلیور ہیں اس کے۔ یا آگے پھر کوئی کتاب، کس کتاب کو اپنا زیادہ بہتر سمجھتا ہے، اس کے کس طرح کے ترجمے کیے ہیں، یا ترجموں کی فارمیٹنگ میں کوئی تھوڑا بہت اختلاف ہے، وہ اتنی بڑی بات نہیں۔ اصل بات وہ زندگی گزارنے کے بنیادی اصول ہیں جس میں ہم فیلو بینگز کا خیال رکھتے ہیں اور اللہ تعالیٰ کو کسی نہ کسی رنگ میں مانتے ہیں۔ بھائی اتنا ہی کافی۔ بہت شکریہ، بس یہی مختصر سی بات تھی۔ حقوق اللہ اور حقوق العباد ہیں نا، دو چیزیں۔ ہاں جی ہاں جی۔ حقوق اللہ کو کوئی کس طریقے سے سمجھ رہا ہے، مان رہا ہے، وہ اس کا ڈسپینس کرنے کا، اس کو ڈیل کرنے کا ایک طریق ہے، لیکن مان رہا ہے، اس سے کوئی تعلق رکھ رہا ہے، اس سے دعا مانگ رہا ہے، اس سے کچھ مناجات کر رہا ہے اپنے رنگ میں۔ زبانیں مختلف ہو سکتی ہیں، طریقے مختلف ہو سکتے ہیں۔ اور یہ دوسری بات ہے حقوق العباد، لوگوں کے ساتھ اچھے طریقے سے پیش آنا۔ باقی ساری پولیٹیکل کہانی ہے۔ اچھا، اس میں ایک الٹیمیٹ نصیحت جو اللہ تعالیٰ نے خود قرآن شریف میں فرما دی ہے نا، کہ نبی کریم صلی اللہ علیہ وسلم کو نصیحت کرتے ہوئے اللہ تعالیٰ نے فرمایا کہ ہم نے تمہیں ان پر دروغہ مقرر نہیں کیا، آپ کا کام تو نصیحت کرنا ہے۔ تو یہ الٹیمیٹ بات ہے کہ ہمارا اور ہمارے لیے کون اسوہ حسنہ ہے؟ نبی کریم صلی اللہ علیہ وسلم۔ تو پھر اس طریقے پہ کیوں نہیں چلنا؟ ہم بس دعوت دیں اپنی جو ہمارا ہے، اور وہ ایسے طریقے سے دے چھوڑیں، لیکن ہم دروغہ نہیں ہیں کسی کے، یہ ہمیں سمجھنا ہے۔ مطلب لبے لباب ساری بات کا یہی ہے۔ یہ ساری باتیں قرآن شریف میں ہے نا، فذکر انما انت مذکر لست علیہم بمسیطر انا علینا للہدی علیک البلاغ و علینا الحساب۔ اور دوسرا یہ ہے کہ
والذین جاہدوا فینا لنہدینہم سبلنا انا ہدیناہ السبیل اما شاکرا و اما کفورا. باتیں کھول کے بیان کر دی ہیں، جیسے جیسے آپ کو پسند آئے لے لیں اس کو. چلے بہت شکریہ ثانی صاحب، آپ کے ساتھ اچھی گفتگو رہی، اچھی نشست رہی. بڑی مہربانی ہے جناب. دعا میں یاد رکھیے گا. اللہ تعالیٰ آپ کو بھی